जी। ਤਨਵੀਰ ਭਾਈ ਸਭ ਤੋਂ ਪਹਿਲੇ ਤਾਂ ਇਹ ਪੁੱਛਾਂਗੇ ਤੁਹਾਡੇ ਕੋਲ ਕਿ ਤੁਸੀਂ ਅੱਗੇ ਬੜੀਆਂ ਤਾਰੀਫਾਂ ਕਰਨ ਦੇ ਹੋ WhatsApp ਦੀਆਂ ਕਿ ਯਾਰ ਅਸੀਂ ਕਬੂਤਰ ਫੜਨਾ ਵੀ ਇਹਨਾਂ ਕੋਲ ਸਿੱਖਿਆ ਥੋੜਾ ਜਿਹਾ। जनाब गल हैगी है कि साडी कबूतर पदरी च ना भट्ट साहब का बहुत हत्थ है। ਅੱਛਾ ਜੀ। इन्हां दा प्यार, इन्हां दा खलूस ते इन्हां दी साडे नाल मुहब्बत। होर दोस्त भी ने मगर भट्ट साहब दा स्पैशली साडे नाल जरा प्यार है। ਇਹ दोस्त साडे ने तनवीर भाई ने ये शुरू तो 1 to all साडे नाल ने 2015 तो लग के 2000 अज तक। ਅੱਛਾ। उमैर भाई ने वो भी साडे नाल शुरू तो साडे वो दोस्त ने साडे 1 to all से एक तरह निज़ाम चल रहा साडे दोस्त ही ने। ਇਹਦੇ ਵਿੱਚ ਸਾਡੀ ਕੋਈ ਕੁਤਾਈ ਦੋਸਤੀ ਕੋਈ ਐਸਾ ਮਸਲਾ ਨਹੀਂ ਦਰਾਰ ਆਈ। ਸਾਡੀ ਦੋਸਤੀ ਪਾਇਦਾਰ ਚੱਲ ਰਹੀ ਉਸ ਵਕਤ ਦੀ। ਮਾਸ਼ਾਅੱਲਾ। ਅਸੀਂ ਇਕੱਠੇ ਸ਼ੌਕ ਕਰਦੇ ਹਾਂ ਅੱਜ ਵੀ ਇਹਦਾ ਇਕੱਠੇ ਹੀ ਹਾਂ ਅਸੀਂ। ਅੱਛਾ WhatsApp ਦੇ ਹਵਾਲੇ ਨਾਲ ਗੱਲ ਕਰੋ ਜਿਹੜਾ ਬੜ ਜੀ ਤੁਸੀਂ ਜਰਾ ਕਬੂਤਰ ਫੜ ਕੇ ਉਸ ਹਿਸਾਬ ਨਾਲ ਦਿਖਾਓ ਜਰਾ ਤੇ ਬੋਲੀ ਵੀ ਜਾਓ ਜੀ। ਕਰੀ ਜਾ ਓਏ ਉਹ ਗੱਲਾਂ ਚਲੋ ਜੀ ਚਲੋ ਹੁਣ ਕਰੋ ਜੀ ਹੁਣ ਕਰੋ ਗੱਲ। ਜਨਾਬ ਗੱਲ ਹੈਗੀ ਹੈ ਇਹ ਸਾਡੀ ਕਬੂਤਰਬਾਜ਼ੀ ਸਾਡੀ ਜਿਹੜੀ ਨਾ ਇਹ ਦੋਸਤਾਂ ਦੀ ਸ਼ੌਕ ਦੀ। ਇਹ ਭੱਟ ਸਾਹਿਬ ਦਾ ਸਾਡੇ ਨਾਲ ਪਿਆਰ ਹੈ ਖਲੂਸ ਹੈ ਸਾਨੂੰ। ਅਸੀਂ ਉਹ ਬੰਦੇ ਆ ਲੋਕ ਸਾਨੂੰ ਕਹਿੰਦੇ ਕਬੂਤਰ ਫੜਨਾ ਨਹੀਂ ਆਉਂਦਾ। ਅੱਜ ਅੱਲਾਹ ਤਾਲਾ ਦੇ ਕਰਮੋ ਫਜ਼ਲ ਨਾਲ ਸਾਡੇ ਕੋਲ ਲਾਹੌਰ ਲੈਵਲ ਦੇ ਕਬੂਤਰ ਨੇ ਉਹ ਭੱਟ ਸਾਹਿਬ ਦੀ ਵਜ੍ਹਾ ਤੋਂ। ਇਹਨਾਂ ਦਾ ਪਿਆਰ ਹੈ ਤੇ ਇਹਨਾਂ ਦੀ ਮਿਹਰਬਾਨੀ। ਹੋਰ ਦੋਸਤ ਵੀ ਨੇ ਸਾਡੇ ਮਗਰ ਇਹਨਾਂ ਦਾ ਜ਼ਰਾ ਖਾਸ ਹੱਥ ਹੈ ਸਾਡੇ ਸਪੈਸ਼ਲ ਭੱਟ ਸਾਹਿਬ ਦੀ ਮਿਹਰਬਾਨੀ ਹੈ ਭੱਟ ਸਾਹਿਬ ਦੀ। ਇਹਨਾਂ ਦੀ ਮੁਹੱਬਤ ਹੈ ਜੀ। ਅਸੀਂ ਇੰਨੇ ਕਾਬਲ ਨਹੀਂ ਹੈਗੇ ਆ ਮੁਹੱਬਤ ਬਹੁਤ ਜ਼ਿਆਦਾ ਕਰਦੇ ਨੇ ਇਹਨਾਂ ਦੀ ਮਿਹਰਬਾਨੀ ਹੈ। ਤੇ ਰਾਣਾ ਸਾਹਿਬ ਵੀ ਤੁਹਾਡੇ ਨਾਲ ਬੜੀ ਮੁਹੱਬਤ ਕਰਦੇ ਨੇ। ਹਾਂ ਜੀ ਰਾਣਾ ਸਾਹਿਬ ਸਾਡੇ ਭਰਾ ਰਾਣਾ ਸਾਹਿਬ ਸਾਡੇ ਜਨਾਬ ਜਿੰਦ ਜਾਨ ਹੈ ਜਿਵੇਂ ਤੁਹਾਡਾ ਕਬੂਤਰ ਜਿੰਦ ਜਾਨ ਹੈ ਰਾਣਾ ਸਾਹਿਬ ਸਾਡਾ ਜਿੰਦ ਜਾਨ ਹੈ ਜੀ। ਵਾਕਈ ਗੱਲ ਸਹੀ। ਚਲੋ ਯਾਰ ਇਹ ਚੰਗਾ ਇੱਕ ਟੀਮ ਦਾ ਹਿੱਸਾ ਬਣੇ ਹੋ ਪਰਫੈਕਟ ਸਾਰੇ ਹੀ ਇੱਕ ਦੂਜੇ ਨਾਲ ਮੁਖਲਸ ਹੋ ਕੇ ਜੁੜੇ ਹੋ। ਬਿਲਕੁਲ ਜੀ ਅੱਲਾਹ ਪਾਕ ਆਪਣੀ ਤੇ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਇੱਕ ਮੁਖਲਸਪਨ ਹੋਏ ਦੋਸਤ ਸਾਰੇ ਦੇ ਵਿੱਚ ਕੋਈ ਲਾਲਚ ਨਾ ਹੋਏ। ਲਾਲਚ ਜਿਹੜਾ ਮਾਰ ਦਿੰਦਾ ਬੰਦੇ ਨੂੰ। ਬਿਲਕੁਲ ਐਸੀ ਤਰ੍ਹਾਂ ਬਿਲकुल ऐसे। ਤੇ ਕਬੂਤਰ ਵਾਲਾ ਕਰੋ ਗੱਲ ਜਿਹੜੀ ਕਰਨੀ ਹੈ। ਅੱਛਾ ਮੈਂ ਇੱਕ ਚੀਜ਼ ਪੁੱਛਣੀ ਚਾਹ ਰਿਹਾ ਸੀ ਸਲਮਾਨ ਸਾਹਿਬ ਨੇ ਉਹ ਗੱਲ ਨਹੀਂ ਪੁੱਛ ਸਕੇ ਤੁਹਾਡੇ ਕੋਲ ਕਿ ਤੁਹਾਡਾ ਸ਼ੌਕ ਇਹਦੇ ਤੋਂ ਹਟ ਕੇ ਇੱਕ ਹੋਰ ਸ਼ੌਕ ਕਰਦੇ ਸੀ ਤੁਸੀਂ ਗੱਲਬਾਤ ਕੁੱਤਿਆਂ ਦਾ ਸ਼ੌਕ ਕਰਦੇ ਹਾਏ 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 ਜੀ ਆ ਕੁੱਤੇ ਲੜਾਉਣ ਵਾਲਾ ਉਹ ਕੁੱਤਿਆਂ ਦਾ ਸ਼ੌਕ ਸੀ ਤੁਹਾਡਾ ਉਹ ਇੱਕ ਬਿਲਕੁਲ ਇਹਦੇ ਤੋਂ ਹਟ ਕੇ ਸ਼ੌਕ ਹੈ ਤੇ ਤੁਸੀਂ ਇਸ ਸ਼ੌਕ ਵੱਲ ਤੁਹਾਡੀ ਰਗਬਤ ਕਿਸ ਤਰ੍ਹਾਂ ਹੋਈ? ਇਹ ਜੀ ਇਹ 'ਚ ਵੀ ਸਾਡੇ ਦੋਸਤਾਂ ਦਾ ਹੀ ਹੱਥ ਹੈ। ਕੀ ਹੱਥ ਹੈ? 20 ਸਾਲ ਹੋ ਗਏ 20-25 ਸਾਲ ਅਸੀਂ ਸ਼ੌਕ ਕੀਤਾ ਕੁੱਤਿਆਂ ਦਾ ਕੀਤਾ ਹੈ। ਉਹਨਾਂ ਦਾ ਲੜਾਉਣ ਦਾ ਸਾਨੂੰ ਸ਼ੌਕ ਸੀ ਤੇ ਥਰੂ ਅਸੀਂ ਉਸ ਸਾਡੀ ਪਹਿਚਾਣ ਹੀ ਉਹ ਹੈ ਜੀ ਜੀ। ਤੇ ਦੋਸਤ ਹੈਗੇ ਉਹਨਾਂ ਦੀ ਵਜ੍ਹਾ ਤੋਂ ਅਸੀਂ ਇੱਧਰ ਸ਼ਾਮਲ ਹੋਏ। ਐਸੇ ਆਏ ਫਿਰ ਉੱਧਰ ਭੁੱਲ ਗਏ ਰਸਤਾ। ਕੀ ਵਾਕਿਆ ਹੋਇਆ ਜਿਸ ਦੀ ਵਜ੍ਹਾ ਨਾਲ ਜੀ ਤੁਸੀਂ ਸ਼ੌਕ ਦੇ ਕੋਈ ਇਹ ਸ਼ੌਕ 'ਚ ਕੋਈ ਐਸੀ ਕਸ਼ਸ਼ ਹੀ ਐਸੀ ਹੈ ਕਿ ਸਾਨੂੰ ਹੋਰ ਸਾਰੇ ਕੰਮ ਛਡਾਤੇ ਨੇ। ਜੀ ਜੀ ਨਹੀਂ ਸਮਝਦੇ ਇਹ ਸ਼ੌਕ 'ਚ ਮਜ਼ਾ ਹੀ ਇੰਨਾ ਆਇਆ ਜੀ ਕਿ ਅਸੀਂ ਹੋਰ ਗੱਲਾਂ ਭੁੱਲ ਹੀ ਗਏ ਹਾਂ। ਇਹ ਸ਼ੌਕ ਦੇ ਪਿੱਛੇ ਰਹਿ ਗਏ ਬਸ। ਹੁਣ ਸਾਰਾ ਦਿਨ ਮਜ਼ਦੂਰੀ ਕਰੀਦੀ ਹੈ ਉਸ ਤੋਂ ਬਾਅਦ ਆ ਕੇ ਜਨਾਬ ਇਹਨਾਂ ਨੂੰ ਵੇਖੀ ਦਾ ਥਕਾਵਟ ਲੈ ਜਾਂਦੀ ਹੈ। ਜਿਹੜਾ ਪਹਿਲੇ ਕਬੂਤਰਾਂ ਦਾ ਜਾਂ ਕੁੱਤਿਆਂ ਦਾ ਜ਼ਿਆਦਾ ਅੱਛਾ ਸੀ ਇਹ ਪੁੱਛੋ। ਨਹੀਂ ਜਿਹੜਾ ਪਹਿਲਾ ਸ਼ੌਕ ਸੀ ਉਹ ਜਾਰੀ ਹੈ ਕਿ ਉਹਨੂੰ ਤੁਸੀਂ ਛੱਡ ਦਿੱਤਾ ਵਿੱਚ? ਤਕਰੀਬਨ ਦੇਖੋ ਉਸ ਤੋਂ ਅਸੀਂ ਹਟ ਗਏ ਹਾਂ। ਹੁਣ ਇੱਕ ਸ਼ੌਕ ਹੀ ਹੁੰਦਾ ਮੈਂ 10 ਜਗ੍ਹਾ ਪੰਗੇ ਲਵਾਂ। ਇਹ ਪੰਗੇ ਮੈਨੂੰ ਬੜਾ ਮਜ਼ਾ ਆਉਂਦਾ ਜੀ ਇਹਦੇ ਵਿੱਚ। ਕਬੂਤਰਬਾਜ਼ੀ ਸਭ ਕੁਝ ਛੁਡਾ ਦਿੰਦੀ ਏ। ਛੁਡਾ ਦਿੰਦੀ ਨਸ਼ਾ ਜੀ ਬੱਚੇ ਛੁਡਾ ਦਿੰਦੀ ਏ ਤੇ ਆ ਤੇ ਫਿਰ ਕੁੱਤੇ ਸੀ ਹੈ ਜੀ। ਇਹ ਇੱਕ ਨਸ਼ਾ ਹੈ ਜਿਹੜਾ ਲੱਗ ਚੁੱਕਿਆ ਸਾਨੂੰ। ਹਾਂਜੀ ਤੇ ਹੁਣ ਨਸ਼ਾ ਦੂਰ ਹੋਣਾ ਔਖਾ ਹੈ। ਤੇ ਤੁਸੀਂ ਸ਼ਾਗਿਰਦ ਹੋਏ ਆਗਾ ਸਾਹਿਬ ਦੇ ਜੀ ਠੀਕ ਹੈ। ਤੁਹਾਡੀ ਮੁਲਾਕਾਤ ਆਗਾ ਸਾਹਿਬ ਨਾਲ ਕਿਸ ਤਰ੍ਹਾਂ ਹੋਈ? ਉਹ ਜੀ ਸਾਡੇ ਦੋਸਤ ਹੀ ਨੇ ਉਹਨਾਂ ਦੇ ਰਸਤੇ ਸਾਡੀ ਮੁਲਾਕਾਤ ਹੋਈ ਸੀ ਤੇ ਆਗਾ ਸਾਹਿਬ ਨਾਲ ਪਿਆਰ ਸਾਡਾ ਇੰਨਾ ਬਣ ਗਿਆ ਕਿ ਦਿਨ ਰਾਤ ਅਸੀਂ ਉਹਨਾਂ ਦੇ ਨਾਲ ਹੀ ਰਹਿੰਦੇ ਸੀ। ਉਹਨਾਂ ਦੀ ਸ਼ਫਕਤ ਪਿਆਰ ਬੜਾ ਕੁਛ ਉਹਨਾਂ ਕੋਲ ਸਿੱਖਿਆ ਸੀ। ਇਹ ਸਾਰਾ ਸ਼ੌਕ ਜਿਹੜਾ ਨਾ ਬਸ ਆਗਾ ਸਾਹਿਬ ਦਾ ਪਿਆਰ ਇਹ ਸਾਨੂੰ ਅੱਜ ਤੱਕ ਕਬੂਤਰਬਾਜ਼ੀ ਨਾਲ ਅਟੈਚ ਕਰਕੇ ਰੱਖਿਆ ਹੋਇਆ। ਅੱਜ ਵੀ ਅਸੀਂ ਆਗਾ ਸਾਹਿਬ ਕਰੀ ਦੀ ਹੈ ਕੋਈ ਗੱਲ ਹੈ ਤੇ ਕਰੀ ਦੀ ਹੈ। ਤੇ ਤਨਵੀਰ ਸਾਹਿਬ ਕਿੰਨੇ ਸਾਲ ਤੁਹਾਡੀ ਅਟੈਚਮੈਂਟ ਰਹੀ ਹੈ ਆਗਾ ਸਾਹਿਬ ਨਾਲ? ਬਸ ਇਹੀ ਤਾਂ ਗੱਲ ਸਾਰੀ ਕਮੀ ਹੈ ਕਿ ਸਾਨੂੰ ਟਾਈਮ ਬਹੁਤ ਥੋੜ੍ਹਾ ਮਿਲਿਆ ਉਹਨਾਂ ਦੇ ਨਾਲ। ਕਿੰਨੇ ਸਾਲ ਅੰਦਾਜ਼ਾ? 2-3 ਸਾਲ ਬਸ। ਅੱਛਾ ਤੇ ਆਗਾ ਸਾਹਿਬ ਤੋਂ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਉਹ ਕੋਈ ਸ਼ੇਅਰ ਕਰ ਸਕਦੇ ਹੋ ਕੋਈ ਚੀਜ਼? ਦੇਖੋ ਆਗਾ ਸਾਹਿਬ ਨੇ ਸਾਨੂੰ ਉਹਨਾਂ ਦੀਆਂ ਦੁਆਵਾਂ ਅੱਜ ਵੀ ਸਾਡੇ ਨਾਲ ਨੇ। ਉਹਨਾਂ ਦਾ 2-3 ਚੀਜ਼ਾਂ ਸਾਨੂੰ ਅੱਜ ਵੀ ਕਿ ਸਾਡੀ ਕਬੂਤਰਬਾਜ਼ੀ ਨਾਲ ਉਹਨਾਂ ਦਾ ਟੱਚ ਹੈ। ਉਸ ਤੋਂ ਬਗੈਰ ਕਬੂਤਰਬਾਜ਼ੀ ਨਹੀਂ ਅਸੀਂ ਕਰ ਸਕਦੇ। ਟੈਂਪਰੇਚਰ ਵਿੱਚ ਅਸੀਂ ਕਬੂਤਰਬਾਜ਼ੀ ਜਦੋਂ ਵੀ ਕਰਦੇ ਹਾਂ ਉਹ 'ਚ ਆਗਾ ਸਾਹਿਬ ਦਾ ਬੜਾ ਹੱਥ ਹੈ ਜੀ। ਆਗਾ ਸਾਹਿਬ ਨੇ ਜਿਹੜੀਆਂ ਚੀਜ਼ਾਂ ਦੱਸੀਆਂ
ਜੀ ਜੀ ਉਹਨਾਂ ਦੀ ਵਾਪਸੀ ਵਾਲੀ ਗੋਲੀ, ਉਹਨਾਂ ਦਾ ਪੈਟਰੋਲ, ਉਹਨਾਂ ਦੀਆਂ ਦੂਸਰੀਆਂ ਚੀਜ਼ਾਂ ਜਿੰਨੀਆਂ ਵੀ ਅਸੀਂ ਉਹ ਸਾਰੀਆਂ ਅਸੀਂ ਲਾਜ਼ਮੀ ਯੂਜ਼ ਕਰੀਦੀਆਂ ਜੀ। ਉਸ ਤੋਂ ਬਗੈਰ ਅਸੀਂ ਕਬੂਤਰਬਾਜ਼ੀ ਆਪਣੀ ਮੁਕੰਮਲ ਨਹੀਂ ਸਮਝਦੇ। ਅਭੀ ਰੁਕ ਜਾ। ਅੱਛਾ, ਦਵਾਵਾਂ ਤੇ ਉਹਨਾਂ ਦੀਆਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ, ਤੇ ਜਿਹੜੀਆਂ ਦਵਾਈਆਂ ਨੇ ਹਾਂ ਉਹਨਾਂ 'ਚ ਕੋਈ ਦਵਾਈ ਕੋਈ ਸ਼ੇਰ? ਯਾਰ ਆਗਾ ਸਾਹਿਬ ਦੇ ਨਾਂ ਤੇ ਤੁਸੀਂ ਜੋ ਵੀ ਕਹੋਗੇ, ਜਿਹੜੀ ਵੀ ਮੇਰੇ ਕੋਲ ਹਾਜ਼ਰ ਹੈ, ਮੈਂ ਮੇਰਾ ਦਿਲੋਂ ਜਾਨ ਨਾਲ ਹਾਜ਼ਰ ਹੈ। ਕੋਈ ਆਗਾ ਸਾਹਿਬ ਦਾ ਨਾਂ ਤੁਸੀਂ ਲੈ ਕੇ ਤੇ ਹਾਂਜੀ, ਆਗਾ ਸਾਹਿਬ ਦਾ ਇਹ ਸਾਨੂੰ ਦੱਸਿਆ ਜੀ ਫਾਰਮੂਲਾ ਜੀ, ਹੈ। ਜੀ। ਇੱਕ ਆਗਾ ਸਾਹਿਬ ਵਾਪਸੀ ਵਾਲੀ ਗੋਲੀ ਬਣਾਉਂਦੇ ਸੀ ਜੀ ਜੀ ਟੈਂਪਰੇਚਰ ਵਿੱਚ ਜੀ 42-42 ਤੋਂ ਉੱਤੇ ਅਸੀਂ ਨਾ ਉਹ ਯੂਜ਼ ਕਰਦੇ ਹਾਂ। ਠੀਕ। ਤੇ ਜਦੋਂ ਅਸੀਂ ਯੂਜ਼ ਕਰਦੇ ਨਾ ਉਹ ਵਾਪਸੀ ਵਾਲੀ ਗੋਲੀ ਉਹਨਾਂ ਦਾ ਨਾਂ ਨਹੀਂ ਸੀ, ਉਹ ਬ੍ਰਾਂਡ ਹੈ ਵਾਪਸੀ ਵਾਲੀ ਗੋਲੀ ਟੈਂਪਰੇਚਰ 'ਚ। ਠੀਕ। ਉਹ 4 ਚੀਜ਼ਾਂ ਦੀ ਅਸੀਂ ਬਣਾਉਂਦੇ ਸੀ ਗੋਲੀ। ਜੀ ਆਗਾ ਸਾਹਿਬ ਨੇ ਸਾਨੂੰ ਦੱਸਿਆ ਸੀ ਸਾਰਾ ਇਲਮ। ਛੋਟੀ ਇਲਾਇਚੀ, ਜੀ ਤਬਾਸ਼ੀਰ, ਸੁੱਚੇ ਮੋਤੀ ਤੇ ਕੋਲ ਡੋਡੇ, ਇਹ 4 ਚੀਜ਼ਾਂ ਹਮ ਵਜ਼ਨ ਲੈ ਲੈਣੀਆਂ ਸੀ। ਹਮ ਵਜ਼ਨ ਠੀਕ ਹੋ ਗਿਆ। 0 ਦਾ ਕੈਪਸੂਲ ਲੈਣਾ, ਉਹਦੀ ਛੋਟੀ ਸਾਈਡ ਜਿਹੜੀ ਹੈਗੀ ਉਹ ਭਰ ਕੇ ਅਸੀਂ ਕੈਪਸੂਲ ਬਣਾ ਕੇ ਰੱਖ ਲੈਂਦੇ ਸੀ। ਸਵੇਰ ਜਿਸ ਟਾਈਮ ਕਬੂਤਰ ਨੂੰ ਕੱਢਣਾ ਹੈ, ਠੀਕ ਹੋ ਗਿਆ। ਮਸਲਨ ਅਸੀਂ ਇਹ ਨਹੀਂ ਕਰਨਾ ਕਿ ਘੰਟਾ ਪਹਿਲੇ ਦੇ ਲੈਣੀ, ਨਹੀਂ, ਕੱਢਣ ਵੇਲੇ ਅਸੀਂ ਉਹਨੂੰ ਦੇ ਕੇ ਤੇ ਪਾਣੀ ਦੇ ਕੇ, ਥੋੜ੍ਹਾ ਜਿਹਾ ਪਾਣੀ ਦੇ ਕੇ 2-4 ਸੀਸੀ ਅਸੀਂ ਦੇ ਦਿੰਦੇ ਰੂਟੀਨ 'ਚ, ਤੇ ਉਹਨੂੰ ਕੱਢ ਦੇਣਾ ਬਾਹਰ। ਠੀਕ ਹੋ ਗਿਆ। ਕਬੂਤਰ ਜਿੰਨਾ ਵੀ ਟੈਂਪਰੇਚਰ ਹੋਏਗਾ ਇਨਸ਼ਾ ਅੱਲਾਹ ਤਾਲਾ ਕਬੂਤਰ ਵਾਪਸ ਆਏਗਾ। ਸੁਣਿਆ ਆਗਾ ਸਾਹਿਬ ਦੇ ਖੂਬੀ ਕਿ ਹਰੀਫਾਂ ਨੂੰ ਵੀ ਦਾਣਾ ਪਾਣੀ ਦੇ ਦਿੰਦੇ ਸਨ। ਦਰਵੇਸ਼ ਬੰਦੇ ਸੀ, ਦਰਵੇਸ਼ ਇੰਝ ਹੀ ਕਰਦੇ ਹੁੰਦੇ। ਹਰੀਫਾਂ ਨੂੰ ਵੀ ਦੇ ਦਿੰਦੇ ਸਨ। ਯਾਰ ਮੈਂ ਜਿਹੜੇ ਦੋਸਤ ਆਗਾ ਸਾਹਿਬ ਨੂੰ ਜਾਣਦੇ ਨੇ ਉਹਨਾਂ ਦੇ ਕੋਲ ਬੈਠਕ ਲਈ ਹੈ ਉਹਨਾਂ ਨੇ, ਬੇਸ਼ੱਕ ਉਹ ਹਰੀਫ ਨੇ, ਬੇਸ਼ੱਕ ਉਹਨਾਂ ਦੇ ਸ਼ਾਗਿਰਦ ਨੇ, ਦੋਸਤ ਨੇ, ਜੋ ਵੀ ਨੇ, ਉਹਨਾਂ ਕੋਲ ਇਹ ਗੱਲ ਪੁੱਛੋ। ਮੈਂ ਤਾਂ ਕਹਿਣਾ ਹੀ ਕਹਿਣਾ, ਮੇਰਾ ਤਾਂ ਜਨਾਬ ਉਹਨਾਂ ਨਾਲ ਬੜਾ ਤਜਰਬਾ ਹੈ। ਉਹ ਸਾਰੀ ਦੁਨੀਆ ਹੀ ਇਹ ਗੱਲ ਕਹਿੰਦੀ ਹੈ, ਆਗਾ ਸਾਹਿਬ ਗ੍ਰੇਟ ਮੈਨ ਸੀ। ਅੱਛਾ, ਕੀ ਆਈ ਬਾਤ। ਜੀ ਤੇ ਆਗਾ ਸਾਹਿਬ ਜਦੋਂ ਮਤਲਬ ਕਿ ਸ਼ੌਕ ਕਰਦੇ ਸੀ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਸ਼ੌਕ ਕੀਤਾ ਹੈ ਕਿ ਸਿਰਫ ਉਹਨਾਂ ਦਾ ਅਟੈਚਮੈਂਟ ਹੀ ਰਹੀ ਹੈ ਤੁਹਾਡੀ? ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਾਨੂੰ ਟਾਈਮ ਬਹੁਤ ਥੋੜ੍ਹਾ ਮਿਲਿਆ। 2016 ਵਿੱਚ ਸਾਡੇ ਨਾਲ ਉਹ ਬੜੀ ਸ਼ਫਕਤ ਕਰਦੇ ਰਹੇ, ਸਾਡੇ ਕੋਲ ਆਏ, ਸਾਨੂੰ ਕਬੂਤਰਬਾਜ਼ੀ ਸਮਝਾਈ, ਦੱਸੀ, ਜੋ ਵੀ ਹੈ ਸਾਰੀ ਕਾਰਗਰਦਗੀ ਉਹਨਾਂ ਦੇ ਤੇ ਹੈ। ਉਹਨਾਂ ਨੇ ਸਾਰਾ ਨਿਜ਼ਾਮ ਦੱਸਿਆ। ਅਜੇ ਤੱਕ ਅਸੀਂ ਲੈ ਕੇ ਫਿਰ ਰਹੇ ਹਾਂ, ਉਹੀ ਚੀਜ਼ਾਂ ਲਈ ਜਾਂਦੇ ਹਾਂ। ਸਾਡਾ ਕਬੂਤਰਬਾਜ਼ੀ ਸ਼ੌਕ ਠੀਕ ਹੈ। ਸਾਰੇ ਇਲਾਕਿਆਂ 'ਚ ਲਾਹੌਰ 'ਚ ਉੱਡਣਾ ਸਭ ਤੋਂ ਮੁਸ਼ਕਿਲ ਹੈ ਜੇਠ 'ਚ। ਜੀ ਜੀ। ਪੋਲੂਸ਼ਨ ਦੀ ਵਜ੍ਹਾ ਨਾਲ? ਹਰ ਤਰ੍ਹਾਂ ਹੀ ਮੌਸਮ, ਕੰਡੀਸ਼ਨ, ਹਵਾ ਜੋ ਵੀ ਹੈ, ਬਾਹਰ ਦੇ ਨਿਸਬਤ ਇਹਨਾਂ ਕਬੂਤਰਾਂ ਨੂੰ ਇਹਨਾਂ ਲਾਹੌਰ ਦੇ ਵਿੱਚ ਉੱਡਣਾ ਬਹੁਤ ਔਖਾ ਹੈ। ਮੈਂ ਨਹੀਂ ਕਹਿੰਦਾ, ਸਾਰੀ ਦੁਨੀਆ ਦੇਖ ਲੈ, ਜਿਹੜੇ ਬਾਹਰ ਕਬੂਤਰ ਸ਼ਾਮ ਬਹਿੰਦੇ ਨੇ ਨਾ, ਇੱਥੇ 12 ਵਜੇ ਆ ਜਾਂਦੇ ਨੇ, ਇੱਥੇ ਦੇ 12 ਵਜੇ ਉੱਧਰ ਜਾ ਕੇ ਸ਼ਾਮ ਬਹਿੰਦੇ ਨੇ। ਤੇ ਆਗਾ ਸਾਹਿਬ ਦੇ ਕੋਈ ਨਿਸ਼ਾਨੀ, ਕੋਈ ਪਰਿੰਦਾ ਕੋਈ ਤੁਹਾਨੂੰ ਦਿੱਤਾ ਹੋਵੇ, ਕੋਈ ਹੈ ਕਿ ਕੋਈ ਨਹੀਂ? ਨਹੀਂ, ਸਾਡੀ ਕਬੂਤਰਾਂ ਨੂੰ ਦੱਸਿਆ ਵੀ ਅੱਗੇ ਕਿ ਟਾਈਮ ਸਾਨੂੰ ਬੜਾ ਥੋੜ੍ਹਾ ਮਿਲਿਆ। ਉਹਨਾਂ ਦੀਆਂ ਸਾਨੂੰ ਜਿਹੜੀਆਂ ਨਸੀਹਤਾਂ, ਸਾਡਾ ਪਿਆਰ, ਸਾਡਾ ਜਿਹੜਾ ਜੋ ਵੀ ਉਹਨਾਂ ਦੇ ਸਾਨੂੰ ਇਲਮ ਦਿੱਤਾ ਹੈ, ਉਹ ਸਾਡੇ ਕੋਲ ਹੈ, ਕਬੂਤਰ ਸਾਡੇ ਕੋਲ ਹੈ। ਠੀਕ ਠੀਕ। ਤਨਵੀਰ ਸਾਹਿਬ, ਇੱਕ ਦਮ ਹੀ ਤੁਸੀਂ ਇਸ ਸ਼ੌਕ ਦੇ ਵਿੱਚ ਮਤਲਬ ਐਂਟਰ ਹੋਏ ਹੋ, ਤੇ ਇੰਨੇ ਅੱਛੇ ਪਰਿੰਦੇ ਪਹਿਲੀ ਦਫਾ ਤੁਸੀਂ ਲਾਹੌਰ ਉੱਡੇ ਹੋ, ਤੇ ਪਹਿਲੇ ਦਫਾ ਹੀ ਤੁਸੀਂ ਚੈਂਪੀਅਨ ਹੋਏ ਹੋ, ਮਤਲਬ ਕਿ ਸਾਰੇ ਹਰੀਫਾਂ ਨੂੰ ਤੁਸੀਂ ਜਿੱਤਿਆ ਜਾਂ, ਤੇ ਉਹਦੇ ਪਿੱਛੇ ਕਿਹਦਾ ਹੱਥ ਹੈਗਾ ਸੀ? ਆਗਾ ਸਾਹਿਬ ਦਾ। ਆਗਾ ਸਾਹਿਬ ਦਾ? ਯਾਰ ਦੇਖੋ, ਮੈਨੂੰ ਇਸ ਗੱਲ 'ਚ ਪੁੱਛਣ ਦੀ, ਸੋਚਣ ਦੀ ਜਾਂ ਕਿਸੇ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਉਹਨਾਂ ਦਾ ਹੀ ਹੱਥ ਸੀ, ਹਰ ਉਹਨਾਂ ਦਾ ਪਿਆਰ ਸੀ, ਉਹਨਾਂ ਦਾ ਸਾਡਾ ਦੱਸਣਾ, ਰਹਿਨਮਾਈ ਕਰਨੀ ਸਾਡੀ ਹਰ ਵੇਲੇ। ਤੇ ਜਿਹੜੇ ਪਰਿੰਦੇ ਉਹਨਾਂ ਦੇ ਆਏ ਸੀ ਮੈਦਾਨ ਦੇ ਵਿੱਚ, ਜਿਹੜੇ ਮਤਲਬ ਤੁਹਾਡੇ ਉੱਡੇ ਨੇ, ਉਹ ਵੀ ਆਗਾ ਸਾਹਿਬ ਦੀ ਹੈਲਪ ਨਾਲ ਹੀ ਸੀ ਕਿ ਉਹ ਤੁਹਾਡੇ ਆਪਣੇ ਯਾਰਾਂ ਦੋਸਤਾਂ ਨੇ ਦਿੱਤੇ ਸੀ ਤੇ ਉਹੀ ਮੈਦਾਨ ਦੇ ਵਿੱਚ ਆਏ ਨੇ? ਇਹ ਸਾਨੂੰ ਆਗਾ ਸਾਹਿਬ ਦਾ ਹੀ ਦਿੱਤਾ ਹੋਇਆ ਇਲਮ ਹੈ, ਅਸੀਂ ਉਹ ਆਪਣੀ ਪਹਿਚਾਣ ਦੇ ਨਾਲ ਉਹ ਲੈਂਦੇ ਸੀ। ਠੀਕ ਠੀਕ। ਉਹ ਪਰਿੰਦੇ ਹੀ ਅੱਗੇ, ਉਹੀ ਪਰਿੰਦੇ ਹਲੇ ਤੱਕ ਤੁਹਾਡੇ ਕੋਲ ਚੱਲ ਰਹੇ ਨੇ? ਨਹੀਂ, ਉਸ ਤੋਂ ਬਾਅਦ ਸਾਡੇ ਕੋਲ ਕਾਫੀ ਚੇਂਜਿੰਗ ਆ ਗਈ ਹੈ। ਦੇਖੋ, ਮੈਂ ਤੁਹਾਨੂੰ ਗੱਲ ਦੱਸਦਾ, ਕਬੂਤਰਬਾਜ਼ੀ ਹਰ ਸਾਲ ਨਵਾਂ ਹੀ ਟ੍ਰੇਨ ਚੱਲਦਾ ਹੈ। ਉਸ ਤੋਂ ਬਾਅਦ ਬੱਟ ਸਾਹਿਬ ਸਾਡੇ ਦੋਸਤ ਨੇ, ਸਾਡੀ ਬੜੀ ਰਹਿਨਮਾਈ ਕਰਦੇ ਨੇ। ਇਹਨਾਂ ਨੇ ਸਾਨੂੰ ਬੜੇ ਅੱਛੇ ਪਰਿੰਦੇ ਦੇ ਕੋਲੋਂ ਘਰੋਂ ਵੀ ਦਿੱਤੇ ਨੇ, ਔਰ ਬਹੁਤ ਤਾਦਾਦ ਦਿੱਤੇ ਨੇ, ਅੱਜ ਵੀ ਸਾਡੇ ਕੋਲ ਨੇ, ਔਰ ਉਹਨਾਂ ਦੀਆਂ ਪਰਵਾਜ਼ਾਂ ਬਹੁਤ ਅੱਛੀਆਂ ਨੇ। ਤਨਵੀਰ ਭਾਈ ਨੇ ਮੇਰੇ ਦੋਸਤ, ਇਹਨਾਂ ਦੇ ਘਰੋਂ ਅਸੀਂ ਪਰਿੰਦੇ ਲੈ ਕੇ ਆਏ ਹਾਂ। ਸਾਡੇ ਨਾਲ ਬੜਾ ਪਿਆਰ ਕਰਦੇ ਸੀ, ਸ਼ੌਕ ਇਕੱਠਾ ਕਰਦੇ, ਇੱਕ ਟੀਮ ਹੈ, ਤੇ ਟੀਮ ਦੀ ਵਜ੍ਹਾ ਤੋਂ ਤੁਹਾਨੂੰ ਪਤਾ ਫਿਰ ਸਾਰਾ ਨਿਜ਼ਾਮ ਜਿਹੜਾ ਨਾ ਫੇਰ ਹੀ ਚੱਲਦਾ। ਉਹਦਾ ਹੀ ਬੱਟ ਸਾਹਿਬ ਕਬੂਤਰ ਦਿਖਾਓ, ਨਾਲੇ ਸਾਨੂੰ ਵੀ ਕੋਈ ਫੜਨਾ ਦਿਖਾਓ, ਦੋਸਤਾਂ ਨੂੰ ਵੀ ਅਕਲ ਆਏ, ਸਾਨੂੰ ਵੀ ਕੋਈ ਥੋੜੀ ਅਕਲ ਆਏ। ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਤਾਂ ਨਾ ਕਬੂਤਰ ਨੂੰ ਜਦੋਂ ਫੜਨਾ ਚਾਹੀਦਾ ਨਾ, ਉਹਨੂੰ ਕੰਪਲੀਟ ਕਬੂਤਰ ਨੂੰ ਫੜਨਾ ਚਾਹੀਦਾ। ਅਗਰ ਉਹ ਦੇਖੋ ਨਾ ਕੋਈ ਉਹਨੇ ਦੁਮ ਵਿੱਚ ਆਪਣੀ ਖਰਾਬੀ ਕੀਤੀ ਹੈ, ਉਹਨੂੰ ਸੈੱਟ ਕਰੋ। ਉਹਦੇ ਬਾਅਦ ਅਗਰ ਉਹਦੇ ਪਰ ਕੋਈ ਖਰਾਬ ਨੇ, ਉਹਨਾਂ ਨੂੰ ਸੈੱਟ ਕਰੋ। ਹੁਣ ਇਹ ਪਰ ਨੇ ਜਿਹੜੇ ਅਗਰ ਦੁਮ ਦੇ ਅੰਦਰ ਹੈਗੇ ਨੇ, ਤੇ ਉਹਨਾਂ ਨੂੰ ਬਾਹਰ ਕੱਢੋ। ਇਹ ਜਿਹੜੀ ਪਿੱਛੇ ਇਹਨਾਂ ਦੀ ਚਿੜੀ ਹੁੰਦੀ ਹੈ, ਇਹ ਵੇਖੋ, ਇਹ ਚਿੜੀ ਹੈਗੀ ਹੈ ਜੀ। ਇਹ ਚਿੜੀ, ਅਗਰ ਇਹ ਚਿੜੀ ਪਰਾਂ ਦੇ ਵਿੱਚ ਵੜ ਜਾਏਗੀ ਤਾਂ ਦੁਮ ਖੁੱਲ ਜਾਏਗੀ।
ਇਹਨੂੰ ਇਹਦੀ ਜਗ੍ਹਾ ਤੇ ਕਰੋ, ਮੇਨਟੇਨ ਕਰਕੇ ਕਬੂਤਰ ਨੂੰ ਫੜਨਾ ਚਾਹੀਦਾ। ਕਈ ਸਾਡੇ ਐਸੇ ਦੋਸਤ ਹੁੰਦੇ ਨੇ ਜਿਹੜੇ ਕਬੂਤਰ ਨੂੰ ਅੱਛੇ ਤਰੀਕੇ ਨਾਲ ਨਹੀਂ ਫੜਦੇ, ਤੇ ਫਿਰ ਉਹ ਜਿਹੜਾ ਨਾ ਉਹ ਦਿਲ ਸੜ ਜਾਂਦਾ ਦੇਖ ਕੇ ਕਿ ਯਾਰ ਇਹ ਕਬੂਤਰ ਦਾ ਹੱਕ ਅਦਾ ਨਹੀਂ ਕਰ ਰਹੇ। ਸਭ ਤੋਂ ਪਹਿਲੇ ਤੇ ਜਿਹੜਾ ਨਾ ਉਹ ਕਬੂਤਰ ਨੂੰ ਕੰਪਲੀਟ ਤਰੀਕੇ ਨਾਲ ਫੜਨਾ ਚਾਹੀਦਾ। ਠੀਕ ਹੈ ਜੀ, ਠੀਕ ਹੋ ਗਿਆ। ਤੇ ਉਹਦੇ ਬਾਅਦ ਇਹ ਦੇਖੋ ਜੀ, ਇਹ ਆਖੇਗੀ ਇਹ ਕਬੂਤਰ ਕਿਹੜਾ ਤਨਵੀਰ ਭਾਈ ਇੱਧਰ ਆ ਗਏ ਨੇ, ਉਹ ਦੱਸੀ ਜਾਓ ਉਹਨੂੰ। ਜੀ 95 ਨੰਬਰ ਕਬੂਤਰ ਆ ਸਾਡਾ, ਉਧਰ ਜਾ ਕੇ ਤੋਹਫਾ ਦਿੱਤਾ ਹੈ। ਨੰਬਰ। ਹਾਂਜੀ ਤਨਵੀਰ ਭਾਈ ਇਹ ਕਿੱਧਰੋਂ ਆਇਆ? ਇਹ ਜੀ ਤੁਹਾਡੇ ਕੋਲ ਹੀ ਬੈਠੇ ਨੇ WhatsApp ਉਸਮਾਨ ਭੱਟ ਸਾਹਿਬ। ਅੱਛਾ ਜੀ, ਉਸਮਾਨ ਭੱਟ ਸਾਹਿਬ ਨੇ ਸਾਨੂੰ ਇਹ ਤੋਹਫਾ ਦਿੱਤਾ ਜਨਾਬ, ਤੇ ਉਹਨਾਂ ਦੇ ਘਰ ਦਾ ਹੀ ਪਰਿੰਦਾ ਇਹ, ਤੇ ਇਹਦੇ ਬੱਚੇ ਜੀ 44 ਟੈਂਪਰੇਚਰ 'ਚ ਵੀ ਸਾਨੂੰ ਅੱਛੀਆਂ ਪਰਵਾਜ਼ਾਂ ਦੇ ਕੇ ਬੈਠੇ। ਮਾਸ਼ਾਅੱਲਾ ਮਾਸ਼ਾਅੱਲਾ। ਹੁਣ ਅਸੀਂ ਕਾਫੀ ਤਾਦਾਦ ਨਾਲ ਜੋੜਿਆਂ 'ਚ ਵੀ ਪਾਏ ਇਹਦੇ ਬੱਚੇ। ਠੀਕ ਹੋ ਗਿਆ, ਠੀਕ ਹੋ ਗਿਆ, ਕਿਆ ਹੀ ਬਾਤ ਜੀ। ਪਰ ਦਿਖਾਓ ਭੱਟ ਸਾਹਿਬ। ਇਹ ਦੇਖੋ, ਇਹਦੀ ਬਗਲ ਦਾ ਸਾਈਜ਼ ਦੇਖੋ, ਇਹਦੀ ਜਿਹੜੀ ਪਹਿਲੀ ਕਨੀ ਜਿੱਧਰੋਂ ਨਿਕਲ ਰਹੀ ਏ ਉਹਦਾ ਸਾਈਜ਼ ਦੇਖੋ, ਉਹਦਾ ਉਹ ਬਗਲ ਦਾ ਉਹਦੇ ਉੱਤੇ ਚੜਾਓ ਦੇਖੋ, ਉਹ ਬਗਲ ਤੋਂ ਕਿੰਨੀ ਉੱਚੀ ਹੈ ਉਹ ਦੇਖੋ। ਉਹਦੇ ਬਾਅਦ ਇਹਦਾ ਜਿਹੜਾ ਪਰਾਂ ਦਾ ਚੜਾਓ ਹੋ ਗਿਆ, ਇਹ ਦੇਖੋ ਆਖਰੀ 3 ਪਰ ਇੰਜ ਨੇ ਜਿਸ ਤਰ੍ਹਾਂ ਸੀਤੇ ਹੋਏ ਨੇ। ਇਹ ਦੇਖੋ, ਇਹ 7ਵਾਂ ਦੇਖੋ ਕਿੱਡਾ ਲੰਮਾ ਤੇ ਖੰਜਰ ਵਰਗਾ ਪਾਰੇ। ਇਹ ਕੁਆਲਿਟੀ ਤੁਹਾਨੂੰ ਦੱਸ ਰਿਹਾ। ਵੇਖੋ ਇਹ ਉੱਤੇ ਪਰੀਆਂ ਦੀ ਗ੍ਰਿਪ ਬਗਲ ਦੀ ਕਿੰਨੀ ਉਚਾਈ ਤੱਕ ਜਾ ਰਹੀ ਹੈ। ਇਹਨਾਂ ਦਾ ਬੜਾ ਕਿਰਦਾਰ ਹੁੰਦਾ ਹੈ, ਗ੍ਰਿਪ ਹੈਗੀ ਇਹਦਾ ਕਿਰਦਾਰ ਦੇਖੋ ਕਿ ਇਹਨਾਂ ਨੇ ਉੱਤੋਂ ਉਹਨੂੰ ਪੂਰਾ ਜਕੜ ਕੇ ਰੱਖਿਆ ਹੈ। ਜਿਹੜੇ ਕਬੂਤਰਬਾਜ਼ੀ ਜ਼ਿਆਦਾਤਰ ਦੇਖੀਆਂ ਨਹੀਂ ਜਾਂਦੀਆਂ, ਦੱਸੀਆਂ ਨਹੀਂ ਜਾਂਦੀਆਂ, ਪਰੀਆਂ ਜਿਹੜੀਆਂ ਉੱਤੇ ਹੈਗੀਆਂ, ਇਹ ਪਰਾਂ ਦੇ ਉੱਤੇ ਆ ਦੇਖੋ ਪਰੀਆਂ, ਦੇਖੋ ਕਿੱਡੀ ਕਿੱਡੀ ਚੌੜੀ ਏ ਤੇ ਕਿਸ ਤਰ੍ਹਾਂ ਉਹਨੇ ਇੰਜ ਕਰਕੇ ਪਰ ਨੂੰ ਫੜਿਆ ਹੈ। ਠੀਕ ਹੈ ਜੀ, ਅਸੀਂ ਨਾਲ ਨਾਲ ਕੁਆਲਿਟੀਜ਼ ਵੀ ਦੱਸਦੇ ਜਾਂਦੇ ਹਾਂ। ਦੇਖੋ ਇਹ ਬਗਲ ਅਸੀਂ ਖੋਲ੍ਹਦੇ ਹਾਂ ਕੁੰਦੇ ਨੂੰ, ਜਦੋਂ ਇਹ ਕੁੰਦੇ ਨੂੰ ਅਸੀਂ ਖੋਲ੍ਹਿਆ ਤੇ ਬਗਲ ਜਿਹੜੀ ਏ ਇਹ ਮੇਰੇ ਇਸ ਅੰਗੂਠੇ ਵੱਲ ਚੜ ਰਹੀ ਏ, ਨਾ ਕਿ ਇਸ ਤਰ੍ਹਾਂ ਅੱਗੇ ਜਾ ਰਹੀ ਏ। ਇਹ ਦੇਖੋ, ਇਹ ਮੈਂ ਕੁੰਦੇ ਨੂੰ ਚੁੱਕਿਆ, ਇਹ ਮੈਂ ਕਬੂਤਰ ਦਾ ਕੁੰਦਾ ਖੋਲ੍ਹਿਆ ਤੇ ਇਹ ਬਗਲ ਇਹ ਕਿੱਧਰ ਆ ਗਈ ਏ ਤੇ ਬੰਦ ਏ। ਇਹ ਮੈਂ ਜਿੰਨਾ ਮਰਜ਼ੀ ਕੁੰਦਾ ਖੋਲ੍ਹਣਾ ਇਹਨੇ ਬੰਦ ਹੀ ਰਹਿਣਾ ਹੈ। ਵੇਖੋ, ਇਹ ਦੇਖੋ, ਇਹ ਜਿੰਨਾ ਮਰਜ਼ੀ ਕੁੰਦਾ ਮੈਂ ਖੋਲ੍ਹਣਾ ਇਸ ਬਗਲ ਦੇ ਆ ਜਿਹੜੇ ਇਹ ਪਰ ਨੇ ਨਾ ਗੁੱਛਾ, ਇਹਨੇ ਬੰਦ ਹੀ ਰਹਿਣਾ। ਇਹ ਇਹਦੀ ਬੜੀ ਮੇਨ ਕੁਆਲਿਟੀ। ਉਹਦੇ ਬਾਅਦ ਇਹ ਦੇਖੋ, ਇਹ ਬਗਲ ਦੀ ਕਟਾਈ ਦੇਖੋ, ਅੰਦਰ ਨੂੰ ਹੈ, ਇਹਨੇ ਅੰਦਰ ਨੂੰ ਜਾਣਾ ਨਾ, ਇਹਦੀ ਕਟਾਈ ਅੰਦਰ ਨੂੰ ਹੋਣੀ ਚਾਹੀਦੀ ਹੈ। ਬਾਹਰਲੇ ਪਰਾਂ ਨੇ ਬਾਹਰ ਵੱਲ ਜਾਣਾ ਤੇ ਉਹਨਾਂ ਦੀ ਕਟਾਈ ਬਾਹਰ ਵੱਲ ਹੋਣੀ ਚਾਹੀਦੀ ਹੈ। ਦੇਖੋ ਇਹ ਇਧਰੋਂ ਇਹ ਪਰ, ਇਹ ਦੇਖੋ ਇਹ ਕੱਟ ਉੱਤੇ ਨੂੰ ਜਾ ਰਹੇ ਨੇ। ਠੀਕ ਹੋ ਗਿਆ। ਇਹ ਦੇਖੋ, ਇਹ ਜਿਹੜੇ ਕਬੂਤਰ ਦਾ ਕੁੰਦਾ ਹੁੰਦਾ ਨਾ, ਇਹ ਬੇਸਿਕਲੀ ਪਹਿਲੀ ਕਲੀ ਤੋਂ ਲੈ ਕੇ 10ਵੀਂ ਕਲੀ ਤੱਕ 3 ਹਿੱਸਿਆਂ 'ਚ ਡਿਵਾਈਡ ਹੁੰਦਾ। ਅੱਛਾ, ਹਾਂਜੀ, ਜਿਹੜੀ ਮੈਂ ਤੁਹਾਡੇ ਨਾਲ ਉਸ ਵੇਲੇ ਗੱਲ ਕੀਤੀ ਸੀ, ਲੇਕਿਨ ਮੈਂ ਫਿਰ ਉਹਦੇ 'ਚ ਖਾਮੋਸ਼ੀ ਅਖਤਿਆਰ ਕਰਕੇ ਤੁਹਾਨੂੰ ਨਹੀਂ ਦੱਸੀ ਸੀ। ਲੇਕਿਨ ਕੋਈ ਗੱਲ ਨਹੀਂ, ਵਿਊਅਰਸ ਹੈਗੇ ਨੇ, ਦੋਸਤ ਨੇ ਸਾਡੇ। ਇਹ ਦੇਖੋ, ਇਹਦੇ ਨਾ 3 ਹਿੱਸੇ ਹੁੰਦੇ ਨੇ ਕੁੰਦੇ ਦੇ, 10ਵੀਂ 9ਵੀਂ 8ਵੀਂ। ਇਹ 3 ਪਰਾਂ ਦੀ ਸ਼ੇਪ ਅਲੱਗ ਹੁੰਦੀ ਹੈ। ਠੀਕ ਹੋ ਗਿਆ। 3 ਪਰਾਂ ਦੀ ਸ਼ੇਪ ਅਲੱਗ ਹੋਏਗੀ। ਉਹਦੇ ਬਾਅਦ 7ਵੀਂ 6ਵੀਂ 5ਵੀਂ, ਠੀਕ ਹੋ ਗਿਆ, ਇਹ 3 ਕੁੰਦਿਆਂ ਦੀ ਸ਼ੇਪ ਅਲੱਗ ਹੋਏਗੀ। ਠੀਕ ਹੋ ਗਿਆ। ਪਹਿਲੀ ਦੂਸਰੀ ਤੀਸਰੀ ਚੌਥੀ 5ਵੀਂ ਦੀ ਸ਼ੇਪ ਅਲੱਗ ਹੋਏਗੀ। ਠੀਕ ਹੋ ਗਿਆ। ਇਹ ਤੁਸੀਂ ਹੁਣ ਇਧਰੋਂ ਵਾਜ਼ੇ ਤਰੀਕੇ ਨਾਲ ਦੇਖੋ, ਇਹ 1 2 3 4 ਇਹਨਾਂ ਦੀ ਇੱਕ ਸ਼ੇਪ ਆ ਰਹੀ ਹੈ, ਇਹਨਾਂ ਨੂੰ ਛੱਡ ਦਿਓ। ਉਹਦੇ ਬਾਅਦ ਇਹ 3 ਕੁੰਦਿਆਂ ਨੂੰ ਦੇਖੋ, ਇਹਨਾਂ ਦੀ ਸ਼ੇਪ ਇੱਕ ਆ ਰਹੀ ਹੈ। ਇਹ 3 ਕੁੰਦਿਆਂ ਦੇ ਬਾਅਦ ਇਹ 3 ਕੁੰਦਿਆਂ ਦੀ ਸ਼ੇਪ ਅਲੱਗ ਹੋ ਗਈ ਹੈ। ਨਜ਼ਰ ਆ ਰਹੀ ਤੁਹਾਨੂੰ? ਬਿਲਕੁਲ ਆ ਰਹੀ। ਇਹ 3 ਹਿੱਸਿਆਂ 'ਚ ਹੁੰਦਾ ਜੇ ਕੁੰਦਾ, ਜਿਸ ਤਰ੍ਹਾਂ ਦੇਖਿਆ ਜਾਂਦਾ ਕੁੰਦੇ ਨੂੰ ਕਿ ਯਾਰ ਅਸੀਂ ਕੁੰਦੇ ਹੀ ਦੇਖਣਾ ਕੀ ਏ। ਇਹ 3 ਹਿੱਸਿਆਂ ਨੂੰ ਮੁਖਤਲਿਫ ਅੰਦਾਜ਼ ਨਾਲ ਦੇਖਿਆ ਜਾਂਦਾ ਕਿ ਪਹਿਲੀਆਂ ਜਿਹੜੀਆਂ 4 ਜਾਂ 5 ਨੇ ਉਹ ਇੱਕ ਵਰਗੀਆਂ, ਉਹਦੇ ਬਾਅਦ 6ਵੀਂ 7ਵੀਂ 8ਵੀਂ ਇੱਕ ਵਰਗੀ ਏ, 6ਵੀਂ 5ਵੀਂ 6ਵੀਂ 7ਵੀਂ, 8ਵੀਂ 9ਵੀਂ 10ਵੀਂ ਇਹ ਹਮੇਸ਼ਾ ਇੱਕ ਹੋਣਗੀਆਂ। ਠੀਕ ਹੈ, ਇਹ 3 ਹਿਸਾਬ ਦੇ ਨਾਲ ਕੁੰਦੇ ਨੂੰ ਦੇਖਿਆ ਜਾਂਦਾ ਹੈ। ਤੇ ਜਿਹੜੀ ਪਹਿਲੀ 3 ਹੁੰਦੀਆਂ, ਇਹਨਾਂ ਦਾ ਕੰਮ ਹੁੰਦਾ ਬੁਲੰਦੀ ਦੇ ਕਬੂਤਰ ਨੂੰ ਲੈ ਕੇ ਜਾਣਾ। ਪਹਿਲੀ 3 ਜਿਹੜੀਆਂ ਹੋਣਗੀਆਂ ਉਹ ਕਬੂਤਰ ਨੂੰ ਬੁਲੰਦੀ 'ਚ ਲੈ ਕੇ ਜਾਣੀਆਂ। ਜਿੰਨੀਆਂ ਲੰਮੀਆਂ ਹੋਣਗੀਆਂ ਉਨੀ ਬੁਲੰਦੀ ਫੜੇਗਾ ਕਬੂਤਰ। ਬਾਹਰ ਵਾਲੀਆਂ 3 ਇਹ ਜਿਹੜੀਆਂ ਮੈਂ ਫੜੀਆਂ, ਮੈਂ ਅਲੱਗ ਕੀਤੀਆਂ। ਹਾਂਜੀ, ਅਲੱਗ ਕੀਤੀਆਂ। ਇਹ 3 ਦਾ ਕੰਮ ਹੈਗਾ ਕਬੂਤਰ ਨੂੰ ਬੁਲੰਦੀ ਦੇ ਉੱਤੇ ਲੈ ਕੇ ਜਾ ਕੇ ਖੜਾ ਕਰ ਦੇਣਾ ਕਿ ਜਿਸ ਜਗ੍ਹਾ ਤੇ ਉਹਨੇ ਸਟੇ ਕਰਨਾ। ਉਹਦੇ ਬਾਅਦ ਜਿਹੜੀਆਂ ਇਹ ਵਾਲੇ 3 ਪਰ ਨੇ ਨਾ, ਇਹਨਾਂ ਨੇ ਉਹਨਾਂ ਨੂੰ ਹਾਂਜੀ ਇਹਨਾਂ ਨੇ ਉਹਨਾਂ ਨੂੰ ਉਧਰ ਖਿਲਾਰਨਾ। ਉਧਰ ਖੜਾ ਹੋ ਕੇ ਜੋ ਉਹਨੇ ਪਰ
ਮਾਰਨੇ ਨੇ, ਆਰਾਮ ਨਾਲ ਆਪਣੇ ਆਪ ਨੂੰ ਸਕੂਨ ਨਾਲ ਚਲਾਣਾ। ਠੀਕ ਹੋ ਗਿਆ। ਤੇ ਇਹ ਜਿਹੜੀਆਂ ਪਹਿਲੀਆਂ 4 ਹੈਗੀਆਂ 1 2 3 4 ਠੀਕ ਹੋ ਗਿਆ। ਇਹਨਾਂ ਦਾ ਕੰਮ ਹੈ ਉਹਨੂੰ ਵਾਪਸੀ ਦੇ ਉੱਤੇ ਥੱਲੇ ਲੈ ਕੇ ਆਣਾ। ਠੀਕ ਹੋ ਗਿਆ। ਤੇ ਜਿਹੜਾ ਬਗਲ ਦਾ ਕੰਮ ਹੈਗਾ ਹੈ, ਬਗਲ ਆਪਣੇ ਐਂਗਲ ਦੇ ਨਾਲ ਕਬੂਤਰ ਨੂੰ ਵਿੱਚ ਵਾਇਆ ਨਹੀਂ ਪੈਣ ਦਿੰਦੀ ਤੇ ਖੜਾ ਰੱਖਦੀ ਹੈ, ਤੇ ਖੜਾ ਹੋ ਕੇ ਕਬੂਤਰ ਦਾ ਜ਼ੋਰ ਘੱਟ ਲੱਗਦਾ ਤੇ ਉਹ ਬੁਲੰਦੀ ਤੋਂ ਥੱਲੇ ਵੱਲ ਆਂਦਾ। ਠੀਕ ਹੋ ਗਿਆ। ਤੇ ਲੋਕ ਆਮ ਤੌਰ ਤੇ ਸਵਾਲ ਕਰਦੇ ਨੇ ਜੀ ਕਿ ਵਾਪਸੀ, ਤੁਸੀਂ ਵੀ ਮੇਰੇ ਕੋਲ ਸਵਾਲ ਕੀਤਾ ਜੀ। ਇਹ ਸਵਾਲ ਕੀਤਾ ਵਾਪਸੀ। ਹਾਂਜੀ, ਵਾਪਸੀ ਜਦੋਂ ਸਾਰੇ ਮੁਤਬਰ ਉਸਤਾਦ ਨੇ ਜਿਹੜੇ ਚੀਜ਼ਾਂ ਦੱਸਦੇ ਨੇ, ਹਰ ਇੱਕ ਦਾ ਆਪਣਾ ਇੱਕ ਨੌਲੇਜ ਹੈ। ਠੀਕ ਹੋ ਗਿਆ। ਤੇ ਹਰ ਬੰਦੇ ਦਾ ਆਪਣਾ ਤਜਰਬਾ ਹੈ। ਠੀਕ ਹੋ ਗਿਆ। ਮੈਂ ਤੇ ਗੱਲ ਕਰਨਾ ਕਿ ਦੁਮ ਦੇ ਇਸ ਪਰ ਤੋਂ ਲੈ ਕੇ ਜੀ, ਦੁਮ ਦੇ ਇਸ ਕੋਰਨਰ ਤੋਂ ਲੈ ਕੇ ਨੋਕ ਦੀ ਕੋਰਨਰ ਤੀਕਰ ਠੀਕ ਹੋ ਗਿਆ। ਕਬੂਤਰ ਪੂਰਾ ਮਜ਼ਬੂਤ ਹੈ, ਹਰ ਚੀਜ਼ ਕੰਪਲੀਟ ਹੈ ਤੇ ਉਹਦੇ ਕੋਈ ਵਿੱਚ ਵਾਪਸੀ ਹੈ। ਠੀਕ ਹੋ ਗਿਆ। ਮਿਸਾਲ ਇਹ ਦੇ ਦਿੰਦੇ ਆ ਕਿ ਲੋਕਾਂ ਨੂੰ ਇਹ ਪਤਾ ਹੈ ਕਿ ਦੁਮ ਅੱਛੀ ਹੋਣੀ ਚਾਹੀਦੀ ਹੈ, ਬੰਦ ਹੋਣੀ ਚਾਹੀਦੀ ਹੈ, ਉਹਦੀ ਵਜ੍ਹਾ ਨਹੀਂ ਪਤਾ ਕਿਉਂ ਹੋਣੀ ਚਾਹੀਦੀ, ਛੋਟੀ ਹੋਣੀ ਚਾਹੀਦੀ, ਕਿਉਂ ਹੋਣੀ ਚਾਹੀਦੀ ਹੈ, ਉਹਦੇ ਵਿੱਚ ਉਹਦੇ ਫੰਕਸ਼ਨਸ ਕੀ ਨੇ। ਹੁਣ ਇਹ ਕਬੂਤਰ ਹੈ ਨਾ, ਇਹ ਬਦਕਰੀਸਾ ਹੋਇਆ ਹੈਗਾ ਨਾ, ਜਦੋਂ ਇਹ ਜਿਹੜੇ ਚਾਨੇ ਬਣੇ ਨੇ ਮੱਛੀ ਵਾਂਗਰ, ਇਹ ਚਾਨੇ ਅਗਰ ਇਹਦੇ ਕੰਪਲੀਟ ਨਹੀਂ ਹੋਣਗੇ ਨਾ ਤੇ ਇਹਨੂੰ ਦੁਮ ਨੂੰ ਕੌਣ ਖਿਲਾਰੇਗਾ ਜੀ। ਇਹ ਅੱਲਾਹ ਪਾਕ ਦਾ ਨਿਜ਼ਾਮ ਹੈ, ਅੱਲਾਹ ਦੀ ਕੁਦਰਤ ਹੈ ਕਿ ਉਹਨੇ ਇਸ ਦੁਮ ਨੂੰ ਕੰਟਰੋਲ ਕਰਨ ਵਾਸਤੇ ਇਹ ਕੰਟਰੋਲਰ ਬਣਾਏ ਨੇ। ਠੀਕ ਹੋ ਗਿਆ। ਅਗਰ ਇਹ ਕੰਟਰੋਲਰ ਕੰਪਲੀਟ ਨਹੀਂ ਹੋਣਗੇ ਕਰੀਜ਼ ਦੇ ਵਿੱਚ, ਤੇ ਕਬੂਤਰ ਦੀ ਦੁਮ ਕਦੀ ਵੀ ਜਿਹੜਾ ਨਾ ਇਸ ਤਰ੍ਹਾਂ ਨਹੀਂ ਖੜੀ ਹੋਏਗੀ ਜਿਸ ਤਰ੍ਹਾਂ ਇਹ ਹੁਣ ਇਸ ਵੇਲੇ ਖੜੀ ਹੈ। ਠੀਕ ਹੋ ਗਿਆ। ਇਹ ਜਿਹੜੇ ਉੱਤੇ ਅੱਲਾਹ ਪਾਕ ਨੇ ਇਹਦੇ ਮੱਛਲੀ ਵਾਂਗਰ ਇਧਰੋਂ ਸ਼ੁਰੂ ਹੁੰਦੇ ਨੇ, ਇੱਧਰ ਤੱਕ ਚਾਨੇ ਜਾਂਦੇ ਨੇ। ਬਿਲਕੁਲ ਸਹੀ ਹੈ। ਅਗਰ ਕਬੂਤਰ ਦੀ ਇਹ ਦੁਮ ਕੰਪਲੀਟ ਨਹੀਂ ਹੈਗੀ, ਮਜ਼ਬੂਤ ਨਹੀਂ ਹੈਗੀ, ਇੰਜ ਅੰਗੂਠਾ ਮਾਰੋ ਤੇ ਖੁੱਲ ਜਾਏ, ਠੀਕ ਹੋ ਗਿਆ। ਤੇ ਉਹ ਕਬੂਤਰ ਜਦੋਂ ਲੈਂਡਿੰਗ ਕਰ ਰਿਹਾ ਹੁੰਦਾ ਹੈ, ਜਦੋਂ ਕਬੂਤਰ ਵਾਪਸ ਆਉਂਦਾ ਨਾ, ਤੇ ਇਹਦਾ ਬਹੁਤ ਜ਼ਿਆਦਾ ਕਿਰਦਾਰ ਹੈ ਦਮ ਦਾ। ਹਾਂਜੀ, ਦੁਮ ਜਿਹਦੀ ਪੂਰੀ ਕੰਟਰੋਲ ਵਿੱਚ ਹੋਏਗੀ ਉਹੀ ਕਬੂਤਰ ਨੂੰ ਥੱਲੇ ਲਿਆਏਗੀ ਜ਼ੋਰ ਦੇ ਨਾਲ ਆਪਣੇ। ਇਹ ਜਿਹੜਾ ਨਾ ਕਬੂਤਰ ਦਾ ਸਾਰਾ ਕੰਟਰੋਲ ਇਹਦੇ ਵਿੱਚ ਹੁੰਦਾ ਹੈ। ਦਮ 'ਚ। ਹਾਂਜੀ, ਦਬਾਓ ਫਿਰ, ਹਾਂਜੀ, ਦਬਾਓ। ਇਹ ਦੇਖੋ ਮੈਂ ਦਬਾਨਾ ਵਾਪਸ ਕਿਵੇਂ ਆਂਦੀ ਹੈ। ਹਾਂ, ਤਾਕਤ ਵਾਲੇ ਤੇ ਆਂਦੀ ਹੈ ਨਾ, ਤਾਕਤ ਵਾਲੀ। ਜਿਹਦੀ ਤਾਕਤ ਨਹੀਂ ਹੋਏਗੀ ਉਹ ਇੰਜ ਥੱਲੇ ਹੀ ਰਹਿ ਜਾਏਗੀ, ਬਿਲਕੁਲ ਠੀਕ ਹੋ। ਖੁੱਲ ਜਾਏਗੀ। ਵਾਹ, ਕੀ ਹੀ ਬਾਤ। ਤੇ ਇਸ ਵਾ ਤੋਂ ਪੂਰਾ ਕਬੂਤਰ ਕੰਪਲੀਟ ਹੋਏਗਾ ਤੇ ਉਹੀ ਕਬੂਤਰ ਵਾਪਸੀ ਕਰੇਗਾ, ਉਹੀ ਕਬੂਤਰ ਸਿਆਣਾ ਤੇ। ਅਗਰ ਮੈਂ ਲੋਕ ਕਹਿੰਦੇ ਨੇ ਕਿ ਇਹਦੇ ਹੀ ਸਿਆਣਾ ਤੇ ਉਹਦੇ ਹੀ ਸਿਆਣਾ ਤੇ, ਮੈਂ ਕਹਿੰਦਾ ਅਗਰ ਸਿਰਫ ਅੱਲਾਹ ਪਾਕ ਨੇ ਉਹਨੂੰ ਦਿਮਾਗ ਦੇ ਦਿੱਤਾ ਤੇ ਉਹਦੇ 'ਚ ਇੰਨਾ ਜ਼ੋਰ ਹੀ ਨਹੀਂ ਹੈਗਾ ਕਿ ਉਹ ਵਾਪਸ ਘਰ ਨੂੰ ਆ ਸਕੇ, ਤੇ ਫਿਰ ਕੀ ਫਾਇਦਾ ਉਸ ਅਕਲਮੰਦੀ ਦਾ। ਪੂਰਾ ਕਬੂਤਰ ਕੰਪਲੀਟ ਹੈ ਇਸ ਦੁਮ ਤੋਂ ਲੈ ਕੇ ਨੋਕ ਤੀਕਰ, ਤੇ ਕਬੂਤਰ ਕੰਪਲੀਟ ਹੈ। ਹੁਣ ਮੈਂ ਤੁਹਾਨੂੰ ਇੱਕ ਦੁਮ ਦੀ ਤਾਂ ਫੰਕਸ਼ਨ ਦੱਸਦਾ। ਠੀਕ ਹੋ ਗਿਆ। ਕਿ ਉਹਨੇ ਜਦੋਂ ਜ਼ੋਰ ਆਪਣਾ ਥੱਲੇ ਨੂੰ ਬਾਣਾ ਹੈ ਤੇ ਉਹਨੇ ਕਬੂਤਰ ਨੂੰ ਥੱਲੇ ਹਵਾ ਦੇ ਜ਼ੋਰ ਨੂੰ ਤੋੜ ਕੇ ਥੱਲੇ ਆਣਾ। ਠੀਕ ਹੋ ਗਿਆ। ਕਈ ਦਫਾ ਤੁਸੀਂ ਦੇਖਦੇ ਹੋ ਕਬੂਤਰ ਨਿਕਲੇ ਹੁੰਦੇ ਨੇ, ਹਵਾ ਦਾ ਦਬਾਅ ਥੱਲੇ ਤੋਂ ਉੱਤੇ ਵਾਲੀ ਸਾਈਡ ਤੇ ਹੁੰਦਾ, ਉਹ ਕੋਸ਼ਿਸ਼ ਕਰ ਰਹੇ ਹੁੰਦੇ ਨੇ ਥੱਲੇ ਆਉਣ ਦੀ। ਠੀਕ ਹੋ ਗਿਆ। ਲੇਕਿਨ ਉਹਨਾਂ ਕੋਲ ਥੱਲੇ ਨਹੀਂ ਆਇਆ ਜਾ ਰਿਹਾ ਹੁੰਦਾ। ਠੀਕ ਹੋ ਗਿਆ। ਕਿਉਂਕਿ ਉਹ ਦੁਮ ਦੇ ਕਮਜ਼ੋਰ ਹੁੰਦੇ ਨੇ ਕਬੂਤਰ, ਲੇਕਿਨ ਉੱਤੋਂ ਕਬੂਤਰ ਨਿਕਲਦਾ ਉਹੀ ਹਵਾ ਨੂੰ ਚੀਰਦਾ ਉਹ ਉਹਨਾਂ ਤੋਂ ਜਲਦੀ ਬਹਿ ਜਾਂਦਾ। ਠੀਕ ਹੋ ਗਿਆ। ਕਿਉਂਕਿ ਉਹਦੀ ਦੁਮ ਦੇ ਬੜੀ ਅੱਲਾਹ ਪਾਕ ਨੇ ਖਾਸ ਤਾਕਤ ਰੱਖੀ ਹੁੰਦੀ ਹੈ। ਉਹ ਹਵਾ ਦੇ ਉਹ ਜੇ ਪ੍ਰੈਸ਼ਰ ਹੁੰਦਾ ਜਿਹੜਾ ਥੱਲੋਂ ਉੱਤੋਂ ਪੈ ਰਿਹਾ ਹੁੰਦਾ, ਥੱਲੋਂ ਉੱਤੇ ਲੈ ਕੇ ਜਾ ਰਿਹਾ ਹੁੰਦਾ, ਉਹਨੂੰ ਚੀਰਦਾ ਥੱਲੇ ਆ ਜਾਂਦਾ। ਠੀਕ ਹੋ ਗਿਆ। ਇਹ ਦੁਮ ਅਗਰ ਸਹੀ ਨਹੀਂ ਹੋਏਗੀ ਤੇ ਵਾਪਸੀ ਘਟ ਗਈ। ਅਕਲਮੰਦੀ ਕਿੱਧਰ ਗਈ। ਹਾਂ। ਠੀਕ ਹੈ ਜੀ। ਠੀਕ ਹੋ। ਉਹਦੇ ਬਾਅਦ ਅਸੀਂ ਇਸ ਲੱਕ ਤੇ ਆ ਜਾਾਂਗੇ। ਆ ਜਾਓ ਲੱਕ ਤੇ। ਜਦੋਂ ਤੁਸੀਂ ਤੁਹਾਨੂੰ ਮੈਂ ਰਾਣਾ ਸਾਹਿਬ ਬੈਠੇ ਨੇ ਜੀ, ਇਹਨਾਂ ਨੂੰ ਮੈਂ 2 ਘੰਟੇ ਖੜਾ ਕਰਦਾ, ਮੈਂ ਕਿਹਾ ਰਾਣਾ ਸਾਹਿਬ ਸਿਰਫ ਖੜੇ ਹੋ ਜਾਓ, ਤੇ ਇਹਨਾਂ ਦਾ ਜ਼ੋਰ ਜਿਹੜਾ ਪੂਰਾ ਜ਼ੋਰ ਹੈ ਨਾ ਉਹ ਬੈਕ ਬੋਨ ਤੇ ਆਏਗਾ। ਠੀਕ ਹੋ ਗਿਆ। ਇਹਨਾਂ ਦੀ ਬੈਕ ਬੋਨ ਦਰਦ ਹੋਣ ਲੱਗ ਜਾਏਗੀ, ਕਹਿਣਗੇ ਯਾਰ ਕਮਰ ਦੇ ਦਰਦ ਸ਼ੁਰੂ ਹੋ ਗਈ। ਕਿਹੜੇ ਕੰਮ ਚ ਲਾਤਾ ਜੀ। ਹਾਂਜੀ, ਤੇ ਲੋਕ ਕਹਿੰਦੇ ਨਾ ਜੋੜਾਂ ਦਾ ਕੀ ਕਿਰਦਾਰ ਹੈ। ਜੋੜਾਂ ਦਾ ਇਹ ਕਿਰਦਾਰ ਹੈ ਕਿ ਜਦੋਂ ਇਨਸਾਨ ਦੀ ਬੈਕ ਬੋਨ ਤੇ ਇਹਦੇ ਤੇ ਜਾ ਕੇ ਅਸਰ ਪਏਗਾ ਨਾ ਜੀ, ਤੇ ਉਹ ਸਾਰਾ ਜੋੜ ਤੇ ਜ਼ੋਰ ਪਏਗਾ। ਠੀਕ ਹੋ ਗਿਆ। ਅਗਰ ਜੋੜਾਂ ਦਾ ਉਸ ਵੇਲੇ ਮਜ਼ਬੂਤ ਨਹੀਂ ਹੋਏਗਾ, ਢਿੱਲਾ ਹੋਏਗਾ, ਤੇ ਉਹਦੀ ਅਕਲਮੰਦ ਦੀ ਸਿਆਣਤ ਕਿੱਥੇ ਗਈ, ਡਿੱਗ ਜਾਏਗਾ। ਲੋਕ ਉਸਤਾਦ ਗਲਤ ਨਹੀਂ ਕਹਿੰਦੇ ਕਿ ਜੋੜ ਮਜ਼ਬੂਤ ਹੋਣੇ ਚਾਹੀਦੇ ਨੇ, ਜੋੜ ਫਲੈਕਸੀਬਲ ਹੋਣੇ ਚਾਹੀਦੇ ਨੇ। ਜੋੜ ਫਲੈਕਸੀਬਲ ਹੋਣਗੇ ਤੇ ਕਬੂਤਰ ਵਾਪਸੀ ਕਰੇਗਾ। ਠੀਕ ਹੈ ਜੀ। ਉਹਦੇ ਬਾਅਦ ਤੁਸੀਂ ਲੱਕ ਤੇ ਆ ਜਾਓ। ਠੀਕ ਹੋ ਗਿਆ। ਇੱਕ ਕੁੱਬਾ ਬੰਦਾ ਤੇ ਇੱਕ ਸਿੱਧੇ ਲੱਕ ਵਾਲੇ ਬੰਦੇ ਹੀ ਫਰਕ ਹੁੰਦਾ। ਬੜਾ ਫਰਕ ਹੁੰਦਾ ਨਾ। ਐਸੀ ਤਰ੍ਹਾਂ ਕਬੂਤਰ ਹੈਗਾ, ਉਹਦਾ ਲੱਕ ਬਿਲਕੁਲ ਤੀਰ ਅੰਗਰ ਸਿੱਧਾ ਹੋਣਾ ਚਾਹੀਦਾ। ਜਿਸ ਤਰ੍ਹਾਂ ਤੀਰ ਸਿੱਧਾ ਹੁੰਦਾ ਨਾ, ਸਿੱਧਾ ਹੋਣਾ ਚਾਹੀਦਾ, ਤੇ ਕੁੱਬ ਨਹੀਂ ਹੋਣਾ ਚਾਹੀਦਾ, ਕੋਈ ਖੱਡਾ ਨਹੀਂ ਹੋਣਾ ਚਾਹੀਦਾ, ਉੱਤੋਂ ਇਹ ਮਜ਼ਬੂਤ ਹੋਣਾ ਚਾਹੀਦਾ। ਇਹ ਤੁਸੀਂ ਉਂਗਲ ਨਾਲ ਦਬਾਓ ਨਾ ਤੇ ਇਹ ਨਾ ਹੋਏ ਕਿ ਝੁਲਸ ਹੋਏ, ਉਹਦੀ ਮਜ਼ਬੂਤੀ ਹੈ। ਇਹਨੇ ਪੂਰੀ ਬਾਡੀ ਨੂੰ ਨਾ ਲੱਕ ਨੇ ਤੇ ਜੋੜ ਨੇ, ਇਹ 2 ਚੀਜ਼ਾਂ ਨੇ ਕੰਟਰੋਲ ਕਰਨਾ ਹੁੰਦਾ। ਸਾਰਾ ਜਿਹੜਾ ਬਾਡੀ ਦਾ ਜ਼ੋਰ ਹੈ ਨਾ, ਇਹ 2 ਚੀਜ਼ਾਂ ਤੇ ਪੈਣਾ, ਇਹਦੇ ਤੇ ਥੱਲੇ ਜੋੜਾਂ ਤੇ। ਠੀਕ ਹੋ ਗਿਆ। ਅੱਛਾ, ਅਗਰ ਹੁਣ ਇਹ ਵੀ ਹੋ ਗਿਆ
ਅਗਰ ਇਹ ਮਜ਼ਬੂਤ ਨਹੀਂ ਤੇ ਕਬੂਤਰ ਕਿਵੇਂ ਵਾਪਸ ਆਏਗਾ? ਫਿਰ ਵੀ ਡਿੱਗੇਗਾ। ਹਾਂਜੀ। ਉਹਦੇ ਬਾਅਦ ਹੱਡੀ ਦਾ ਕਿਰਦਾਰ ਆ ਗਿਆ। ਠੀਕ ਹੋ ਗਿਆ। ਹੱਡੀ ਦੇ ਜੋੜ ਦੇ ਵਿੱਚ ਇੱਕ ਜਗ੍ਹਾ ਹੁੰਦੀ ਜਿਹਨੂੰ ਮੈਂ ਤੇ ਪੇਟ ਕਹਿੰਦਾ। ਠੀਕ ਹੋ ਗਿਆ। ਹੁਣ ਮੈਨੂੰ ਨਹੀਂ ਪਤਾ ਤੁਸੀਂ ਉਹਨੂੰ ਕੀ ਕਹਿੰਦੇ ਹੋ। ਇਹ ਹੱਡੀ ਹੈ ਨਾ, ਇਹ ਆ ਰਹੀ ਹੱਡੀ, ਇਹ ਹੱਡੀ ਖਤਮ ਹੋਈ ਹੈ ਤੇ ਇਹ ਜੋੜ ਹੈ। ਠੀਕ ਹੋ ਗਿਆ। ਇਹ ਹੱਡੀ ਦੇ ਜੋੜ ਦੇ ਵਿੱਚ ਦੀ ਜਿਹੜੀ ਜਗ੍ਹਾ ਨਾ ਜਿੰਨੀ ਥੋੜੀ ਹੋਏਗੀ ਉਹਨਾਂ ਕਬੂਤਰ ਮਜ਼ਬੂਤ ਹੋਏਗਾ। ਦੁਬਾਰਾ ਉੱਥੇ ਦਿਖਾਇਓ ਫਿਰ ਇਹ ਤੁਸੀਂ ਹੱਡੀ ਤੋਂ ਹੱਥ ਫੇਰ ਕੇ ਲਿਆ ਰਹੇ ਹੋ, ਇਹ ਹੱਡੀ ਮੁੱਕੀ ਹੈ, ਮੁੱਕ ਗਈ। ਉਹਦੇ ਬਾਅਦ ਇਹਦੇ ਬਾਅਦ ਜੋੜ ਹੈ। ਜੋੜ। ਇਹਦੇ ਸਿਰਫ ਇਸ ਤਰ੍ਹਾਂ ਇੱਕ ਉਂਗਲ ਦਾ ਹੱਦ ਫਰਕ ਹੋਣਾ ਚਾਹੀਦਾ। ਠੀਕ ਹੋ ਗਿਆ। ਇਹ ਜਿਹੜੀ ਤੁਹਾਡੀ ਲੱਗੀ ਉਂਗਲ। ਹਾਂਜੀ, ਇੰਨਾ ਫਰਕ ਹੋਣਾ ਚਾਹੀਦਾ ਜੋੜ ਤੇ ਹੱਡੀ ਦੇ ਵਿੱਚ। ਠੀਕ ਹੋ ਗਿਆ। ਉਹ ਮਜ਼ਬੂਤੀ ਹੈ। ਠੀਕ ਹੋ ਗਿਆ। ਇੱਕ ਢਿੱਡਲ ਬੰਦਾ ਜਿਹੜਾ ਹੈ ਉਹ ਸਪੋਰਟਸਮੈਨ ਤੇ ਨਹੀਂ ਹੈਗਾ, ਕਦੀ ਵੀ ਐਥਲੀਟ ਤੇ ਨਹੀਂ ਹੈਗਾ। ਨਹੀਂ। ਜਿੱਦਾਂ ਕਬੂਤਰ ਦਾ ਢਿੱਡ ਹੋਏਗਾ ਉਹ ਕੈਸੇ ਐਥਲੀਟ ਹੋ ਸਕਦਾ? ਠੀਕ ਹੋ ਗਿਆ। ਉਹ ਵੀ ਐਥਲੀਟ ਨਹੀਂ ਹੋ ਸਕਦਾ। ਠੀਕ ਹੋ ਗਿਆ। ਠੀਕ ਹੈ ਜੀ। ਇਹਦਾ ਮਤਲਬ ਹੈ ਜਿਹਦਾ ਢਿੱਡ ਵੱਡਾ ਉਹ ਵੀ ਬੇਕਾਰ ਹੈ, ਬੇਕਾਰ ਹੋ ਗਿਆ। ਉਹ ਵੀ ਪਰਖ ਦਾ ਬੇਸ਼ੱਕ ਬਾਦਸ਼ਾਹ ਅਕਲ ਦਾ ਜੋ ਵੀ ਹੈ ਉਹ ਬੇਕਾਰ ਹੈ। ਬੇਕਾਰ ਨਹੀਂ ਸਕਦਾ, ਉੱਡ ਨਹੀਂ ਸਕਦਾ, ਡਿੱਗੇਗਾ। ਠੀਕ ਹੋ। ਉੱਡੇਗਾ ਵੀ, ਜ਼ੋਰ ਲਾਏਗਾ, ਫਾਰਗ ਹੋ ਜਾਏਗਾ, ਉਹਦੀ ਘਰ ਵਾਪਸੀ ਕੀ ਹੋਏਗੀ? ਠੀਕ ਹੈ ਨਾ। ਉਹਦੇ ਬਾਅਦ ਸਰਕਾਰ ਅਸੀਂ ਆ ਜਾਂਦੇ ਆ ਇਹ ਉਹਦੇ ਬਾਅਦ ਅਸੀਂ ਆ ਜਾਂਦੇ ਗਰਦਨ ਤੇ। ਦੇਖੋ ਗਰਦਨ ਅਗਰ ਕਬੂਤਰ ਦੀ ਫਲੈਕਸੀਬਲ ਨਹੀਂ ਹੈਗੀ, ਮੁਲਾਇਮ ਨਹੀਂ ਆ, ਵੇਖੋ ਮੈਂ ਪੂਰੀ ਮੋੜ ਦਿੱਤੀ ਹੈ। ਇਹ ਦੇਖੋ ਇਹ ਪੂਰੀ ਮੋੜ ਦਿੱਤੀ। ਅਗਰ ਉਹਦੀ ਇਹ ਗਰਦਨ ਫਲੈਕਸੀਬਲ ਨਹੀਂ ਹੈਗੀ, ਇਹਦੀਆਂ ਘੰਟੀਆਂ ਜਿਹੜੀਆਂ ਵਿੱਚ ਗੰਢਾਂ ਉਹ ਛੋਟੀਆਂ ਨਹੀਂ ਹੈਗੀਆਂ, ਮੋਟੀ ਗਰਦਨ ਹੈ, ਬੇਕਾਰ ਹੈ। ਠੀਕ ਹੈ। ਉਹਦੀ ਵਾਪਸੀ ਨਹੀਂ ਹੈਗੀ। ਵਾਪਸੀ ਲੱਭਦੇ ਨਾ ਲੋਕ, ਪੂਰੇ ਕੰਪਲੀਟ ਕਬੂਤਰ ਦੀ ਵਾਪਸੀ ਹੈ। ਕਿਉਂਕਿ ਜਦੋਂ ਨੇ ਉੜ ਕੇ ਆਣਾ, ਜ਼ੋਰ ਲਾ ਕੇ ਆਣਾ ਨਾ, ਜਦੋਂ ਮੋਟੀ ਧੌਣ ਹੋਣੀ ਆ, ਆਕੜ ਜਾਣੀ ਹੈ ਤੇ ਉਹਨੇ ਥੱਲੇ ਹੀ ਨਹੀਂ ਦੇਖ ਸਕਣਾ, ਆਪਣੇ ਘਰ ਨੂੰ ਦੇਖ ਕੇ ਨਹੀਂ ਉਹਨੇ ਥੱਲੇ ਆਣਾ ਤੇ ਉਹਨੇ ਬੋਲਡ ਹੋ ਜਾਣਾ। ਆਕੜੀ ਹੋਏਗੀ ਨਾ, ਗਰਦਨ ਆਕੜ ਜਾਏਗੀ। ਜਿਸ ਤਰ੍ਹਾਂ ਕਈ ਵਾਰ ਤੁਹਾਡਾ ਪੱਠਾ ਚੜ ਜਾਂਦਾ ਤੇ ਤੁਸੀਂ ਇੰਜ ਹਿਲਾ ਵੀ ਨਹੀਂ ਸਕਦੇ ਸੀਗਾ ਯਾਰ, ਹਾਂ ਉਹ ਤੁਹਾਡੇ ਕੋਲ ਗੱਲ ਸਹੀ ਤਰੀਕੇ ਨਾਲ ਨਹੀਂ ਹੁੰਦੀ। ਘਰ ਕਿਵੇਂ ਬੈਠੇਗਾ? ਇਹਦਾ ਮਤਲਬ ਹੈਗਾ ਕਿ ਗਰਦਨ ਅਗਰ ਠੀਕ ਨਹੀਂ ਫਿਰ ਵੀ ਕਬੂਤਰ ਵਾਪਸੀ ਨਹੀਂ ਕਰ ਸਕਦਾ। ਬੜੀ ਵੱਡੀ ਗੱਲ। ਉਹਦੇ ਬਾਅਦ ਆ ਗਈ ਹੈ ਨੋਕ ਜੀ। ਨੋਕ ਆ ਗਈ। ਨੋਕ ਦੀ ਜਿਹੜੀ ਹੈ ਨਾਸ ਹੁੰਦੀ ਹੈ ਨਾ, ਨਾਸ ਜੀ, ਇਹ ਮੈਂ ਨਹੀਂ ਕਹਿੰਦਾ, ਲੌਜੀਕਲੀ ਨੈਸ਼ਨਲ ਜੀਓਗ੍ਰਾਫੀ ਤੇ ਕਿਹਾ ਜਾਂਦਾ ਹੈ ਕਿ ਕਬੂਤਰ ਜਿਹੜਾ ਨਾ ਸਮੈਲ ਕਰਕੇ ਵੀ ਘਰ ਆਉਂਦਾ ਹੈ। ਠੀਕ ਹੋ ਗਿਆ। ਇਹ ਦਰਮਿਆਨੀ ਹੋਣੀ ਚਾਹੀਦੀ, ਨਾ ਬਹੁਤੀ ਲੰਮੀ ਹੋਣੀ ਚਾਹੀਦੀ, ਨਾ ਬਹੁਤੀ ਛੋਟੀ ਹੋਣੀ ਚਾਹੀਦੀ। ਠੀਕ ਹੋ ਗਿਆ। ਤੇ ਜਿਹੜੀ ਨਾਸ ਦੀ ਹੈ, ਇਹ ਦੇਖ ਰਹੇ ਹੋ ਲੰਬਾਈ, ਇਹ ਲੰਬੀ ਹੋਣੀ ਚਾਹੀਦੀ। ਇਹ ਹਮੇਸ਼ਾ ਕਬੂਤਰ ਦਾ ਸੈਂਸਰ ਹੁੰਦਾ ਹੈ ਜਿਹੜਾ ਉੱਤੇ ਲੱਗਿਆ ਨਾ। ਇਹ ਅੱਲਾਹ ਪਾਕ ਨੇ ਇਹ ਕਿਰਦਾਰ ਇਹਨਾਂ ਦੇ ਐਵੇਂ ਨਹੀਂ ਬਣਾਏ। ਇਹ ਰਡਾਰ ਸਿਸਟਮ ਹੁੰਦਾ ਜਿਹੜਾ ਆਪਣੇ ਸਿਗਨਲਸ ਨੂੰ, ਘਰ ਦੇ ਸਿਗਨਲ ਨੂੰ ਕੈਚ ਕਰਦਾ ਹੈ। ਠੀਕ ਹੋ ਗਿਆ। ਸਮੈਲ ਨਾਲ ਵੀ ਕਬੂਤਰ ਘਰ ਆਉਂਦਾ ਹੈ। ਠੀਕ ਹੋ ਗਿਆ। ਐਸੇ ਤੋਂ ਇਹਦਾ ਵੀ ਕਾਫੀ ਕਿਰਦਾਰ ਹੈਗਾ। ਉਹਦੇ ਬਾਅਦ ਇਹ ਪੰਜੇ ਹੁੰਦੇ ਨਾ, ਲੋਕ ਕਹਿੰਦੇ ਨੇ ਪੰਜੇ ਅੱਛੇ ਹੁੰਦੇ ਨੇ। ਇਹ ਦੇਖੋ ਇਹਦੇ ਚ ਅੱਲਾਹ ਪਾਕ ਨੇ ਦਾਣੇ ਬਣਾਏ ਹੁੰਦੇ ਨੇ। ਬਿਲਕੁਲ ਬਣੇ ਨੇ। ਇਹ ਵੇਖੋ ਜਿਸ ਤਰ੍ਹਾਂ ਸਾਡੀ ਉਂਗਲਾਂ ਦੀਆਂ ਲਾਈਨਾਂ ਹੁੰਦੀਆਂ। ਹਾਂ ਬਿਲਕੁਲ। ਇੱਕ ਸੈਕਿੰਡ ਇੱਥੇ ਰੱਖਿਓ। ਅੱਛਾ ਗੱਲ ਕਰੀ ਜਾਓ, ਇੱਥੇ ਹੀ ਰੱਖੋ ਇਹਨੂੰ। ਇਹ ਵੀ ਆਪਣੇ ਘਰ ਨੂੰ ਡਿਟੈਕਟ ਕਰਦੇ ਨੇ, ਆਪਣੇ ਘਰ ਨੂੰ ਜਿਹੜਾ ਨਾ ਇਹ ਸਿਗਨਲਸ ਨੂੰ ਕੈਚ ਕਰਦੇ ਨੇ। ਠੀਕ ਹੋ ਗਿਆ। ਠੀਕ ਹੈ। ਇਹਦੇ ਨਾਲ ਵੀ ਕਬੂਤਰ ਦੀ ਵਾਪਸੀ ਦਾ ਬਹੁਤ ਜ਼ਿਆਦਾ ਤਾਲੁਕ ਹੈ। ਠੀਕ ਹੋ ਗਿਆ। ਬਿਲਕੁਲ ਸਹੀ ਹੋ ਗਿਆ। ਤੁਸੀਂ ਇਹ ਆਪਣੇ ਹੱਥਾਂ ਦੀ ਲਾਈਨਾਂ ਹੁੰਦੀਆਂ ਨਾ, ਇਹ ਦੇਖੋ ਇੱਕ ਬੰਦਾ ਇੰਜ ਖੁਰਦਰੀ ਉਂਗਲ ਫੇਰੇਗਾ, ਤੁਹਾਨੂੰ ਮਹਿਸੂਸ ਹੋ ਗਈ ਹੈ, ਇੰਜ ਫੇਰੇਗਾ ਨਾ ਤੁਹਾਡੇ ਭਰਵਟੇ ਖਲੋਤੇ ਜਾਣਗੇ। ਬਿਲਕੁਲ ਸਹੀ। ਹੁਣ ਮੈਂ ਕਬੂਤਰਬਾਜ਼ਾਂ ਚ ਕਹਿ ਦੇਣਾ ਜਿਹੜੇ ਕੋਈ ਅਸੀਂ ਪੁੱਠੀ ਸਿੱਧੀ ਗੱਲ ਕਰ ਸਕਦੇ ਅਗਰ ਤੁਹਾਡੀ ਇਜਾਜ਼ਤ ਹੋਏ ਤੇ ਕਰੋ। ਠਰਕੀਏ ਜਿਹੜੇ ਹੁੰਦੇ ਨੇ, ਠਰਕੀਏ ਉਹ ਆਮ ਦੋਸਤ ਨੂੰ ਉਂਝ ਹੱਥ ਫੇਰਨਗੇ ਨਾ ਤੇ ਉਹਨੂੰ ਮਹਿਸੂਸ ਹੋਏਗਾ ਨੇ ਮੈਨੂੰ ਗਲਤ ਹੱਥ ਫੇਰਿਆ, ਹੋਏਗਾ ਕਿ ਨਹੀਂ ਹੋਏਗਾ ਦੱਸੋ? ਬਿਲਕੁਲ ਸਹੀ ਹੈ। ਤੇ ਐਸੀ ਤਰ੍ਹਾਂ ਹੁੰਦਾ ਹੈ ਕਿ ਅੱਲਾਹ ਪਾਕ ਨੇ ਅਗਰ ਇਨਸਾਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਰੱਖਿਆ ਨਾ ਤੇ ਉਹਦੇ ਪਿੱਛੇ ਬੜਾ ਵੱਡਾ ਮਕਸਦ ਹੈ। ਤੇ ਇਸ ਤੋਂ ਜਿਹੜੀ ਵਾਪਸੀ ਹੈ ਨਾ, ਕੰਪਲੀਟ ਕਬੂਤਰ ਦੀ ਵਾਪਸੀ ਹੈ। ਅਗਰ ਕਿਸੇ ਚੀਜ਼ ਦੀ ਵੀ ਕਮੀ ਹੈ ਤੇ ਉਹ ਲਾਜ਼ਮਨ ਕਮੀ ਜਿਹੜੀ ਹੈ ਨਾ ਉਹਨੂੰ ਵਾਪਸ ਆਉਣ ਦੇ ਵਿੱਚ ਤੰਗ ਕਰੇਗੀ। ਠੀਕ ਹੋ ਗਿਆ। ਠੀਕ ਹੋ ਗਿਆ। ਅੱਛਾ, ਹੋਰ ਇੱਕ ਗੱਲ ਰਹਿ ਗਈ ਮੈਂ ਦੱਸ ਨਹੀਂ ਸਕਿਆ ਜੀ। ਅੱਲਾਹ ਪਾਕ ਸਾਡੇ ਭਾਈ ਐਸਨਪੁਰੀ ਸਾਹਿਬ ਨੂੰ ਸੇ ਜ਼ਿੰਦਗੀ ਦੇ, ਉਹਨਾਂ ਨੇ ਮੈਨੂੰ ਦੱਸਿਆ ਸੀ, ਲੇਕਿਨ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬਸ ਸੋਚ ਸਮਝ ਕੇ ਕਿਸੇ ਨੂੰ ਦੱਸੀ। ਢਿੱਡ ਜਿਹੜਾ ਹੁੰਦਾ ਨਾ ਉਹ ਇੰਜ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਢਿੱਡ ਦੀ ਹੱਡੀ ਨੂੰ ਛੁਰੀ ਨਾਲ ਕੱਟਿਆ। ਠੀਕ ਹੋ ਗਿਆ। ਸਮਝ ਆ ਗਈ? ਠੀਕ ਹੋ ਗਿਆ। ਢਿੱਡ ਇੰਜ ਨਹੀਂ ਹੋਣਾ ਚਾਹੀਦਾ, ਜਿਹੜੀ ਢਿੱਡ ਦੀ ਹੱਡੀ ਜਿੱਧਰ ਹੱਡੀ ਖਤਮ ਹੋ ਰਹੀ ਹੈ ਨਾ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਛੁਰੀ ਨਾਲ ਕੱਟਿਆ। ਅੱਛਾ 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 ਅੱਛਾ। ਹਾਂਜੀ, ਉਹ ਥੋੜੀ ਵਾਧਿਆ ਕਰੋ ਗੱਲ। ਨਾਰੇ ਹੀਰਾ ਲਾਲ ਕਬੂਤਰ ਵਿਖਾਓ। ਹੀਰਾ ਲਾਲ ਦਾ ਬੜੇ ਹੀ دیਵਾਨੇ ਆ ਦੋਸਤੋ। ਪਿਓਰ ਹੀਰਾ ਲਾਲ ਕਬੂਤਰ ਤੁਹਾਨੂੰ ਦਿਖਾਉਣ ਲੱਗੇ ਆ, ਜਿਹੜੇ ਕਿ ਸਮਝੋ ਕਿ ਪਰਵਾਜ਼ਾਂ ਦੇ ਬੇਤਾਜ ਬਾਦਸ਼ਾਹ ਹੋਏ ਨੇ ਹੀਰਾ ਲਾਲ ਕਬੂਤਰ, ਔਰ ਜਿਨ੍ਹਾਂ ਦੀਆਂ ਪਰਵਾਜ਼ਾਂ ਅੱਜ ਤੱਕ ਕੋਈ ਫੜ ਹੀ ਨਹੀਂ ਸਕਿਆ, ਔਰ ਹੀਰਾ ਲਾਲ ਦੀ ਬੜੀ ਮਸ਼ਹੂਰੀ ਹੈ। ਅੱਜ ਤੁਹਾਨੂੰ ਦੋਸਤੋ ਹੀਰਾ ਲਾਲ ਕਬੂਤਰ ਦਿਖਾਵਾਂਗੇ
ਜਦ ਕਿ ਪਿਓਰਟੀ 'ਚ ਹੀਰਾ ਲਾਲ ਕਬੂਤਰ ਔਰ ਬਹੁਤ ਨਿਆਬ ਕਬੂਤਰ ਨੇ ਹੀਰਾ ਲਾਲ। ਸਾਰੀ ਹੀਰਾ ਲਾਲ ਦੀ ਜਿਹੜੀ ਵਾਈਫ ਹੈ ਨਾ ਜੀ, ਜਿਹੜੀ ਕਬੂਤਰੀ ਹੈ ਉਹ ਹੈ ਜਿਹੜਾ ਕਬੂਤਰ ਗਿਆ ਨਾ ਇਹਦੀ ਧੀ ਹੈਗੀ ਹੈ। ਐਸ ਕਬੂਤਰ ਦੀ ਹਾਂਜੀ ਜੇ ਪਹਿਲਾ ਕਬੂਤਰ ਦਿਖਾਇਆ ਇਹਦੀ ਬੇਟੀ ਉਹਦੀ ਬੇਗਮ ਹੈਗੀ। ਇਹਦਾ ਕਲਰ ਉਂਝ ਦਾ ਇਹ ਹੀਰਾ ਲਾਲ ਨਹੀਂ ਹੈਗਾ, ਅੱਛਾ ਲੇਕਿਨ ਇਹਦੀ ਬੇਟੀ ਉਹਦੇ ਨਾਲ ਲੱਗੀ ਏ। ਅੱਛਾ ਜੀ ਇਹ ਹੀਰਾ ਲਾਲ ਕਬੂਤਰ ਜਿਹੜਾ ਤੁਸੀਂ ਕਹਿ ਰਹੇ ਸੀ ਜੀ ਜੀ ਸਾਡਾ ਫੇਵਰਟ ਕਬੂਤਰ ਹੈ। ਬਟ ਸਾਹਿਬ ਹੀਰਾ ਲਾਲ ਦੀ ਸਟੋਰੀ ਜ਼ਰਾ ਦੱਸੋ ਹੁਣ ਤੁਸੀਂ। ਸਰ ਇਹ ਦਿਲਾਵਰ ਖਾਨ ਸਾਹਿਬ ਵਾਲੇ ਕਬੂਤਰ ਨੇ ਅੱਛਾ ਤੇ ਬਸ ਇਹ ਕਬੂਤਰ ਨੇ ਅੱਲਾਹ ਪਾਕ ਆਪਣੀ ਰਹਿਮਤ ਆਪਣਾ ਕਰਮ ਫਜ਼ਲ ਇਹਦੇ ਤੇ ਕਰੇ। ਇਹਨੇ ਮੈਨੂੰ ਵੀ ਤਨਵੀਰ ਭਾਈ ਨੂੰ ਵੀ ਬੜੀ ਇੱਜ਼ਤ ਦਵਾਈ ਹੈ। ਬੜੇ ਮੁਸ਼ਕਿਲ ਵਕਤਾਂ ਨੇ ਨਾ ਸਾਨੂੰ ਇੱਜ਼ਤ ਦਵਾਈ ਹੈ। ਤੇ ਜਿਹੜਾ ਇਸ ਤੋਂ ਪਹਿਲੇ ਕਬੂਤਰ ਦੇਖਿਆ ਉਹਦੀ ਬੇਟੀ ਇਹਦੇ ਨਾਲ ਲੱਗੀ ਹੈ, ਲੇਕਿਨ ਇਸ ਬਰੀਡ ਨੇ ਸਾਨੂੰ ਕਦੀ ਜਿਹੜਾ ਨਾ ਕਿਤਰ ਥੱਲੇ ਨਹੀਂ ਲੱਗਣ ਦਿੱਤਾ ਅਲਹਮਦੁਲਿਲਾ। ਜਿੰਨੀ ਮਰਜ਼ੀ ਟੈਂਪਰੇਚਰ ਗਰਮੀ ਹੋਏ ਆ ਵਫਾਦਾਰ ਵੀ ਬੜੇ ਨੇ ਤੇ ਪਰਵਾਜ਼ਾਂ ਦੇ ਵੀ ਬੇਤਾਜ ਬਾਦਸ਼ਾਹ ਨੇ ਬੰਨੇ ਸ਼ਾਮ ਤੱਕ ਬੈਠੇ ਨੇ ਸਖਤ ਗਰਮੀ ਚ ਅਲਹਮਦੁਲਿਲਾ। ਬਟ ਸਰ ਇਹਦੀ ਕਿੰਨੀ ਕੋਈ ਏਜ ਹੋਏਗੀ ਇਹ ਕਬੂਤਰ ਦੀ? ਇਹ ਕਬੂਤਰ ਇਸ ਵੇਲੇ ਮੇਰੇ ਖਿਆਲ ਦੇ ਨਾਲ ਤਕਰੀਬਨ ਕੋਈ 13-14 ਸਾਲ ਦੇ ਕੋਲ ਪਹੁੰਚ ਗਿਆ, ਲੇਕਿਨ ਕੁਛ ਉਹ ਕਹਿੰਦੇ ਨੇ ਕਈ ਕਬੂਤਰ ਜਿਹੜੇ ਨਾ ਵਕਤ ਤੋਂ ਪਹਿਲੇ ਬੁੱਢੇ ਹੋ ਜਾਂਦੇ ਨੇ। ਠੀਕ ਹੋ ਗਿਆ। ਉਹ ਕਿੰਨੋਂ ਦੇ ਵਿੱਚ 2 ਵਾਰੀ ਪਾ ਕੇ ਜੂਸ ਕੱਢ ਲੋਗੇ ਮਸ਼ੀਨ ਦੇ ਵਿੱਚ ਤੇ ਫਿਰ ਉਹਦਾ ਜੂਸ ਖਤਮ ਹੀ ਹੋਣਾ ਨਾ। ਠੀਕ ਹੋ ਸਮਝ ਰਹੇ ਨਾ ਤੁਸੀਂ, ਬੱਚੇ ਪਲਟਾਈ ਜਾਣੇ ਨੇ ਤੇ ਬੱਚੇ ਉਡਾਈ ਜਾਣੇ ਨੇ, ਸੰਭਾਲਣਾ ਵੀ ਕੁਛ ਨਹੀਂ ਤੇ ਫਿਰ ਮਾਸ਼ਾਅੱਲਾ ਸਾਡੇ ਕੋਲ ਬੜੀ ਤਾਦਾਦ ਨਾਲ ਜੀ ਇਹ ਇਕੱਠੇ ਹੋ ਗਏ ਨੇ। ਹੀਰਾ ਲਾਲ ਲੱਗੇ ਸੀ ਬੜਾ ਅੱਗੇ ਇਹਨਾਂ ਦੇ ਬੱਚਿਆਂ ਦੇ ਬੱਚੇ ਕੰਮ ਕਰ ਰਹੇ। ਅੱਛਾ ਦੇਖੋ ਜੀ ਇਹਦਾ ਕੁੰਦਾ ਅੱਲਾਹ ਪਾਕ ਨੇ ਇਹਨੂੰ ਕੀ ਕੁੰਦਾ ਦਿੱਤਾ। ਠੀਕ ਹੋ ਗਿਆ ਥੋੜਾ ਜਿਹਾ। ਹਾਂ ਥੋੜਾ ਖੋਲੋ। ਇਹ ਵੇਖੋ ਮਾਸ਼ਾਅੱਲਾ ਮਾਸ਼ਾਅੱਲਾ। ਇਹ ਵੇਖ ਲਓ ਜੋ ਦੀ ਚੀਜ਼ ਤੁਹਾਨੂੰ ਸਮਝਾਈ ਸੀ ਉਹ ਵੇਖ ਲਓ ਸਾਰੇ ਤਿੰਨੋਂ ਪਰ ਸੀਤੇ ਹੋਏ ਨੇ। ਉਹਦੇ ਬਾਅਦ ਦੇਖੋ ਕਿ ਇਹ ਬਗਲ ਸਾਰੀ ਬੰਦ ਉੱਤੇ ਚੜ ਗਈ। ਮਾਸ਼ਾਅੱਲਾ। ਬਟ ਸਾਹਿਬ ਤੁਸੀਂ ਅਕਲ ਦੇ ਹਵਾਲੇ ਨਾਲ ਤੇ ਕਾਫੀ ਮਾਸ਼ਾਅੱਲਾ ਗਾਈਡ ਕੀਤਾ ਤੇ ਥੋੜਾ ਜਿਹਾ ਪ੍ਰਵਾਸ ਦੇ ਹਵਾਲੇ ਦੇ ਨਾਲ ਵੀ ਕੋਈ ਟਿਪਸ ਦੇ ਦਿਓ। ਮੈਂ ਪ੍ਰਵਾਸ ਦੇ ਹਿਸਾਬ ਨਾਲ ਦੱਸੀਏ ਕਿ ਪਹਿਲੇ 5 ਪਰ ਤੇ ਅਗਲੇ 2 ਪਰ ਤੇ ਅਗਲੇ 3 ਪਰ ਜੀ ਜੀ ਉਹ ਪ੍ਰਵਾਸ ਦੇ ਹਵਾਲੇ ਨਾਲ ਹੀ ਦੱਸੇ ਨੇ ਕਿ ਜਿਸ ਕਬੂਤਰ ਦੇ ਇਹ 3 ਕੁੰਦੇ ਜਿੱਡੇ ਲੰਮੇ ਹੋਣਗੇ ਜੀ ਜੀ ਇਹ 3 ਜੋ ਅੱਲਾਹ ਪਾਕ ਨੇ ਬਣਾਏ ਨੇ ਜਿੰਨੇ ਲੰਮੇ ਹੋਣਗੇ ਜੀ ਉਹਨਾਂ ਕਬੂਤਰ ਸਪੀਡ ਨਾਲ ਬੁਲੰਦੀ ਫੜੇਗਾ। ਠੀਕ ਹੋ ਜਿਹੜਾ ਕਬੂਤਰ ਇਹ ਦੇਖੋ ਇਹ ਐਲ ਬਣ ਰਿਹਾ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ, ਇਹ ਕਬੂਤਰ ਡੰਡਾ ਨਹੀਂ ਮੰਨਦੇ। ਇਹ ਜਦੋਂ ਜਾਲ ਹੀ ਨਿਕਲਣਗੇ ਨਾ, ਹਾਂਜੀ ਇਹ ਦੇਖੋ ਇਹ ਐਲ ਬਣ ਗਿਆ। ਇਹ ਬਣ ਗਿਆ ਇਹ ਦੇਖੋ ਨਾ ਇਹਨਾਂ ਦੀ ਚੜਾਈ ਕਿੰਨੀ ਜ਼ਿਆਦਾ ਉੱਚੀ ਜਾ ਰਹੀ ਹੈ। ਆਮ ਕਬੂਤਰ ਤੋਂ ਚੜਾਈ ਜ਼ਿਆਦਾ ਇੰਜ ਕਰਕੇ ਐਲ ਬਣ ਰਿਹਾ। ਬਿਲਕੁਲ ਇਸ ਤਰ੍ਹਾਂ ਇਹ ਕਬੂਤਰ ਇੱਕ ਤੇ ਡੰਡਾ ਨਹੀਂ ਦੇਣਾ ਪੈਂਦਾ, ਯਾਨੀ ਕਿ ਝੰਡੀ ਨਹੀਂ ਇਹਨਾਂ ਨੂੰ ਲਾਣੀ ਪੈਂਦੀ ਹੈ। ਤੁਸੀਂ ਵੀਡੀਓ ਚੋਂ ਕੱਢੋਗੇ ਤੇ ਸਿੱਧਾ ਅਸਮਾਨ ਵੱਲ ਜਾਣਗੇ। ਠੀਕ ਹੋ ਗਿਆ। ਦੂਸਰਾ ਇਹ ਬੁਲੰਦੀ ਬਹੁਤ ਜ਼ਿਆਦਾ ਫੜਨਗੇ। ਇਹ ਕੁੰਦੇ ਜਿਹੜਾ ਨਾ ਇਹਦੇ ਨਾਲ ਦੂਸਰੇ ਕੁੰਦੇ ਦੀ ਬੁਲੰਦੀ ਦਾ ਤੇ ਪ੍ਰਵਾਸ ਕਦੀ ਵੀ ਮੁਆਜ਼ਨਾ ਨਹੀਂ ਕਰ ਸਕਦੀ। ਤੁਹਾਡੇ ਜਿਹੜੇ ਹਿਟਲਰ ਕਬੂਤਰ ਹੋਣਗੇ ਨਾ, ਜਿਹੜਾ ਤੁਹਾਡਾ ਨਾਂ ਬਣਾਉਣਗੇ, ਜਿਹੜਾ ਤੁਹਾਨੂੰ ਚਮਕਾਉਣਗੇ ਦੁਨੀਆ 'ਚ ਕਿ ਰਾਣਾ ਸਾਹਿਬ ਵੀ ਕੋਈ ਬੰਦੇ ਨੇ, ਉਹ ਇਹ ਕੁੰਦਾ ਹੋਏਗਾ। ਠੀਕ ਹੋ ਅੱਛਾ ਬਟ ਸਾਹਿਬ ਤੁਸੀਂ ਕਿਹਾ ਸੀ ਬਾਹਰ ਦੇ ਪਰਾਂ ਦੀ ਤਿੰਨਾਂ ਦੀ ਲੈਂਥ ਜ਼ਰਾ ਹਾਂਜੀ, ਲੈਂਥ ਸਵਾਲ ਮੇਰਾ ਹੈ ਕਿ ਅਗਰ ਬਾਕੀ ਦੇ 3 ਦੇ ਪਰਾਂ ਦੇ ਨਾਲ ਉਹਦਾ ਗੈਪ ਅਗਰ ਜ਼ਿਆਦਾ ਹੋ ਜਾਏ ਤੇ ਫਿਰ ਵੀ ਕੋਈ ਫਰਕ ਨਹੀਂ ਪੈਂਦਾ, ਫਿਰ ਵੀ ਠੀਕ ਹੈ। ਬੁਲੰਦੀ ਉਹ 3 ਪਰਾਂ ਨੇ ਫੜਨੀ ਹੈ। ਉਹਦੇ ਬਾਅਦ ਬੁਲੰਦੀ ਦੇ ਨਾਲ ਇਹ ਵੇਖੋ ਇਹਨੂੰ ਜ਼ਰਾ ਕਲੋਜ਼ ਕਰੋ। ਜੀ ਕਲੋਜ਼ ਇਹਨੂੰ ਕਲੋਜ਼ ਕਰੋ, ਕਲੋਜ਼ ਕਰੋ, ਇਹਨੂੰ ਕੋਲ ਕਰੋ ਆਪਣੇ। ਹਾਂਜੀ ਤੁਸੀਂ ਇੱਧਰ ਕਰੋ। ਇਹ ਲਓ। ਅੱਛਾ ਇਹ ਜਿੰਨੀ ਤੀਲੀ ਜਿਹੜੀ ਹੈ ਨਾ ਵੇਖੋ ਇਹਦੀ ਤੀਲੀ ਉੱਤੇ ਤੀ ਕਰੇ, ਤੀਲੀ ਕੁੰਦੇ ਦੇ ਐਂਡ ਤੀ ਕਰੋ। ਇਹ ਕਰੋ ਹੁਣ ਕਰੋ। ਇਹ ਦੇਖੋ ਇਹ ਤੀਲੀ ਹੈ, ਇਹ ਮੈਨੂੰ ਤੀਲੀ ਲੱਗ ਰਹੀ ਹੈ। ਠੀਕ ਹੋ ਗਿਆ। ਉਹਦਾ ਪਰਦਾ ਨਹੀਂ ਲੱਗ ਰਿਹਾ, ਪਰਦਾ ਨਹੀਂ ਉੱਤੇ ਹੈਗਾ, ਤੀਲੀ ਐਂਡ ਤੀ ਕਰੇਗੀ। ਬਿਲਕੁਲ ਠੀਕ ਹੋ ਗਿਆ। ਇਹ ਕਬੂਤਰ ਬੁਲੰਦੀ ਦੀ ਐਂਡ ਕਰੇਗਾ, ਬੁਲੰਦੀ ਦਾ ਐਂਡ ਕਰ ਦੇਗਾ ਜਾ ਕੇ। ਉਹਦੇ ਬਾਅਦ ਇਹ ਉਧਰ ਜਾ ਕੇ ਖਲੋਏਗਾ। ਠੀਕ ਹੋ ਗਿਆ। ਜਿਹਦੀ ਇਹ ਤੀਲੀ ਦੇ ਉੱਤੇ ਪਰ ਆ ਜਾਣਗੇ ਨਾ, ਉਹਦਾ ਪਰਦਾ ਉੱਤੇ ਹੋਏਗਾ, ਉਹ ਕਦੀ ਬੁਲੰਦੀ, ਕਿਉਂਕਿ ਉਹ ਇਸ ਟੇੜਾ ਹੋ ਜਾਏਗਾ, ਇੰਜ ਹੋ ਜਾਏਗਾ, ਠੀਕ ਹੋ ਗਿਆ। ਉਹ ਨਹੀਂ ਬੁਲੰਦੀ ਨਹੀਂ ਕਰ ਸਕਦਾ। ਠੀਕ। ਇਹ ਤੀਲੀ ਐਂਡ ਦੀ ਹੋਣੀ ਚਾਹੀਦੀ। ਉਹਦੇ ਬਾਅਦ ਤੁਸੀਂ ਅਗਰ ਕੁੰਦੇ ਦੀ ਫੇਰ ਡਿਸਕਸ਼ਨ ਤੇ ਆ ਗਏ ਤਾਂ ਦੱਸਣਾ ਚਾਹੀਦਾ। ਜੀ ਕੁੰਦੇ 'ਚ ਕਈ ਐਸੀ ਚੀਜ਼ਾਂ ਨੇ ਜਿਹੜੀਆਂ ਕਦੀ ਜ਼ਿੰਦਗੀ ਡਿਸਕਸ ਹੋਈਆਂ ਹੀ ਨਹੀਂ। ਜੀ ਉਹਦੇ 'ਚ ਸਭ ਤੋਂ ਮੇਨ ਚੀਜ਼ ਇਹ ਹੈਗੀ ਹੈ ਕਿ ਇਹ ਜਿਹੜੇ ਅੱਲਾਹ ਪਾਕ ਨੇ ਇਹਦੇ 'ਚ ਇੱਕ ਚੀਜ਼ ਬਣਾਈ ਹੈ ਨਾ ਕੁੰਦੇ 'ਚ, ਇਹਦੇ 'ਚ ਇੱਕ ਚੀਜ਼ ਦਾ ਮਕਸਦ ਹੈ। ਹਾਂਜੀ ਹਾਂਜੀ।
ਇਹ ਕਬੂਤਰ ਕੀ ਤੁਸੀਂ ਸਮਝਦੇ ਹੋ ਸਿਰਫ ਚੜਾਓ ਪੂਰਾ ਤੇ ਕਬੂਤਰ ਕੰਪਲੀਟ ਹੋ ਗਿਆ? ਨਹੀਂ, ਕਬੂਤਰ ਦੇ ਵਿੱਚ ਅੱਲਾਹ ਪਾਕ ਨੇ ਜੈਕ ਸਿਸਟਮ ਰੱਖੇ ਨੇ। ਇਹ ਵੇਖੋ, ਇਹ ਜੈਕ ਹੈਗੇ ਨੇ, ਇਹ ਦੇਖ ਰਹੇ ਹੋ, ਇਹ ਇਧਰੋਂ ਇੰਜ ਹੈਗੇ ਨੇ, ਠੀਕ ਹੋ ਗਿਆ, ਇਧਰੋਂ ਉੱਤੇ ਵੱਲ ਨੇ, ਬਿਲਕੁਲ ਇਹ ਅਗਲੀ ਸਾਈਡ ਤੋਂ ਥੱਲੇ ਵੱਲ ਨੇ। ਥੱਲੇ ਵੱਲ ਇਹਨਾਂ ਦਾ ਇੱਕ ਮਕਸਦ ਅੱਲਾਹ ਪਾਕ ਨੇ ਬਣਾਇਆ। ਇਹ ਵੇਖੋ ਹੁਣ ਜ਼ਰਾ, ਇਹ ਜਦੋਂ ਕਬੂਤਰ ਉੱਡਦਾ ਨਾ ਇਹਨੂੰ ਗ੍ਰਿਪ ਕਰ ਲੈਂਦੇ ਨੇ। ਇਹ ਵੇਖੋ, ਠੀਕ ਹੋ ਗਿਆ, ਇਹਨੇ ਇਹਨੂੰ ਫੜ ਲਿਆ ਪਰ ਨੂੰ। ਇਹ ਵੇਖੋ, ਬਿਲਕੁਲ ਫੜ ਲਿਆ। ਇਹ ਵੇਖੋ, ਮੈਂ ਜ਼ੋਰ ਲਾ ਰਿਹਾ, ਹੁਣ ਜ਼ਰਾ ਖਾਮੋਸ਼ੀ ਇਖਤਿਆਰ ਕਰਨਾ, ਆਵਾਜ਼ ਆਏਗੀ। ਇਹ ਵੇਖੋ, ਇਹ ਮੈਂ ਖਿੱਚ ਰਿਹਾ ਪੂਰਾ, ਉਹ ਪਰ ਉਹਨੂੰ ਖਿੱਚਣ ਨਹੀਂ ਦੇ ਰਿਹਾ। ਇਹ ਵੇਖੋ, ਇਹ ਮੈਗਨੇਟ ਪਾਵਰ ਹੈਗੀ ਏ। ਇਹ ਵੇਖੋ, ਇਹ ਮੈਂ ਖਿੱਚ ਰਿਹਾ, ਕਿੰਨਾ ਜ਼ੋਰ ਲਾਇਆ ਮੈਂ। ਹਾਂਜੀ ਲੋਕ ਇਹ ਵੇਖੋ, ਇਹ ਫੜਿਆ, ਉਹ ਪਰ ਪਾੜ ਗਿਆ ਥੱਲੋਂ, ਇਹ ਹੁਣ ਛੁੱਟਿਆ। ਇਹਦੇ ਚ ਅੱਲਾਹ ਪਾਕ ਨੇ ਜੈਕ ਸਿਸਟਮ ਰੱਖੇ ਹੁੰਦੇ ਨੇ ਤੇ ਇਹ ਬਹੁਤ ਜ਼ਰੂਰੀ ਹੁੰਦੇ ਨੇ। ਇਹ ਦੇਖੋ ਕਿੰਨਾ ਮਜ਼ਬੂਤ ਸੀ, ਕਿੰਨਾ ਜ਼ੋਰ ਲਾ ਕੇ ਤੋੜਨਾ ਪਿਆ ਹੈ। ਹਵਾ ਇਹਨੂੰ ਕਿੰਨਾ ਜ਼ੋਰ ਪਾਏਗੀ ਫਿਰ ਵੀ ਇਹ ਨਹੀਂ ਖੁੱਲੇਗਾ, ਹਵਾ ਨੂੰ ਚੀਰ ਦੇਗਾ। ਇਹ ਚੀਜ਼ ਨੂੰ ਦੇਖਣਾ ਚਾਹੀਦਾ ਕਿ ਇਹ ਪਰਦੇ ਜਿਹੜੇ ਹੈਗੇ ਨੇ, ਇਹ ਕਿੰਨਾ ਕਬੂਤਰ ਦਾ ਜਿਹੜਾ ਪਰਦਾ ਉਹ ਦੂਜੇ ਪਰਦੇ ਨੂੰ ਫੜਦਾ। ਅੱਛਾ, ਹੁਣ ਇਹਨੂੰ ਇਹਨੇ ਫੜ ਲਿਆ, ਇਹਨੇ ਇਹਨੂੰ ਫੜ ਲੈਣਾ। ਇਹ ਦੇਖੋ, ਇਹਨੇ ਇਹਨੂੰ ਫੜ ਲਿਆ। ਇਹ ਵੇਖੋ, ਉਹ ਦੇਖੋ ਖਿੱਚ ਕੇ ਲੈ ਕੇ ਜਾ ਰਿਹਾ। ਉਹ ਵੇਖੋ ਲੈ ਕੇ ਜਾ ਰਿਹਾ। ਇਹਨੇ ਹੁਣ ਜਦੋਂ ਇਹਨੇ ਅੱਗੇ ਆਣਾ, ਉਹ ਅਗਲੇ ਨੇ ਉਹਨੂੰ ਅਗਲੇ ਨੂੰ ਫੜ ਲਿਆ। ਉਹ ਵੇਖੋ, ਉਹ ਵੇਖੋ, ਹੁਣ ਜਿਹੜਾ ਅਗਲੇ ਤੇ ਜ਼ੋਰ ਪਏਗਾ ਉਹ ਅਗਲੇ ਨੂੰ ਫੜ ਲੇਗਾ। ਬਿਲਕੁਲ ਸਹੀ, ਬਿਲਕੁਲ ਸਹੀ। ਆਇਆ ਤੁਸੀਂ ਦੱਸੋ, ਇਹਨੇ ਇੰਟਰਵਿਊ ਕੀਤੇ ਨੇ, ਤੁਹਾਨੂੰ ਕਿਸੇ ਨੇ ਦੱਸਿਆ? ਨਾ, ਲੌਜਿਕ ਤੁਹਾਨੂੰ ਸਮਝ ਆ ਰਿਹਾ? ਇਸ ਤਰ੍ਹਾਂ ਨਹੀਂ ਅਗਰ ਇਸ ਤਰ੍ਹਾਂ ਟ੍ਰਾਂਸਲੇਟ ਨਹੀਂ ਹੋਈ। ਠੀਕ ਹੈ ਨਾ? ਨਹੀਂ, ਇਸ ਤਰ੍ਹਾਂ ਕਿਸੇ ਨੇ ਦੱਸਿਆ ਹੀ ਨਹੀਂ। ਗੱਲ ਹੈਗੀ ਹੈ ਕਿ ਅਗਰ ਕੁੰਦਾ ਜੀ ਕੁੰਦਾ ਜੀ ਹਾਂਜੀ, ਕੁੰਦਾ, ਇਹ ਜੈਕ ਸਿਸਟਮ ਕੰਪਲੀਟ ਹੋਏਗਾ ਤੇ ਕਬੂਤਰ ਕੰਪਲੀਟ ਹੋਏਗਾ। ਹਵਾ ਦਾ ਬੁਲੰਦੀ ਦਾ ਮਾਸਟਰ ਹੋਏਗਾ। ਹਾਂਜੀ, ਜਾ ਕੇ ਦੇਖ ਲਓ, ਜਿਹੜੇ ਵੀ ਹਵਾ ਦੇ ਮਾਸਟਰ ਕਬੂਤਰ ਹੋਣਗੇ, ਜਿਹੜੇ ਹਵਾ ਨੂੰ ਚੀਰਦੇ ਰਹਿਣਗੇ, ਉਹਨਾਂ ਦੇ ਜੈਕ ਸਿਸਟਮ ਕੰਪਲੀਟ ਹੋਣਗੇ। ਉਹਨਾਂ ਦੇ ਪਰਦੇ ਦੂਜੇ ਪਰਦੇ ਨੂੰ ਮੈਗਨੇਟ ਪਾਵਰ ਦੇ ਨਾਲ ਗ੍ਰਿਪ ਕਰ ਲੈਣਗੇ। ਠੀਕ ਹੈ ਜੀ। ਉਹਦੇ ਬਾਅਦ ਵਿਚਾਰੇ ਮੇਰੇ ਬੜੇ ਅੱਛੇ ਦੋਸਤ ਨੇ, ਅਜ਼ੀਜ਼ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ। ਅਸੀਂ ਕਹਿ ਛੱਡਦੇ ਹਾਂ ਬਰੀਕ ਤੀਲੀ, ਮੁਲਾਇਮ ਤੀਲੀ। ਪਰਦੇ ਦੀ ਚਮਕ ਦੱਸਦੀ ਹੈ ਮੁਲਾਇਮੀਅਤ, ਪਰਦੇ ਦਾ ਪਤਲਾਪਨ ਦੱਸਦਾ ਹੈ। ਜਿਹੜਾ ਇਹ ਦੇਖੋ, ਮੇਰੀ ਉਂਗਲ ਨਹੀਂ ਥੱਲੋਂ ਨਜ਼ਰ ਆ ਰਹੀ, ਇਹ ਉਂਗਲ ਦੱਸ ਰਹੀ ਹੈ ਕਿ ਇਹਦੀ ਤੀਲੀ ਕਿੰਨੀ ਬਰੀਕ ਹੈ। ਪਰਦਾ ਜਿੰਨਾ ਬਰੀਕ ਹੋਏਗਾ ਉਨੀ ਤੀਲੀ ਬਰੀਕ ਹੋਏਗੀ। ਠੀਕ ਹੋ ਗਿਆ। ਉਹਦੇ ਬਾਅਦ ਇਹ ਵੇਖੋ, ਇਸ ਕਬੂਤਰ ਦੀ ਕੁਆਲਿਟੀ ਦੇਖੋ, ਇਹ 8ਵੀਂ ਕੁਆਲਿਟੀ ਹੈ। ਦੇਖੋ ਤੀਲੀ ਬਾਹਰ ਨਿਕਲੀ ਹੈ। ਇਹ ਵੇਖੋ, ਇਹ ਦੇਖੋ, ਉੱਤੇ ਤੀਲੀ ਬਾਹਰ ਨਿਕਲੀ। ਇਹ ਤੁਸੀਂ 50 ਕਬੂਤਰ ਦੇਖ ਲੈਣਾ, 50 ਤੁਹਾਨੂੰ ਕੁਝ ਕਬੂਤਰ ਨਜ਼ਰ ਆਣਗੇ ਇਹ ਕੁਆਲਿਟੀ ਵਾਲੇ। ਠੀਕ ਹੋ ਗਿਆ। ਜਦੋਂ ਤੁਸੀਂ ਕੁੰਦਾ ਖੋਲੋ ਤੇ ਬਗਲ ਦੀ ਸਾਰੇ ਪਰਾਂ ਦਾ ਰੁਖ ਇੰਜ ਹੋਣਾ ਚਾਹੀਦਾ। ਠੀਕ ਹੋ ਗਿਆ, ਅੰਦਰ ਨੂੰ ਕਰਬ ਹੋਣੀ। ਹਾਂਜੀ, ਤੇ ਬਾਹਰ ਵਾਲੇ ਪਰ ਜਿਹੜੇ ਪਹਿਲੇ ਨੇ ਉਹ ਸਿੱਧੇ ਹੋਣ ਤੇ ਬਾਹਰ ਵਾਲੇ ਇੰਜ ਨੂੰ ਜਾਂਦੇ ਹੋਣ। ਠੀਕ ਹੋ ਗਿਆ। ਐਂਡ ਵਾਲੇ ਇੰਜ ਨੂੰ ਹੁੰਦੇ ਹੋਣ। ਮੈਂ ਤੁਹਾਨੂੰ ਕਿਹਾ 3 ਪਾਰਟਸ ਹੁੰਦੇ ਨੇ ਪਰਾਂ ਦੇ, ਪਹਿਲਾ ਇੰਜ, ਠੀਕ ਹੋ ਗਿਆ। ਦੂਜੇ ਇੰਜ, ਠੀਕ ਹੋ ਗਿਆ। ਤੀਜਾ ਪਾਰਟ ਇੰਜ, ਠੀਕ ਹੋ ਗਿਆ। ਉਹ ਕੰਪਲੀਟ ਕੁੰਦਾ ਹੁੰਦਾ ਹੈ। ਠੀਕ ਹੋ ਗਿਆ, ਬਿਲਕੁਲ ਸਹੀ। ਠੀਕ ਹੋ ਗਿਆ। ਉਹਦੇ ਬਾਅਦ ਅਸੀਂ ਆ ਜਾਂਦੇ ਆ, ਇਹ ਵੇਖੋ, ਇਹਦੀ ਇਹ ਵੇਖ ਰਹੇ ਹੋ ਕੱਟ, ਇਹ ਅੱਲਾਹ ਪਾਕ ਨੇ ਐਵੇਂ ਨਹੀਂ ਬਣਾਏ। ਇਹ ਨੱਕ ਜਿਹੜਾ ਲੱਗਾ ਆ ਨਾ ਇਹਨਾਂ ਨੂੰ, ਰਾਣਾ ਸਾਹਿਬ ਨੂੰ ਐਵੇਂ ਨਹੀਂ ਲੱਗਾ। ਉਹ ਨੀਲੀਆਂ ਅੱਖਾਂ ਐਵੇਂ ਨਹੀਂ ਲੱਗੀਆਂ। ਇਹ ਇਹਨਾਂ ਦੀ ਅੱਖਾਂ ਜਿਹੜੀਆਂ ਇਹਨਾਂ ਦੀ ਸ਼ਖਸੀਅਤ ਦੀ ਅਕਾਸੀ ਕਰਦੀਆਂ। ਅਗਰ ਕਬੂਤਰ ਦੀ ਨਸਲ ਦੀ ਅਕਾਸੀ ਕਰਦੀਆਂ ਤੇ ਇਨਸਾਨ ਦੀ ਅੱਖਾਂ ਵੀ ਜਿਹੜੀਆਂ ਨਾ ਉਹਦੀ ਅਕਾਸੀ ਕਰਦੀਆਂ। ਹਾਂਜੀ, ਦਿਖਾਓ ਜਰਾ ਨੀਲੀਆਂ ਅੱਖਾਂ। ਅੱਗੇ ਅੱਗੇ ਕਰੋ ਜੀ। ਮੇਰੀ ਗੱਲ ਅਜੇ ਕੰਪਲੀਟ ਹੋਣ ਦਿਓ ਜਰਾ, ਫਿਰ ਉਹ ਨਾ ਵਿੱਚ ਇਹ ਰਹਿ ਜਾਏਗਾ। ਆਓ ਅੱਖਾਂ ਦੇ ਇੱਧਰ ਕਰੋ। ਕਿਹੜੇ ਪਾਸੇ ਟੁਰ ਪਏ ਯਾਰ, ਕਬੂਤਰ ਦਾ ਦੱਸੋ ਤੁਸੀਂ ਕਿਹੜੇ ਪਾਸੇ ਟੁਰ ਪਏ ਹੋ? ਨਹੀਂ ਉਹ ਮੈਂ ਉਹ ਅੱਖਾਂ ਹੀ ਪੂਰੀਆਂ ਖੋਲਦੇ ਭਾਈ ਦੇ। ਮਾਸ਼ਾਅੱਲਾ, ਮਾਸ਼ਾਅੱਲਾ ਸਹੀ। ਅੱਗੇ ਦੱਸੋ ਜੀ ਅੱਗੇ। ਅੱਛਾ ਜੀ, ਉਹਦੇ ਬਾਅਦ ਜੀ ਇਹ ਜਿਹੜਾ ਕਬੂਤਰ ਦਾ ਕੁੰਦਾ ਹੈ ਨਾ, ਇਹਦੇ ਜਿਹੜੀਆਂ ਪਰੀਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਦੇਖਿਆ ਹੀ ਕਦੀ ਨਹੀਂ। ਮੈਂ 99% ਲੋਕਾਂ ਨੂੰ ਦੇਖਿਆ ਜਿਨ੍ਹਾਂ ਨੇ ਪਰੀਆਂ ਨੂੰ ਕਦੀ ਤਵੱਜੋ ਹੀ ਨਹੀਂ ਦਿੱਤੀ ਹੈ। ਜਿਹੜੀਆਂ ਪਰ ਦੇ ਉੱਤੇ ਆ ਪਰੀਆਂ ਹੁੰਦੀਆਂ, ਦੇਖੋ 1 2 3 4 5 ਜਿੰਨੇ ਪਰ ਹੁੰਦੇ ਨੇ ਉਨੀਆਂ ਪਰੀਆਂ ਹੁੰਦੀਆਂ। ਹਰ ਪਰੀ ਨੇ ਆਪਣੇ ਉੱਤੇ ਵਾਲੇ ਹੈੱਡ ਨੂੰ ਕੰਟਰੋਲ ਕੀਤਾ ਹੁੰਦਾ। ਕਰੋ ਜੀ ਅੱਗੇ ਦੱਸੋ। ਇਹ ਦੇਖੋ, ਇਹ ਜਿਹੜਾ ਪਰ ਹੈ ਨਾ, ਇਹਨੂੰ ਇਧਰੋਂ ਇਹਨੇ ਕੰਟਰੋਲ, ਜਿਸ ਤਰ੍ਹਾਂ ਦੁਮ ਦੇ ਇਹ ਪਰਾਂ ਨੇ ਇਹਨੂੰ ਕੰਟਰੋਲ ਕੀਤਾ, ਇਸ ਤਰ੍ਹਾਂ ਇਹ ਪਰਾਂ ਨੇ ਇਹਨੂੰ ਕੰਟਰੋਲ ਕੀਤਾ ਆ। ਠੀਕ ਹੋ ਗਿਆ। ਇਹ ਦੇਖੋ, ਇਹ ਪਰਾਂ ਨੂੰ ਦੇਖਣਾ ਚਾਹੀਦਾ ਕਿੰਨੇ ਲੈਂਥੀ ਨੇ ਤੇ ਕਿੱਡੇ ਚੌੜੇ ਨੇ। ਠੀਕ ਹੋ ਗਿਆ। ਇਹ ਦੇਖੋ, ਇਹਦੇ ਵਾਈਡ ਨੇ ਨਾ ਦਿਖਾਣਾ ਤੇਰਾ ਮੁਸ਼ਕਲ ਹੋ ਰਿਹਾ ਹੈਗਾ। ਉਹਦੇ ਬਾਅਦ ਇਹ ਵੇਖੋ, ਇਹਦੀਆਂ ਪਰੀਆਂ ਐਡੀਆਂ ਲੰਮੀਆਂ। ਇਹ ਵੇਖੋ, ਇਹ ਦੇਖੋ ਇਹ ਕਿੰਨੀਆਂ ਉੱਚੀਆਂ। ਹੁਣ ਮੈਨੂੰ ਦੱਸੋ, ਜਦੋਂ ਜੋ ਐਨੇ ਇੰਜ ਕਰਕੇ ਉਹਨੂੰ ਫੜਿਆ ਹੈ, ਗ੍ਰਿਪ ਕੀਤੀ ਹੈ, ਤੇ ਉਹਨੂੰ ਆਪਣੀ ਤਾਕਤ ਅੱਧੀ ਵੀ ਨਹੀਂ ਲਾਣੀ ਪੈਣੀ ਇਹਨਾਂ ਦੀ ਵਜ੍ਹਾ ਤੋਂ। ਐਸੇ ਤੋਂ ਇਹਨਾਂ ਦਾ ਵੀ ਬਹੁਤ ਕਿਰਦਾਰ ਹੈ। ਇੱਕ ਤਾਂ ਉੱਚੀਆਂ ਹੋਣੀਆਂ ਚਾਹੀਦੀਆਂ, ਬਗਲ ਦੇ ਉੱਚੇ ਤਿਕਰ ਹੋਣੀਆਂ ਚਾਹੀਦੀਆਂ, ਤੇ
ਉੱਤੇ ਇੰਜ ਕਰਕੇ ਉਹਨਾਂ ਨੇ ਛਾਂ ਬਣਾਈ ਹੋਏ, ਉਹਨੂੰ ਕਿਧਰੋਂ ਵੀ ਲੂਜ਼ ਨਾ ਛੱਡਿਆ ਹੋਏ। ਠੀਕ ਹੋ ਗਿਆ। ਦੇਖੋ ਨਾ, ਇਹ ਇਧਰ ਕਬੂਤਰ ਫੜਨਾ, ਇਹ ਹੱਥ ਹੈਗਾ, ਇਹਦੇ ਤੇ ਹਵਾ ਦਾ ਪ੍ਰੈਸ਼ਰ ਪੈ ਰਿਹਾ ਇਹਦੇ ਤੇ ਮੈਂ ਹਾਂ ਵੀ ਰੱਖ ਦਾਂਗਾ ਹੱਥ, ਉਹ ਡਬਲ ਪ੍ਰੈਸ਼ਰ ਵੀ ਹੋ ਜਾਏਗਾ ਤੇ ਇਹ ਦੋ ਚੀਜ਼ਾਂ ਕੰਟਰੋਲ ਕਰ ਰਹੀਆਂ ਉਹਨੂੰ, ਹਵਾ ਨੂੰ। ਕਿਧਰ ਅਗਰ ਹਟਾ ਦਾਂਗੇ ਤੇ ਇੱਕ ਨੇ ਕੰਟਰੋਲ ਕਰਨਾ ਹੈ, ਪਰੀਆਂ ਨੇ ਆਪਣਾ ਉੱਤੇ ਜਦੋਂ ਰੱਖਣਾ ਹੈ, ਇੱਕ ਕੱਲਾ ਤੇ ਦੋ ਯਾਰਾਂ। ਸਮਝਿਓ, ਇਹ ਪਰੀਆਂ ਦਾ ਕਿਰਦਾਰ ਹੈ, ਬੜਾ ਵੱਡਾ ਕਿਰਦਾਰ। ਹਾਂਜੀ। ਅੱਛਾ ਇਹ ਲਿਆਓ ਜੀ, ਇਹ ਪੱਠੀ ਹੀਰਾ ਲਾਲ ਮਾਦੀ। ਹਾਂਜੀ, ਇਹ ਉਹਦੀ ਪੱਠੀ ਹੈਗੀ ਹੈ, ਉਸ ਕਬੂਤਰ ਦੀ ਇਹ ਬੇਟੀ ਹੈਗੀ ਹੈ। ਉਹ ਜਿਹੜਾ ਵੱਡਾ ਕਬੂਤਰ। ਹਾਂਜੀ, ਉਹ ਜਿਹੜਾ ਇੰਜ ਕਰਕੇ ਦਿਖਾਓ ਜ਼ਰਾ, ਇੰਜ ਕਰਕੇ ਇਹ ਬੱਚਾ ਦਿਖਾਓ। ਇੱਕ ਸੈਕਿੰਡ ਰੱਖਿਓ, ਇੱਕ ਸੈਕਿੰਡ ਕਰ ਜੀ, ਅੱਗੇ ਕਰੋ ਥੋੜਾ ਲੱਗ ਜਾਏ। ਨਹੀਂ ਉੱਥੇ ਉਂਝ ਹੀ ਰੱਖੋ ਜ਼ਰਾ। ਇੱਕ ਮਿੱਠਾ ਜੀ, ਇੱਕ ਹੋਰ ਛੋਟੀ ਯਾਰ, ਜੀ ਜੀ ਸਰ। ਇਹ ਉਹ ਪੱਠੀ ਜਿਹਦੇ ਬਾਰੇ ਲੋਕ ਬਾਰ-ਬਾਰ ਤਸਵੀਰ ਲਾਈ ਤੇ ਪੁੱਛਦੇ ਸੀ, ਇਹ ਉਹੀ ਪੱਠੀ ਹੈ। ਅੱਛਾ ਕਿਆ ਹੀ ਬਾਤ ਹੈ ਯਾਰ, ਕਿਆ ਬੜੇ ਲੋਕ ਪਸੰਦ ਕਰਦੇ ਜੀ। ਆ ਬੜ ਸਾਹਿਬ ਉਂਝ ਹੀ ਜ਼ਰਾ ਰੱਖੋ ਸਾਹਮਣੇ, ਮੈਂ ਇੱਕ ਤਸਵੀਰ ਵੀ ਇਹਦੀ ਖਿੱਚ ਲਾ, ਹੱਥ ਥੱਲੇ ਲਾਓ ਆਪਣਾ। ਕਿਆ ਹੀ ਬਾਤ, ਮਾਸ਼ਾਅੱਲਾ। ਨਹੀਂ ਠੀਕ ਹੈ, ਠੀਕ ਹੈ, ਚਲੋ ਜੀ ਆਖੋ। ਕਿਆ ਹੀ ਬਾਤ ਹੈ। ਤਨਵੀਰ ਭਾਈ ਨੇ ਇਹਦੇ ਬਾਰੇ ਕਰੋ ਕਮੈਂਟਸ, ਕੀ ਤੁਸੀਂ ਇਹਦਾ ਦੱਸ ਇਹਦੀ ਦਿਓ। ਅਸੀਂ ਫੇਸਬੁੱਕ ਤੇ ਲਾਈ ਹੈ ਇੱਕ ਤਸਵੀਰ ਇਹਦੀ, ਅੱਛਾ ਤੇ ਬਹੁਤ ਜ਼ਿਆਦਾ ਲੋਕਾਂ ਨੇ ਇਹਨੂੰ ਪਸੰਦ ਕੀਤਾ ਹੈ। ਅੱਛਾ ਤੇ ਅੱਜ ਤੁਹਾਨੂੰ ਸ਼ੌਕ ਕਰਾ ਰਹੇ ਹਾਂ, ਅੱਛਾ ਰਾਣਾ ਸਾਹਿਬ ਦੀ ਇਹ ਫੇਵਰਟ ਪੱਠੀ ਹੈ ਜੀ। ਅੱਛਾ ਜੀ, ਮਾਸ਼ਾਅੱਲਾ, ਬੜੀ ਚੰਗੀ ਪੱਠੀ ਹੈ, ਮਾਸ਼ਾਅੱਲਾ। ਸਰਕਾਰ ਹੈ ਲੜਕੇ ਤੇ ਜ਼ਬਰਦਸਤੀ ਤੇ ਮੇਰਾ ਗਿਰਬਾਨ ਫੜ ਕੇ ਆਈ ਹੈ, ਇਹ ਨਹੀਂ ਦੱਸਣਗੇ। ਹੈ ਜਿਹੜੀ ਮੇਰੀ ਹੋਮ ਬਰੀਡ, ਤੁਹਾਡੀ ਹੋਮ ਬਰੀਡ ਹੈ, ਮੈਂ ਤੁਹਾਡੀ ਨਹੀਂ ਨਹੀਂ, ਇਹ ਮਹਿਮਾਨ ਬਾਦਸ਼ਾਹ ਵੱਲ ਗਈ ਸੀ, ਵਾਪਸ ਆ ਗਈ। ਹਾਂਜੀ, ਮੈਂ ਮਹਿਮਾਨ ਗਈ ਸੀ ਮੇਰੇ ਵੱਲ, ਗਈ ਸੀ, ਵਾਪਸ ਆ ਤੇ ਗਈ, ਖਾਣਾ ਖੁਣਾ ਖਾ ਕੇ ਆ ਗਈ ਸੀ, ਲੰਚ ਕਰਕੇ ਆ ਗਈ। ਥੋੜੀ ਕਰੀਏ ਇੱਕ ਸੈਕਿੰਡ। ਇਹਦੀ ਤੇ ਬਹੁਤ ਜਿਹੜੇ ਲੋਕ ਨੇ ਨਾ, ਉਹਨਾਂ ਨੇ ਪ੍ਰੋਫਾਈਲ ਪਿਕਚਰ ਵੀ ਲਾਈ ਹੈ ਤੇ ਇੱਕ ਜਗ੍ਹਾ ਦੇਖੋ ਇੱਥੇ ਹੁਣ ਆਈ ਇੱਥੇ। ਕਿਆ ਹੀ ਬਾਤ ਹੈ, ਮਾਸ਼ਾਅੱਲਾ। ਕਿਆ ਹੀ ਖੂਬ ਕਬੂਤਰੀ, ਮਾਸ਼ਾਅੱਲਾ। ਕਬੂਤਰੀ ਵੇਖੇ ਪੂਰੀ ਗੁਣਾ ਦੀ ਪੂਰੀ, ਜਦੋਂ ਮੈਂ ਉੱਥੋਂ ਤੁਸੀਂ ਲਿਆਂਦੀ ਪਹਿਲੇ ਫੜ ਕੇ, ਵੈਸੇ ਉਹ ਹਾਈ ਕਿਆ ਹੀ ਬਾਤ ਹੈ, ਦਿਲ ਨੂੰ ਮਾਣ ਲੱਗੀ ਕਸਮ। ਸਰ ਇੰਜ ਵੇਟ ਹੈਗਾ ਜਿਸ ਤਰ੍ਹਾਂ ਸਿਰਫ ਪਾਰੀ ਪਾਰ ਹੈਗੇ ਨੇ ਵੇਟ। ਹਾਂਜੀ, ਰੂਈ ਦਾ ਗੋਲਾ ਹੈ, ਵੇਟਲੈਸ ਹੈਗੀ ਹੈ ਤੇ ਮੁਲਾਇਮੀਅਤ ਇੰਨੀ ਕੁ ਹੈਗੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਠੀਕ ਹੈ, ਉਹਦੇ ਬਾਅਦ ਇਹ ਦੇਖੋ ਅੱਲਾਹ ਪਾਕ ਨੇ ਇਹਨੂੰ ਕੀ ਕੁੰਦਾ ਦਿੱਤਾ ਹੈ। ਇਹ ਦੇਖੋ, ਜੋ ਬਾਪ ਦਾ ਕੁੰਦਾ ਸੀ ਉਹੀ ਇਹਦਾ ਕੁੰਦਾ ਹੈ। ਉੱਤੇ ਕਰੋ ਜ਼ਰਾ। ਇਹ ਦੇਖੋ, ਇਹ ਮਾਸ਼ਾਅੱਲਾ ਸਾਡੇ ਕੋਲ ਕਾਫੀ ਤਾਦਾਦ ਨਾਲ ਹੋ ਗਏ ਨੇ, ਅਲਹਮਦੁਲਿਲਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਅੱਛਾ ਤਨਵੀਰ ਸਾਹਿਬ ਬੱਚੇ ਇਨਸ਼ਾਅੱਲਾ ਅਗਲੇ ਸਾਲ ਇਹਦੇ ਇਹ ਵੇਖੋ, ਇਹਦੀ ਵੀ ਉਹੀ ਬਾਪ ਵਾਂਗਰ, ਉਹੀ ਕੁਆਲਿਟੀ ਹੈ। ਉਹ ਦੇਖੋ ਬਾਪ ਵਾਂਗਰ, ਜਿਸ ਤਰ੍ਹਾਂ ਉਹਦੀ ਬਗਲ ਤੇ ਕੱਟ ਹੈਗੇ ਸੀ ਉਂਝ ਹੀ ਇਹਦੀ ਬਗਲ ਤੇ ਕੱਟ ਨੇ। ਇਹ ਦੇਖੋ, ਇਹਦੇ ਪਰਦੇ ਦੇਖੋ, ਇਹਦਾ ਇਹ ਸਿਸਟਮ ਦੇਖੋ ਕੈਸਾ ਹੈ। ਫੜ ਲਿਆ, ਇਹ ਕਿਧਰ ਆਵਾਜ਼ ਜਾਂਦੀ ਹੈ ਨਾ, ਖਰ ਆਵਾਜ਼ ਆਏ, ਲੋਕਾਂ ਨੂੰ ਪਤਾ ਲੱਗੇ। ਇਹ ਵੇਖੋ ਕਿੰਨਾ ਇੱਕ ਪਰ ਕਿੱਡਾ ਤਾਕਤਵਰ ਤਰੀਕੇ ਨਾਲ ਫੜਦਾ ਦੂਸਰੇ ਪਰ ਨੂੰ। ਗੱਲ ਹੈਗੀ ਹੈ ਕਿ ਸਾਰੇ ਸਾਰਿਆਂ ਨੂੰ ਇਹ ਪਤਾ ਹੈ ਇਹਦੇ ਬੱਚਿਆਂ ਦੇ ਬਾਰੇ। ਠੀਕ ਹੈ ਜੀ, ਇਹ ਬੜੀ ਕੁਆਲਿਟੀ ਹੈ ਜੀ। ਮੈਂ ਤੇ ਇਸ ਕੁਆਲਿਟੀ ਨੂੰ ਬਹੁਤ ਜ਼ਿਆਦਾ ਪਸੰਦ ਕਰਨਾ। ਵੇਖੋ, ਇੱਕ ਵਾਰੀ ਅਰਬਾਜ਼ ਭਾਈ ਨੇ ਕਿਹਾ ਸੀ ਕਿ ਯਾਰ ਉਹ ਕਬੂਤਰ ਮੈਂ ਵੇਖਿਆ ਨੇ, ਮੈਂ ਕਬੂਤਰ ਨਹੀਂ ਦੇਖਿਆ, ਵਾਟੀ ਹੈਗੇ ਨੇ। ਇਹ ਵੇਖ ਲਓ, ਇਹ ਦੇਖੋ ਸਾਰੇ ਪਰਾਂ ਦੇ ਕਿੰਨੇ ਵੱਟ ਨੇ। ਇਹ ਗ੍ਰਿਪਾਂ ਨੇ ਇਹਦੀਆਂ, ਇਹ ਵੇਖ ਰਹੇ ਹੋ, ਇਹ ਲੋਕ ਸਿਸਟਮ ਹੁੰਦਾ ਹੈ। ਹੱਡੀ ਦੀ ਵੀ ਬੇਤਾਜ ਹੈ, ਜੋੜਾਂ ਦੀ ਵੀ ਬੇਤਾਜ ਹੈ। ਕਬੂਤਰੀ ਐਸੀ ਕਬੂਤਰੀ ਹੈ ਕਿ ਜਿਹੜੀਆਂ ਅਗਰ 1500 ਤੋਂ 2000 ਤੁਸੀਂ ਜਾਨਵਰ ਦੇਖੋ, 1500 2000 ਤੇ ਉਹਨਾਂ 'ਚ ਮੁਸ਼ਕਲ ਨਾਲ ਇੱਕ ਇਸ ਤਰ੍ਹਾਂ ਦਾ ਨਗ ਨਿਕਲਦਾ ਹੈ। ਮੁਲਾਇਮੀਅਤ ਦੇ ਲਿਹਾਜ਼ ਨਾਲ ਵੀ, ਅਸਾਲਤ ਦੇ ਲਿਹਾਜ਼ ਨਾਲ ਦੇਖੋ ਕਿਹੜੇ ਪਿਆਰ ਨਾਲ ਬੈਠੀ ਹੈ। ਅਸੀਲ ਵੀ ਪੂਰੇ ਨੇ, ਮਿੱਠੇ ਕਬੂਤਰ ਨੇ, ਤਰ ਕਬੂਤਰ ਨੇ। ਇਹ ਵੇਖੋ, ਇਹ ਦੇਖੋ ਕਿੰਨੇ ਪਰ ਨੇ। ਇਹ ਵੇਖੋ, ਇਸ ਗੱਲ ਤੋਂ ਮੈਨੂੰ ਆਗਾ ਸਾਹਿਬ ਦੀ ਇੱਕ ਗੱਲ ਯਾਦ ਆ ਗਈ। ਇਹ ਦੇਖੋ, ਇੱਕ ਦੋ ਸਾਡੇ ਨੇ ਸਵਾਲ ਕੀਤਾ ਸੀ ਆਗਾ ਸਾਹਿਬ ਨੂੰ ਪ੍ਰੇਮ ਕਬੂਤਰਾਂ ਦਾ। ਕਬੂਤਰੀ ਦਾ weight ਹੀ ਨਹੀਂ, ਸਿਰਫ ਪਾਰੀ ਪਰਨੇ ਆ ਦੇ ਉੱਤੇ। ਇਹ ਦੇਖੋ, ਹੱਡੀ ਨਿਕਲਦੀ ਨਹੀਂ। ਇਹ ਦੇਖੋ, ਦੇਖੋ ਗੁੱਛਿਆਂ ਦੇ ਗੁੱਛੇ। ਇਹ ਵੇਖੋ ਕਿਵੇਂ ਵੱਟ ਪੈ ਗਏ ਨੇ, ਵੇਖੋ। ਹਾਂਜੀ,
ਅੱਛਾ, ਇਹ ਗਰਮੀ 'ਚ ਬਹੁਤ ਕਰਦਾਰ ਜੇਠ 'ਚ ਇਹਨਾਂ ਪਰਾਂ ਦਾ ਜਿਹੜੇ ਬਿਲਕੁਲ ਜੀ, ਹਾਂਜੀ ਹਾਂਜੀ ਸੀਨੇ ਦੇ ਪਰ ਹਾਂਜੀ। ਥੋੜਾ ਵਾਧਿਆ ਕਰੋ ਨਾ ਦੋਸਤੋ। ਸਰ ਗੱਲ ਹੈਗੀ ਹੈ ਕਿ ਜਦੋਂ ਇੱਕ ਮੈਂ ਤੰਦੂਰ ਦੀ ਮਿਸਾਲ ਦੇਣਾ ਕਿ ਇੱਕ ਸਾਦਾ ਹੱਥ ਤੰਦੂਰ ਵਿੱਚ ਕਰੋ ਤੇ ਇੱਕ ਗਲਵਸ ਪਾ ਲਓ ਲੈਦਰ ਦੇ, ਜਾਂ ਮੈਂ ਰੂਈ ਦੇ ਹੀ ਗਲਵਸ ਕਹਿਣਾ ਪਾ ਲਓ ਤੇ ਕਰੋ, ਕਿਹਨੂੰ ਹੀਟ ਪਏਗੀ ਦੱਸੋ, ਕਿਹਨੂੰ ਹੀਟ ਪਏਗੀ? ਉਹ ਨੰਗੇ ਹੱਥ ਨੂੰ ਪੈਣੀ, ਨੰਗੇ ਹੱਥ ਨੂੰ ਪਏਗੀ ਨਾ। ਐਸੀ ਤਰ੍ਹਾਂ ਕੁਦਰਤੀ ਨਿਜ਼ਾਮ ਹੈ, ਜਦੋਂ ਕਬੂਤਰ ਬੁਲੰਦੀ ਤੋਂ ਆਪਣੀ ਜਗ੍ਹਾ ਤੇ ਆ ਕੇ ਖਲੋਂਦਾ ਹੈ, ਕਿਉਂਕਿ ਕਬੂਤਰ ਦਾ ਇੱਕ ਪੁਆਇੰਟ ਹੁੰਦਾ ਜਿੱਧਰ ਉਹਨੇ ਪ੍ਰਵਾਜ਼ ਪੂਰੀ ਆ ਕੇ ਖਲੋਣਾ ਹੁੰਦਾ ਹੈ। ਠੀਕ ਹੋ ਗਿਆ। ਉਧਰ ਜਦੋਂ ਉਹਨੂੰ ਟੈਂਪਰੇਚਰ ਦੀ ਝੰਬ ਵੱਜਦੀ ਹੈ ਨਾ, ਤੇ ਫਿਰ ਇਹ ਹੀ ਬਚਾਉਂਦਾ ਹੈ, ਪਰੇਲਪਨ ਹੀ ਬਚਾਉਂਦਾ ਉਹਨੂੰ। ਠੀਕ ਹੋ ਗਿਆ। ਪਰੇਲਪਨ ਜਿਹੜਾ ਮੁਲਾਇਮੀਅਤ ਵੀ ਇਸ ਕਬੂਤਰ ਦੀ ਲਾਜ਼ਮਨ ਹੋਏਗੀ, ਜਿਹੜਾ ਪਰੇਲ ਹੋਏਗਾ ਉਹ ਮੁਲਾਇਮ ਵੀ ਪੂਰਾ ਹੋਏਗਾ। ਬਿਲਕੁਲ ਸਹੀ। ਤੇ ਮੁਲਾਇਮ ਹੋਏਗਾ ਤੇ ਹਵਾ ਤਿਲਕੇਗੀ, ਧੁੱਪ ਵੀ, ਹੀਟ ਵੀ ਦੇਖੋ ਨਾ, ਪਾਣੀ ਸ਼ੀਸ਼ੇ ਤੇ ਪੈ ਕੇ ਰਿਫਲੈਕਟ ਹੁੰਦੀ ਹੈ ਨਾ, ਰਿਫਲੈਕਟ ਹੁੰਦੀ ਹੈ ਨਾ, ਇਸੇ ਤਰ੍ਹਾਂ ਮੁਲਾਇਮ ਕਬੂਤਰ ਤੇ ਰਿਫਲੈਕਟ ਹੁੰਦੀ ਹੈ ਤੇ ਖੁਰਦਰੇ ਕਬੂਤਰ ਨੂੰ ਪੂਰੀ ਖੁੱਭ ਜਾਂਦੀ ਹੈ। ਕਾਲਾ ਕਪੜਾ ਪਾਓ ਤੁਹਾਨੂੰ ਗਰਮੀ ਜ਼ਿਆਦਾ ਲੱਗੇਗੀ, ਚਿੱਟਾ ਪਾਓ ਗਰਮੀ ਘੱਟ ਲੱਗੇਗੀ। ਮੈਂ ਲੌਜੀਕਲੀ ਗੱਲ ਕਰ ਰਿਹਾ ਜੀ। ਤੇ ਐਸੀ ਤਰ੍ਹਾਂ ਇਹਦਾ ਹੈਗਾ ਕਿ ਜਿਹੜਾ ਕਬੂਤਰ ਮੁਲਾਇਮ ਹੋਏਗਾ ਉਹਦੇ ਤੇ ਨਾ ਧੁੱਪ ਖੜੀ ਹੋਏਗੀ ਤੇ ਨਾ ਉਹਦੇ ਉੱਤੇ ਹਵਾ ਖੜੀ ਹੋਏਗੀ, ਤੇ ਲੱਗ ਜਾਏਗੀ। ਬਸ ਇੰਨਾ ਹੀ ਫਰਕ ਹੈਗਾ। ਕਬੂਤਰ ਬਸ ਇਹ ਆਸਾਨ ਹੈ, ਲੇਕਿਨ ਉਹਨੂੰ ਮੁਸ਼ਕਿਲ ਬਣਾਇਆ ਗਿਆ ਹੈ। ਦੱਸੋਗੇ ਤਾਂ ਫੇਰ ਹੀ ਹੈ ਨਾ। ਦੱਸ ਰਹੇ ਹਾਂ ਹੋਰ ਸਰ ਕੀ ਦੱਸਦਾ ਕੋਈ ਵੀ ਨਹੀਂ, ਵਿੱਚ ਹੋਰ ਰੱਖ ਜਾਂਦੇ ਨੇ। ਹੁਣ ਦੱਸੋ ਮੈਂ ਕੀ ਰੱਖਿਆ, ਮੇਰੇ ਕੋਲ ਪੁੱਛੋ ਜੋ ਪੁੱਛਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਾਂ। ਖਾਣਾ ਪਾਣੀ ਦੱਸਦੇ ਨੇ, ਇਹ ਨਹੀਂ ਦੱਸਦੇ ਵੀ ਕਿਸ ਕੰਡੀਸ਼ਨ ਦੇਣਾ, ਕਿਹੜੀਆਂ ਦਵਾਈਆਂ ਦੇਣੀਆਂ, ਪਾਕਿਸਤਾਨ ਜਿਹੜੀਆਂ ਬਾਹਰ ਦੀਆਂ ਦੇਣੀਆਂ, ਇਹ ਨਹੀਂ ਦੱਸਦੇ। ਅੱਛਾ, ਇਹ ਕਬੂਤਰ ਪਰਵਰਾਂ ਦੇ ਹਵਾਲੇ ਨਾਲ ਤੁਸੀਂ ਗੱਲ ਕਰ ਰਹੇ ਸੀ। ਇਹ ਦਿਖਾਣਾ, ਹਾਂਜੀ ਦਾਓ ਜੀ ਕਬੂਤਰ, ਉਹ ਕੀ ਗੱਲ ਕਰ ਰਹੇ ਸੀ ਕਬੂਤਰ ਪਰਵਰਾਂ ਦੇ ਹਵਾਲੇ ਨਾਲ, ਕੋਈ ਦੋਸਤਾਂ ਦੇ ਬਾਰੇ ਤੇ ਗੱਲ ਕਰਨਾ ਚਾਹੁੰਦੇ ਸੋ ਲੇਕਿਨ ਉਹ ਕੀਤੀ ਨਹੀਂ ਹੈ। ਸਰ ਗੱਲ ਹੈਗੀ ਹੈ ਕਿ ਇਹ ਜਿਹੜੇ ਮੈਂ ਕਬੂਤਰ ਇਹਨਾਂ ਨੂੰ ਵੀ ਦਿੱਤੇ ਨੇ ਜਾਂ ਮੇਰੇ ਕੋਲ ਬਣੇ ਨੇ, ਉਹਨਾਂ ਹੀ ਮੇਰੇ ਇਕੱਲੇ ਦਾ ਕਿਰਦਾਰ ਨਹੀਂ ਹੈਗਾ। ਠੀਕ ਹੋ ਗਿਆ। ਮੇਰੇ ਬੜੇ ਦੋਸਤ ਉਹਦੇ ਹੀ ਸ਼ਾਮਿਲ ਹੈਗੇ ਨੇ। ਉਹਦੇ ਬਾਅਦ ਕਬੂਤਰ ਉਡਾਨ ਦੀ ਆ, ਦੇਖੋ ਨਾ ਇੰਜ, ਦੇਖੋ ਰਾਣਾ ਸਾਹਿਬ ਇਹ ਕਬੂਤਰ ਫੜੋ, ਦੇਖੋ ਤੁਸੀਂ ਇੰਜ ਲੱਗੇਗਾ ਕਿ ਕੁਝ ਫੜਿਆ ਹੀ ਨਹੀਂ ਹੋਇਆ। ਦੇਖੋ ਨਾ ਕਬੂਤਰ ਦੀ ਫੀਲ ਉਹਨਾਂ ਦੇ ਹੱਥ 'ਚ ਤੇ ਨਹੀਂ ਸੀ ਨਾ, ਉਹ ਹੱਥ 'ਚ ਆਇਆ ਤੇ ਉਹਨੇ ਆਪਣੀ ਫੀਲ ਦਿੱਤੀ ਹੈ ਕਿ ਮੇਰੀ ਇਹ ਫੀਲ ਹੈਗੀ ਹੈ, ਮੈਂ ਕਿਸੇ ਕੈਟਾਗਰੀ ਦਾ ਕਬੂਤਰ ਹਾਂ। ਤੇ ਗੱਲ ਹੈਗੀ ਹੈ ਕਿ ਦੋਸਤਾਂ ਦੇ ਨਾਲ, ਟੀਮ ਵਰਕ ਨਾਲ ਸਭ ਕੁਝ ਹੁੰਦਾ। ਕਬੂਤਰ ਅਗਰ ਅੱਛੇ ਤੁਹਾਡੇ ਕੋਲ ਹੈਗੇ ਨੇ ਤੇ ਉਹ ਅੱਛੇ ਦੋਸਤ ਹੋਣੇ ਜ਼ਰੂਰੀ ਨੇ। ਠੀਕ ਹੋ ਗਿਆ। ਸਭ ਤੋਂ ਪਹਿਲੇ ਤੇ ਮੈਂ ਉਹਦੇ 'ਚ ਆਪਣੇ ਉਸਤਾਦੇ ਮੋਹਤਰਮ ਦਾ ਨਾਮ ਲਵਾਂਗਾ, ਹਸਨ ਭਾਈ ਦਾ, ਠੀਕ ਹੋ ਗਿਆ। ਸੈयद ਹਸਨ ਇਮਾਮ ਨਕਵੀ ਸਾਹਿਬ ਨੇ। ਠੀਕ ਹੋ ਗਿਆ। ਉਹਦੇ ਬਾਅਦ ਮੁੰਤਜ਼ਿਰ ਭਾਈ ਨੇ, ਮੁੰਤਜ਼ਿਰ ਮਹਿੰਦੀ ਸਾਹਿਬ। ਮੁੰਤਜ਼ਿਰ ਮਹਿੰਦੀ ਸਾਹਿਬ। ਉਹਦੇ ਬਾਅਦ ਮੇਰੇ ਬਹੁਤ ਅੱਛੇ ਦੋਸਤ ਨੇ ਨੁਮਾਨ ਸ਼ੇਖ। ਅੱਛਾ ਸਮਝ ਲਓ ਤੇ ਮੇਰੇ ਕਬੂਤਰ ਉਹਨਾਂ ਦੇ ਹੀ ਨੇ। ਅੱਛਾ, ਠੀਕ ਹੋ ਗਿਆ। ਜਿਹੜੇ ਇੱਧਰ ਕਬੂਤਰ ਨੇ ਉਹ ਵੀ ਉਹਨਾਂ ਦੇ ਹੀ ਨੇ, ਕੈਨੇਡਾ ਵਾਲੇ ਜਿਹੜੇ ਨੋਮੀ ਸ਼ੇਖ ਸਾਹਿਬ ਨੇ, ਨੁਮਾਨ। ਠੀਕ ਹੋ ਗਿਆ। ਉਹਦੇ ਬਾਅਦ ਸਾਡੇ ਇੱਕ ਦੋਸਤ ਨੇ ਸਿੰਧੂ ਭਾਈ, ਜੋਨੀ ਸਿੰਧੂ, ਉਹ ਵੀ ਕੈਨੇਡਾ ਹੁੰਦੇ ਨੇ। ਸਰਦਾਰ ਭਾਈ ਨੇ। ਹਾਂਜੀ ਸਰਦਾਰ ਭਾਈ ਨੇ। ਉੱਥੇ ਸਾਹਮਣੇ ਆਉਂ ਅੰਦਰ। ਸਾਡੇ ਜਿਗਰ ਗੋਸ਼ੇ ਨੇ, ਅੱਛਾ, ਸਾਡੇ ਜਿਗਰ ਗੋਸ਼ੇ ਨੇ ਉਹ। ਠੀਕ ਹੋ ਗਿਆ। ਇੱਕ ਸੈਕਿੰਡ। ਅੱਛਾ, ਹੁਣ ਗੱਲ ਕਰੋ। ਜੋਨੀ ਸਿੰਧੂ ਸਾਹਿਬ ਨੇ ਨਹੀਂ, ਅੱਛਾ, ਨੋਮੀ ਭਾਈ ਨੇ। ਨੋਮੀ ਭਾਈ ਤੇ ਸਮਝ ਲਓ ਨਾ ਕਿ ਮੇਰੇ ਤੇ ਉਹਨਾਂ ਦੇ ਕਬੂਤਰ ਇੱਕ ਹੀ ਨੇ, ਠੀਕ ਹੋ ਉਹਦੇ ਦੋ ਹੋ ਗਏ ਨਹੀਂ, ਉਹ ਨਾ ਉਹਨਾਂ ਦੇ ਕੋਈ ਦੋ ਰਾਏ ਹੈਗੀ ਏ। ਠੀਕ ਹੋ ਗਿਆ। ਸਾਡੇ ਜਿਗਰ ਜਾਨੀ ਹੈਗੇ ਨੇ। ਮੇਰੇ ਕਬੂਤਰ ਬਣਾਉਣ ਦੇ ਵਿੱਚ ਉਹਨਾਂ ਦਾ ਕਿਰਦਾਰ ਬਹੁਤ ਜ਼ਿਆਦਾ ਹੈ। ਨਵੀਂ ਭਾਈ ਦਾ। ਨੋਮੀ ਭਾਈ ਦਾ, ਨਵੀਂ ਭਾਈ ਕਿੱਥੋਂ ਦੇ ਨੇ? ਕੈਨੇਡਾ ਦੇ। ਨੁਮਾਨ ਸ਼ੇਖ ਸਾਹਿਬ ਕੈਨੇਡਾ। ਠੀਕ ਹੋ ਗਿਆ। ਤੇ ਜਿਹੜੇ ਸਾਡੇ ਜੋਨੀ ਸਿੰਧੂ ਸਾਹਿਬ ਨੇ, ਹਾਂ, ਉਹ ਵੀ ਕੈਨੇਡਾ ਦੇ ਨੇ। ਠੀਕ ਹੋ ਗਿਆ। ਤੇ ਉਹ ਵੀ ਮਾਸ਼ਾਅੱਲਾ ਬੜੇ ਸਮਝਦਾਰ, ਤੇ ਇਨਸ਼ਾਅੱਲਾ ਤਾਲਾ ਰਹੀ ਜ਼ਿੰਦਗੀ ਤੁਹਾਨੂੰ ਲਾਈਵ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ। ਠੀਕ ਹੋ ਗਿਆ। ਤੇ ਤੁਹਾਨੂੰ ਬਲਕਿ ਆਪਣੇ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਦੋਸਤ ਨੇ, ਠੀਕ ਹੋ ਗਿਆ। ਉਹਦੇ ਇਲਾਵਾ ਸਵਿਟਜ਼ਰਲੈਂਡ ਦੇ ਨੇ, ਉਹਦੇ ਬਾਅਦ ਨੋਰਵੇ ਦੇ ਨੇ, ਮੁਖਤਲਿਫ ਮੁਲਕ ਮਮਾਲਿਕ ਦੇ, ਸਵਿਟਜ਼ਰਲੈਂਡ ਹੋ ਗਿਆ, ਉਹਦੇ ਬਾਅਦ ਫਿਰ ਆ ਜੋ ਓਮਾਨ, ਬਹਿਰੀਨ ਹੈ, ਸਾਰੇ ਤੁਹਾਨੂੰ ਇਨਸ਼ਾਅੱਲਾ ਤਾਲਾ ਦੋਸਤਾਂ ਨਾਲ ਮੁਲਾਕਾਤ ਕਰਾਵਾਂਗੇ ਜਿਹੜੇ ਸਾਡੇ ਕਬੂਤਰਾਂ ਦੇ ਆਸ਼ਿਕ ਵੀ ਨੇ ਤੇ ਸਾਡੇ ਨਾਲ ਬੜੀ ਮੁਹੱਬਤ ਕਰਦੇ ਨੇ। ਉਹਦੇ ਇਲਾਵਾ ਜਿਹੜਾ ਕੀ ਕਹਿੰਦੇ ਨੇ, ਮੇਰੇ ਬਿਲਾਲ ਸਲੀਮ ਭਾਈ ਦੋਸਤ ਹੈ, ਸ਼ਾਰਜਾ 'ਚ ਹੁੰਦੇ ਨੇ, ਤੇ ਉਹਨਾਂ ਨੇ ਮੈਨੂੰ ਉਧਰੋਂ ਚੀਨੇ ਗਿਫਟ ਭੇਜੇ ਸੀ ਕਮਗਰਾਂ 'ਚੋਂ। ਬੇਇੰਤਹਾ ਲਾਜਵਾਬ ਕਿਸਮ ਦੇ ਕਬੂਤਰ ਸੀ, ਬਹੁਤ ਹੀ ਐਕਸਟ੍ਰੀਮ ਲੈਵਲ ਤੇ ਉਹਨਾਂ ਨੇ ਰਿਜ਼ਲਟ ਦਿੱਤਾ। ਉਹ ਕੁਦਰਤੀ ਮੇਰੇ ਕੋਲ ਐਕਸਪਾਇਰ ਹੋ ਗਏ ਤੇ ਉਹ ਚੀਨੇ ਮੇਰੇ ਕੋਲ ਨਹੀਂ ਰਹੇ, ਲੇਕਿਨ ਉਹਨਾਂ ਨੇ ਬਹੁਤ ਅੱਛਾ ਰਿਜ਼ਲਟ ਦਿੱਤਾ। ਤਨਵੀਰ ਭਾਈ ਦੀ ਛੱਤ ਦੇ ਉੱਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਰਿਕਾਰਡਡ ਉੱਡੇ ਨੇ, ਆਸ਼ਿਕ ਹੈਗੇ ਸੀ, ਤੇ ਬਲਕਿ ਉਹ ਮੈਨੂੰ ਕਬੂਤਰ ਭੇਜਦੇ ਰਹਿੰਦੇ ਨੇ। ਫਿਰ ਉਹਨਾਂ ਨੇ ਮੈਨੂੰ ਚੋਈ ਸਾਹਿਬ ਵਾਲੇ ਟੈਡੀ ਵੀ ਹੁਣ ਭੇਜਦੇ ਨੇ ਸ਼ਾਰਜਾ ਤੋਂ। ਤੇ ਨੁਮਾਨ, ਨੋਮੀ ਸ਼ੇਖ, ਇਹ ਦੋਨੋਂ ਜਿਹੜੇ ਨਾ, ਇਹਨਾਂ ਕੋ ਮੈਂ ਇਲਮ ਹਾਸਿਲ ਕੀਤਾ ਹੈ ਉਡਾਨ ਦਾ। ਤੀਸਰਾ ਮੇਰਾ ਬਹੁਤ ਅੱਛਾ ਦੋਸਤ ਹੈ ਜਿਸਨੇ ਮੇਰੀ ਕਬੂਤਰਬਾਜ਼ੀ ਵੀ ਹੈਲਪ ਕੀਤੀ, ਤੇ ਉਹਦੇ ਨਾਲ ਬਹੁਤ ਜ਼ਿਆਦਾ ਡਿਸਕਸ਼ਨ ਹੁੰਦੀ ਮੇਰੀ ਦਾਣੇ ਪਾਣੀ ਦੀ ਹੋ ਗਿਆ।
ਖਲੀਫਾ ਯਾਸਰ। ਹਾਲਾਂਕਿ ਸਾਡੇ ਦੋਨਾਂ ਦਾ ਮੁਖਾਲਫ ਲੱਗਦਾ ਉਹ, ਲੇਕਿਨ ਉਹਨੇ ਕਦੀ ਇਹ ਹਿਸਾਬ ਨਹੀਂ ਕੀਤਾ ਕਿ ਅਗਰ ਅਸੀਂ ਕੁਛ ਉਹਦੇ ਕੋਲ ਪੁੱਛਿਆ ਤੇ ਉਹਨੇ ਨਾ ਦੱਸਿਆ ਏ। ਅੱਛਾ, ਖਲੀਫਾ ਯਾਸਰ। ਹਾਂਜੀ, ਖਲੀਫਾ ਯਾਸਰ ਸਾਹਿਬ ਰਾਈਵਿੰਡ। ਇਰਫਾਨ ਬੇਗ ਸਾਹਿਬ ਸਾਡੇ ਬਹੁਤ ਅੱਛੇ ਦੋਸਤ ਨੇ, ਉਹਨਾਂ ਨੇ ਸਾਨੂੰ ਕਦੀ ਸਾਡੇ ਕੋਲ ਕੁਝ ਨਹੀਂ ਛੁਪਾਇਆ। ਯਾਨੀ ਕਿ ਦੇਖੋ ਨਾ, ਇੱਕ ਸਾਰੇ ਵੱਡੇ ਉਸਤਾਦਾਂ ਦਾ ਇੱਕ ਮਜਮੂਆ ਹੈ ਜਿਹੜਾ ਅਸੀਂ ਸਿੱਖਿਆ। ਕੋਈ ਵੀ ਆਪਣੀ ਮਾਂ ਦੇ ਢਿੱਡੋਂ ਨਹੀਂ ਪੈਦਾ ਹੁੰਦਾ ਸਿੱਖ ਕੇ, ਸਿੱਖਦਾ, ਲੇਕਿਨ ਦੱਸਣਾ ਚਾਹੀਦਾ ਕਿ ਯਾਰ ਮੇਰੇ ਕਬੂਤਰ ਅਗਰ ਬਣੇ ਨੇ ਤੇ ਇਹ ਦੋਸਤਾਂ ਦਾ ਕਿਰਦਾਰ ਹੈ ਉਹਦੇ 'ਚ। ਮੈਂ ਅਗਰ ਦਾਣਾ ਪਾਣੀ ਦੱਸਿਆ ਜਾਂ ਦਾਣਾ ਪਾਣੀ ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਅੱਗੋਂ ਦੱਸ ਰਿਹਾ ਨਾ, ਤੇ ਪ੍ਰੈਕਟੀਕਲੀ ਜਿਹਨੇ ਕੀਤਾ ਹੈ ਖਲੀਫਾ ਯਾਸਰ, ਨੁਮਾਨ ਸ਼ੇਖ ਸਾਹਿਬ, और भी अगर किसी का मैं ना भुल जावां तो मैं माजरत खुआ। तो मैं ये भी कहांगा ये सारे दोस्तों का मैं बहुत शुक्रगुजार हाँ। अगर ये मेरे नाल ना होंदे तो शायद अज मैं इस कैमरे के अगे बह के इस तरह की गुफ्तगू ना कर सकता। भट्ट साहब एक सवाल उत्थे तुसीं बैठे सी ते मैं करना, तुसीं उस मैनूं क्या जी जी बाद विच जी 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 सवाल मेरा है कि बाज़ औक़ात परिंदा जिहड़ा ना उड़ रहा हुंदा है 1-2 बजे तक अच्छा उड़ रहा हुंदा, ठीक है जी जी। कोई उस्ताद आंदा वो आके उन्हें चेक करता, वो कहता है चला जाएगा। हाँ जी। हालांकि वो अकलमंद भी होंदा, प्रवासी भी होंदा, बड़ी अच्छियां प्रवासां दे रहा होंदा, मगर वो एक वक्त ते चला जांदा। की उन्होंने अंदर ऐसे परिंदे अंदर नक्स होंदा हाँ जी कि जेड़े वो परिंदे चले जांदे ने। मैं तुहानूं एक गल दसां, जिहड़ा तुसीं सवाल कीता ना बड़ा ही वड्डा ते बड़ी सोच वाला सवाल है। ਇਹ ਤੁਸੀਂ ਜਿਹੜਾ ਸਵਾਲ ਕਰ ਦਿੱਤਾ ਨਾ, ਇਹ ਤੁਹਾਨੂੰ ਅੱਧੇ ਤੋਂ ਜ਼ਿਆਦਾ ਉਸਤਾਦ ਇਹਦਾ ਜਵਾਬ ਦੇਣਾ ਜਿਹੜਾ ਨਾ ਉਹ ਮੁਨਾਸਬ ਨਹੀਂ ਸਮਝਣਗੇ। ਜੀ ਜੀ। ਕਿਉਂਕਿ ਇਹ ਕਬੂਤਰਬਾਜ਼ੀ ਨੂੰ ਨਾ ਅਗਰ 100 ਪੁਆਇੰਟਸ ਨੇ ਨਾ ਤੇ ਤੁਸੀਂ 100ਵੇਂ ਪੁਆਇੰਟ ਦਾ ਜਾ ਕੇ ਸਵਾਲ ਕਰ ਲਿਆ। ਤੇ ਮੈਂ ਇਸ ਵੀਡੀਓ ਦੇ ਹੀ ਬਹਿ ਕੇ ਗੁਫ਼ਤਗੂ ਕੀਤੀ ਸੀ ਕਿ ਜਿੱਧਰ ਤੱਕ ਮੈਨੂੰ ਜਿਸ ਚੀਜ਼ ਦਾ ਪਤਾ ਹੋਏਗਾ ਮੈਂ ਜ਼ਰੂਰ ਦੱਸਾਂਗਾ। ਜੀ ਜੀ। अगर समझदार ਜਿਹੜੇ ਸ਼ੌਕੀਨ ਹੋਣਗੇ ਸ਼ਾਇਦ ਉਹਨਾਂ ਨੂੰ ਮੇਰੀ ਇਸ ਗੱਲ ਦਾ ਜਵਾਬ ਤੇ ਪਹਿਲੇ ਹੀ ਮੈਂ ਦੇ ਚੁੱਕੇ ਹਾਂ। ਲੇਕਿਨ ਤੁਹਾਡੇ ਦੁਬਾਰਾ ਸਵਾਲ ਕਰਨ ਤੇ ਮੈਂ ਇੱਕ ਗੱਲ ਦਾ ਫਿਰ ਜਵਾਬ ਉਹਦਾ ਵਜ੍ਹਾ ਹੋਏਗੀ ਕਿ ਜਿਹੜੇ ਮੈਂ ਇਧਰੋਂ ਲੈ ਕੇ ਇਧਰ ਤੱਕ ਪੁਆਇੰਟ ਦੱਸੇ ਨੇ ਨਾ, ਉਹਦੇ ਵਿੱਚ ਉਹ ਕਮੀ ਜ਼ਰੂਰ ਹੋਏਗੀ ਕਿਧਰ ਨਾ ਕਿਧਰ। ਠੀਕ ਹੈ, ਜਾਂ ਤੇ ਉਹ ਜੋੜਾਂ ਤੋਂ ਕਮਜ਼ੋਰ ਹੋਏਗਾ, ਜਾਂ ਉਹ ਹੱਡੀ ਤੋਂ ਕਮਜ਼ੋਰ ਹੋਏਗਾ, ਠੀਕ ਹੋ, ਜਾਂ ਉਹ ਕਬੂਤਰ ਮੋਢੇ ਤੋਂ ਕਮਜ਼ੋਰ ਹੋਏਗਾ, ਅੱਖਾਂ ਤੋਂ ਇੰਨਾ ਤਰ ਨਹੀਂ ਹੋਏਗਾ, ਉਹ ਆਪਣੀ ਔਕਾਤ ਦੇ ਮੁਤਾਬਿਕ ਜ਼ੋਰ ਲਾ ਰਿਹਾ ਹੋਏਗਾ, ਆਪਣੀ एक ਟੈਂਪਰੇਚਰ ਤੇ ਕਰੋ ਜ਼ੋਰ ਲਾ ਸਕਦਾ। ਠੀਕ ਹੋ ਗਿਆ। ਉਸਤਾਦ ਨੂੰ ਪਤਾ ਹੋਏਗਾ ਕਿ ਇਹਦੇ ਜਾਂ ਕਮਜ਼ੋਰੀ ਹੈ, ਜਦੋਂ ਇਹ ਟੈਂਪਰੇਚਰ ਪਏਗਾ ਇਹਦੀ ਸਖਤ ਤੋਂ ਜ਼ਿਆਦਾ ਇਹਦੇ ਤੇ ਜ਼ੋਰ ਪਏਗਾ, ਬੋਲਡ ਹੋ ਜਾਏਗਾ। ਉਹ ਆਪਣੇ ਤਜਰਬੇ ਨਾਲ ਗੱਲ ਕਰੇਗਾ ਔਰ ਉਹ 100% ਉਹ ਠੀਕ ਵੀ ਹੋਏਗੀ। ਠੀਕ ਹੋ ਗਿਆ। ਕਿਉਂਕਿ ਜਿਹੜਾ ਇਸ ਤਰ੍ਹਾਂ ਦੀ ਗੱਲ ਕਰੇਗਾ ਉਹਨੇ ਕਬੂਤਰ ਹਾਥੀ ਫੜ ਕੇ ਉਹਦੇ ਨੁਕਸ ਦੇਖ ਲਏ ਹੋਣੇ ਨੇ। ਅਗਰ ਉਹਦੇ ਤਰਪਨ ਘਾਟੇ ਤੇ ਲਾਜ਼ਮਨ ਕਹੇਗਾ ਜਦੋਂ ਟੈਂਪਰੇਚਰ ਪਏਗਾ ਭਾਜੀ 44 ਤੇ ਕਬੂਤਰ ਉਸ ਦਿਨ ਉੱਤੋਂ ਨਹੀਂ ਨਿਕਲ ਕੇ ਬੈਠੇਗਾ। मतलब कि जिन्नियां ਅੱਖਾਂ ਦੀ ਕਮਜ਼ੋਰੀ ਉਹਦੀ, ठीक है, ਅੱਖਾਂ ਦੇ ਤਰਪਨ ਨਹੀਂ ਹੈਗਾ, ਟੈਂਪਰੇਚਰ ਪਏਗਾ ਕਹੇਗਾ ਯਾਰ ਇਹ ਬੋਲਡ ਹੋ ਜਾਏਗਾ। ਕਿਉਂਕਿ ਕਬੂਤਰ ਵਿੱਚ ਜਦੋਂ ਕੋਈ ਕਮੀ ਹੁੰਦੀ ਹੈ ਤੇ ਉਹ ਇੱਕ ਹੱਦ ਤੱਕ ਆਪਣਾ ਜ਼ੋਰ ਲਾਉਂਦਾ ਰਹਿੰਦਾ। ਠੀਕ ਹੋ ਗਿਆ। ਠੀਕ। ਉਹ ਕਮੀ ਜਦੋਂ ਉਹਦੀ ਲਿਮਿਟ ਤੋਂ ਵੱਧ ਚੀਜ਼ ਹੁੰਦੀ ਹੈ ਤੇ ਉਹ ਫਿਰ ਉਹ ਕਮੀ ਉਹਨੂੰ ਸਾਹਮਣੇ ਆਉਂਦੀ ਹੈ ਤੇ ਉਹ ਬੋਲਡ ਹੋ ਜਾਂਦਾ। अगर ਤੁਹਾਡੀ ਅਜੇ ਵੀ ਤਫਸੀਲ ਨਹੀਂ ਤੁਹਾਨੂੰ ਸਮਝ ਆਈ ਤੁਸੀਂ ਮੇਰੇ ਕੋਲ ਦੁਬਾਰਾ ਕੁਐਸਚਨ ਦੀ ਤਫਸੀਲ ਪੁੱਛ ਸਕਦੇ ਹੋ। मतलब अगर 10 ਕੁਆਲਿਟੀਆਂ ਨੇ ਤੇ 10 ਦੀਆਂ 10 ਪੂਰੀਆਂ ਹੋਣਗੀਆਂ, ਕੰਪਲੀਟ ਹੋਣਗੀਆਂ ਤੇ ਵਾਪਸੀ ਹੋਏਗੀ। ਫਿਰ ਉਹ ਪਰਿੰਦਾ ਵਾਪਸੀ। ਹਾਂਜੀ, ਉਹ ਜਿਹੜਾ ਕਬੂਤਰ ਵੇਖ ਕੇ ਕਹਿੰਦੇ ਨਾ, ਮੈਂ ਅਗਰ ਕਹਾਂਗਾ ਯਾਰ ਇਹ ਕਬੂਤਰ ਇਨਸ਼ਾਅੱਲਾ ਅਗਰ ਲੱਗੜ ਨਾ ਪਾੜੇ ਕਿਸੇ ਕੋਈ ਇਹਦੇ ਤੇ ਉੱਤੋਂ ਕੋਈ ਮਿਸਹੈਬ ਨਾ ਹੋ ਜਾਏ ਤੇ ਕਬੂਤਰ ਤੁਹਾਡਾ ਜੇਠ ਹੀ ਜਿਵੇਂ ਛੱਡੇਗਾ, ਉਹਦੇ ਚੋਂ ਪੁਆਇੰਟਸ ਹੋਣੇ ਕੰਪਲੀਟ ਜ਼ਰੂਰੀ ਨੇ। ਅਗਰ ਉਹਨਾਂ ਇਹ ਦੁਮ ਤੋਂ ਲੈ ਕੇ ਇਹਦੇ ਵਿੱਚ ਕੋਈ ਵੀ ਕਮੀ ਹੈ ਜੀ ਜੀ ਤੇ ਉਹ ਕਬੂਤਰ ਤੁਹਾਡੇ ਨਾਲ ਕਿਸੇ ਟਾਈਮ ਵੀ ਬੇਵਫਾਈ ਕਰ ਜਾਏਗਾ। ਬੇਵਫਾਈ ਉਹ ਨਹੀਂ ਕਰੇਗਾ, ਵਿਚਾਰੇ ਦੀ ਕਮਜ਼ੋਰੀ ਕਰ ਜਾਏਗੀ। ਹੁਣ ਲੋਕ ਆਮ ਤੌਰ ਤੇ ਕਹਿੰਦੇ ਯਾਰ ਇਹਦੀ ਪੂੰਛ ਵੱਡੀ ਹੈ ਤੇ ਸ਼ਾਮ ਤੱਕ ਉੱਡਦਾ। ਐਸੀ ਕਬੂਤਰ ਜੇ ਪੂੰਛ ਛੋਟੀ ਹੋਏਗੀ ਤੇ ਉਹ 45 ਦੇ ਹੀ ਵੀ ਸ਼ਾਮ ਤੱਕ ਉੱਡੇਗਾ। ਠੀਕ 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 ਹੋ। ਦੇਖੋ ਨਾ, ਇੱਕ ਬੰਦਾ ਹੈ, ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਬੁੱਢੀ ਪ੍ਰੈਗਨੈਂਟ ਸੀ ਤੇ ਉਹ ਟੇੜੀ ਮੇੜੀ ਹੋ ਕੇ ਉੱਠੀ ਤੇ ਉਹਦੇ ਬੰਦੇ ਨੇ ਨਾ ਉਹਦਾ ਮਜ਼ਾਕ ਬਣਾਇਆ ਤੇ ਉਹਨੇ ਨਾ ਤੇਲ ਦਾ ਡੱਬਾ ਲਿੱਤਾ ਉਹਦੇ ਢਿੱਡ ਤੇ ਟੇਪ ਨਾ ਬੰਨਤਾ ਤੇ ਉਹਨੇ ਕਿਹਾ ਹੁਣ ਤੂੰ ਢੁੱਡ ਫਿਰ ਤੂੰ ਮੇਰੇ ਤੇ ਹੱਸ ਰਿਹਾ ਸੀ ਤੇ ਉਹਦੇ ਕੋਲ ਟੁਰੇ ਤਸਮੇ ਬੰਨੇ ਸੀ ਤੇ ਤਸਮੇ ਨਹੀਂ ਬੰਨੇ ਜਾ ਰਹੇ ਸੀ। ਐਸੀ ਤਰ੍ਹਾਂ ਜਦੋਂ ਕਬੂਤਰ ਤੇ ਕੋਈ ਵੀ ਚੀਜ਼ ਐਕਸਟਰਾ ਬੰਨੀ ਜਾਏਗੀ ਨਾ, ਉਹ ਐਕਸਟਰਾ ਚੀਜ਼ ਲੈ ਕੇ ਉੱਡ ਰਿਹਾ ਹੋਏਗਾ। ਠੀਕ ਹੋ ਗਿਆ। ਠੀਕ। ਹੁਣ ਕਬੂਤਰ ਇੰਜ ਫੜਿਆ, ਇੱਕ ਹਿੱਸਾ ਹੈ ਜੀ, 1 2 3 ਇਹਦੇ ਹੀ ਕਬੂਤਰ ਖਤਮ ਹੋ ਜਾਏ। ਠੀਕ ਠੀਕ। ਤੇ ਜਿੰਨੀਆਂ ਨਸਲਾਂ ਨੇ ਨਾ, ਜਿੰਨੀਆਂ ਨਸਲਾਂ ਨੇ ਹਮੇਸ਼ਾ ਨਸਲ ਦੇ ਹਿਸਾਬ ਨਾਲ ਕਬੂਤਰ ਨੂੰ ਦੇਖੋ। ਹੁਣ ਤੁਸੀਂ ਇਹ ਕੁੰਦੇ ਨੂੰ ਦੇਖੋ ਜੀ, ਇਹ ਕੁੰਦਾ ਤੁਸੀਂ ਸਿਆਲਕੋਟੀ ਲੱਭੋ ਤੇ ਤੁਸੀਂ ਬੇਵਕੂਫ ਹੋ। ਸਿਆਲਕੋਟੀ ਨੂੰ ਸਿਆਲਕੋਟੀ ਦੇ ਹਿਸਾਬ ਨਾਲ ਦੇਖਣਾ। ਜਿਹੜੀਆਂ ਮੈਂ ਚੀਜ਼ਾਂ ਅਪਲਾਈ ਕੀਤੀਆਂ ਸਿਆਲਕੋਟੀ ਦੀ ਮੁਖਤਲਿਫ ਹੋਣਗੀਆਂ, ਕਮੱਗਰ ਦੀਆਂ ਮੁਖਤਲਿਫ ਹੋਣਗੀਆਂ, ਟੈਡੀ ਦੀ ਮੁਖਤਲਿਫ ਹੋਣਗੀਆਂ,
ਠੀਕ ਹੈ ਜੀ। ਤੇ ਤੁਸੀਂ ਅਗਰ ਇੱਕ ਹੀ ਚੀਜ਼ ਹੈ, ਇਹ ਕੁੰਦਾ ਤੁਸੀਂ ਸਿਆਲਕੋਟੀਆਂ ਲੱਭਣ ਲੱਗ ਜਾਓ ਤੇ ਤੁਹਾਨੂੰ ਬੰਦਾ ਡੰਡਾ ਫੜ ਲੇ ਤੇ ਤੁਹਾਡੀ। ਤੇ ਤੁਸੀਂ ਕਿਹੜੇ ਲਾਈਕ ਕਰਦੇ ਹੋ ਜ਼ਿਆਦਾ ਪਿੰਦੇ, ਕਿਹੜੇ ਬਲੱਡ ਲਾਈਨ ਨੂੰ ਤੁਸੀਂ ਲਾਈਕ ਕਰਦੇ ਹੋ? ਸਰ ਮੈਂ ਤੇ ਇੱਕ ਗੱਲ ਕਹਿਣਾ, ਟੈਡੀ ਹਰ ਵਕਤ ਰੈਡੀ। ਇਹ ਮੈਂ ਬੋਲਿਆ ਸੀ ਵੀਡੀਓ ਹੀ, ਤੇ ਉਸ ਤੋਂ ਬਾਅਦ ਇਹ ਮਸ਼ਹੂਰ ਹੋ ਗਿਆ ਸੀ। ਅੱਛਾ। ਟੈਡੀ ਜਿਹੜਾ ਨਾ, ਉਹ ਕਿਸੇ ਚੀਜ਼ ਦਾ ਮੁਹਤਾਜ ਨਹੀਂ, ਨਾ ਪ੍ਰਵਾਜ਼ ਦਾ ਮੁਹਤਾਜ ਏ, ਨਾ ਉਹ ਸਿਆਣਤ ਦਾ ਮੁਹਤਾਜ ਏ। ਉਹ ਕੰਪਲੀਟ ਕਬੂਤਰ ਹੈ। ਟੈਡੀ ਹੋਏ ਸਹੀ, ਕਲਸਿਰਾ ਕਲਦੁਮਾ ਗੁਲਾਬੀ ਅੱਖਾਂ ਦਾ ਕਬੂਤਰ, ਹਰ ਕਬੂਤਰ ਟੈਡੀ ਨਹੀਂ ਹੁੰਦਾ। ਜੀ ਜੀ। ਟੈਡੀ 'ਚ ਨਾ, ਟੈਡੀ ਲੀਆਂ 20 ਕੁਆਲਿਟੀਆਂ। ਅੱਲਾ ਪਾਕ ਸਾਡੇ ਲੈਜੈਂਡ ਉਸਤਾਦ ਨੇ, ਉਸਤਾਦ ਬਹੁਤ ਹੈ, ਇਹਨੇ ਵਾਕਿਆ ਸੁਣਾਇਆ ਸੀ ਕਿ ਮੈਂ ਤੇ ਮੀਆਂ ਸਾਹਿਬ ਇੱਕ ਜਗ੍ਹਾ ਸ਼ੌਕ ਕਰਨ ਗਏ ਤੇ ਉਧਰ ਇੱਕ ਟੈਡੀ ਕਬੂਤਰ ਸੀ, ਬੜਾ ਹੀ ਹਸੀਨ ਤੇ ਬੜਾ ਮੁਕੰਮਲ ਕਬੂਤਰ। ਮੈਂ ਵੇਖਿਆ ਤੇ ਮੈਂ ਕਿਹਾ ਕਿਆ ਬਾਤ ਹੈ। ਤੇ ਮੀਆਂ ਸਾਹਿਬ ਨੇ ਕਿਹਾ ਹੁਣ ਟੈਡੀ ਨਹੀਂ ਰਿਹਾ। ਉਹਨਾਂ ਨੇ ਕਿਹਾ ਕਿਉਂ ਮੀਆਂ ਸਾਹਿਬ? ਤੇ ਮੀਆਂ ਸਾਹਿਬ ਨੇ ਕਿਹਾ ਕਿਉਂਕਿ ਇਹਦੇ ਵਿੱਚ ਵਜੂਦ ਹੀ ਟੈਡੀਆਂ ਵਾਲਾ ਨਹੀਂ ਰਿਹਾ। ਠੀਕ ਹੋ ਗਿਆ। ਟੈਡੀ ਦਾ ਮਤਲਬ ਟੈਡੀ ਛੋਟਾ ਤੇ ਬਿਲਕੁਲ ਲਾਈਟ weight, ਉਹਦੇ ਤੇ ਵਜ਼ਨ ਨਾ ਹੋਵੇ। ਤੇ ਇਹੀ ਤੁਸੀਂ ਅਗਰ ਚੀਜ਼ ਸਿਆਲਕੋਟੀ ਤੇ ਅਪਲਾਈ ਕਰਦੇ ਹੋ ਤੇ ਸਿਆਲਕੋਟੀ ਅਗਰ ਹਲਕੇ weight ਦਾ ਹੋ ਗਿਆ ਤੇ ਖਿੱਚਵੇਂ ਵਜੂਦ ਦਾ ਹੋ ਗਿਆ ਤੇ ਸਿਆਲਕੋਟੀ ਨਹੀਂ। ਠੀਕ ਹੋ ਗਿਆ। ਤੇ ਕਬੂਤਰ ਅਗਰ ਕੰਪਲੀਟ ਕਬੂਤਰ ਨਹੀਂ ਤੇ ਉਹ ਕਮੱਗਰ ਕਬੂਤਰ ਨਹੀਂ, ਉਹ ਲਾਲ ਅੱਖਾਂ ਦਾ ਕਸੂਰੀ ਕਬੂਤਰ ਨਹੀਂ। ਠੀਕ ਹੋ ਗਿਆ। ਸਪੀਡ ਨਹੀਂ ਤੇ ਕਮੱਗਰ ਨਹੀਂ। ਕਬੂਤਰ ਸਪੀਡ ਅਗਰ ਲੈਣੀ ਹੈ ਤੇ ਕਮੱਗਰ ਕੋ ਲੈਣੀ ਹੈ, ਤਾਂ ਮੁਲਮਜ਼ਾਜੀ ਲੈਣੀ ਹੈ ਸਿਆਲਕੋਟੀ ਕੋਲੋਂ ਲੈਣੀ ਹੈ। ਤੇ ਮੁਕੰਮਲ ਕਬੂਤਰ ਜਿਹਨੂੰ ਕਿਸੇ ਚੀਜ਼ ਦੀ ਮੁਹਤਾਜੀ ਨਹੀਂ, ਉਹ ਟੈਡੀ। ਬਟ ਸਾਹਿਬ ਤੁਸੀਂ ਉਹ ਫਿਰੋਜ਼ਪੁਰੀ ਕਬੂਤਰ ਦਾ ਜ਼ਿਕਰ ਵਿੱਚ ਕਿਤੇ ਵੀ ਨਹੀਂ ਕੀਤਾ ਸਾਰੀ ਗੁਫ਼ਤਗੂ ਦੇ ਵਿੱਚ, ਜਦੋਂ ਬਸ ਤੁਸੀਂ ਹਾਂ ਜੀ ਬਿਲਕੁਲ। ਫਿਰੋਜ਼ਪੁਰੀ ਜਿਹੜਾ ਨਾ ਹਰ ਕਬੂਤਰ ਦੀ ਬੈਗ ਦੇ ਉੱਤੇ ਫਿਰੋਜ਼ਪੁਰੀ। ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਤੇ ਕਹਿੰਦਾ ਕਿ ਜਿਹੜੇ ਫਿਰੋਜ਼ਪੁਰੀ ਕਬੂਤਰ ਤੇ ਰਾਮਪੁਰੀ ਕਬੂਤਰ, ਜੀ ਜੀ, ਇਹ ਰਾਇਲ ਫੈਮਿਲੀ ਹੈ। ਜੀ। ਇਹਨਾਂ ਦਾ ਤੇ ਜਿਸ ਤਰ੍ਹਾਂ ਕਹਿੰਦੇ ਨਾ ਕਿ ਇਹ ਬਰੀਡਾਂ ਨਾਲ ਇਹਨਾਂ ਦਾ ਜ਼ਿਕਰ ਵੀ ਨਹੀਂ ਕਰਨਾ ਚਾਹੀਦਾ। ਅੱਛਾ ਜੀ। ਉਹਦਾ ਜ਼ਿਕਰ ਵੀ ਲੱਗ ਕਰਨਾ ਚਾਹੀਦਾ। ਜੋ ਕਬੂਤਰ ਕੰਪਲੀਟ ਹੈ ਉਹਦਾ ਹੀ ਫਿਰੋਜ਼ਪੁਰੀ ਤੇ ਰਾਮਪੁਰੀ ਹੋਣਾ ਜ਼ਰੂਰੀ ਹੈ। ਅਗਰ ਉਹਦਾ ਹੀ ਫਿਰੋਜ਼ਪੁਰੀ ਹੈ ਤਾਂ ਕੰਪਲੀਟ ਹੈ, ਫਿਰੋਜ਼ਪੁਰੀ ਨਹੀਂ ਤੇ ਰਾਮਪੁਰੀ ਹੈ ਤੇ ਕੰਪਲੀਟ ਹੈ। ਉਹਦੇ ਵਿੱਚ ਬੇਸ਼ੱਕ ਕਮੱਗਰ ਨੇ, ਉਹਦੇ ਹੀ ਬੇਸ਼ੱਕ ਟੈਡੀ ਹੈ, ਉਹਦੇ ਬੇਸ਼ੱਕ ਕੋਈ ਵੀ ਨਸਲ ਦਾ। ਇੱਧਰ ਦੀ ਕਰਕੇ ਲੋਕ ਕਹਿੰਦੇ ਸਿਆਲਕੋਟੀ। ਮੇਰਾ ਜਿਹੜਾ ਨੌਲੇਜ ਹੈ ਤੇ ਮੈਂ ਜਿਹੜੇ ਉਸਤਾਦਾਂ ਨਾਲ ਬਜ਼ੁਰਗਾਂ ਨਾਲ ਬੈਠਿਆ ਸੀ, ਸਿਆਲਕੋਟੀਆਂ ਦੀ ਵੀ ਬੁਨਿਆਦ ਫਿਰੋਜ਼ਪੁਰੀ ਕਬੂਤਰ ਨੇ। ਸਿਆਲਕੋਟੀ ਫਿਰੋਜ਼ਪੁਰੀ ਕਬੂਤਰਾਂ ਦੀ ਜੰਮ ਪਾਲੇ, ਠੀਕ ਹੋ। ਉਹਨਾਂ ਤੋਂ ਇਹਨਾਂ ਨੂੰ ਝੱਗ ਲੱਗੀ ਏ। ਫਿਰੋਜ਼ਪੁਰੀ ਜਿਹੜਾ ਸਿਆਲਕੋਟੀ ਕਬੂਤਰ ਸੀ, ਇਹਦੀ ਹਿਸਟਰੀ ਕੀ ਹੈ ਦੱਸੋ ਮੈਨੂੰ ਤੁਸੀਂ। ਹਿਸਟਰੀ ਤੁਸੀਂ ਆਖਰ ਕਬੂਤਰਬਾਜ਼ ਹੋ ਤੁਸੀਂ ਵੀ। ਜਿਹੜਾ ਫਿਰੋਜ਼ਪੁਰੀ ਉਹਦੀ ਤਾਂ ਇੱਕ ਹਿਸਟਰੀ ਹੈ ਪਿੱਛੋਂ। ਸਿਆਲਕੋਟੀਆਂ ਦੀ ਕੀ ਹਿਸਟਰੀ ਹੈ? ਅਲੀ ਅਲਿਆਂ ਦੀ ਕੀ ਹਿਸਟਰੀ ਹੈ? ਇਹ ਫਿਰੋਜ਼ਪੁਰੀਆਂ ਦੀ ਹੀ ਅੱਗੋਂ ਬ੍ਰਾਂਚਿਸ ਨੇ। ਨਹੀਂ ਇਹ ਜਿਹੜਾ ਅਲੀ ਅਲਾ ਉਹਦੇ ਬੈਕ ਸਾਈਡ ਤੇ ਸੁਣਿਆ ਕਿ ਉਹਦੇ ਫਿਰੋਜ਼ਪੁਰੀ ਨੇ, ਬਾਕੀ ਜਿਹੜੇ ਦੂਸਰੇ ਨੇ ਸਾਰੇ ਨਲਾਹਟ ਅਲੀ ਅੱਖ ਨੂੰ ਮੇਰੀ ਥੋੜੇ दिन पहले अल्लाह पाक से ज़िंदगी दे, साढ़े बड़े अच्छे दोस्त ने जवाद समद भाई हैं, हमारे बड़े भाई हैं, उनसे डिस्कस हो रही थी कबूतरों के बारे में, मियाँ साहब के कबूतरों के बारे में। तो उन्होंने बात हो रही, तो मैंने उन्हें एक सवाल किया। मैं कहा ये जो चिट्टी ज़मीन है, ये कबूतरों में सफ़ेद ज़मीन करने वाला कौन सा कबूतर है? अच्छा। तो वहाँ पे हमारी डिस्कस, वो मेरे से सीनियर भी हैं, बहुत काबिल भी हैं, और अल्लाह पाक उन्हें सेहत ज़िंदगी दे, बहुत अच्छी नेचर के इंसान भी हैं। तो उन्होंने भी बातें की। मैं एक चीज़ जानता हूँ कि जिस कबूतर में ज़मीन सफ़ेद आई है या नीली आई है, जी जी, सफ़ेद और नीली, इन दोनों के पीछे जो है ना फिरोज़पुरी कबूतर और रामपुरी कबूतर है। इन दो ज़मीनों को इन दो कबूतरों के अलावा कोई नहीं ला सकता। और ये देखें, अब मैं आपको मिसाल देता हूँ। ये कबूतर का कुंदा खोला है, जी जी, इसमें ये जो स्लेटी पार आ रहे हैं ना, इसमें दो किस्म के पार हैं, आप गौर से देखें। जी जी जी, एक ये स्लेटी है जी, और एक ये सुर्खी माइल है, हाँ जी हाँ जी, नजर आ रहे हैं। जी जी, ये स्लेटी पार बता रहे हैं कि इस कबूतर के अंदर फिरोजपुरी कबूतर मौजूद है। ठीक हो गया। इसमें वो नीला रिंग भी दे रहा है अपना, सही है, ठीक है जी। बिल्कुल बिल्कुल। तो फिरोजपुरी कबूतर जिसमें है उसमें मुलायमियत भी है, उसमें सियानत भी है, उसमें परवाज भी है। मगर भट्ट साहब एक बात ये है, जो आजकल दौर चल रहा है ना, जो आजकल फिरोजपुरी चल रहे हैं, जी जी, ठीक है, आजकल फिरोजपुरी कबूतर रहे ही नहीं, चल क्या रहे हैं आजकल, है ही नहीं फिरोजपुरी। बात सुना मैंने जो सुना है ना कि बैक एंड पे जब इंडिया में जो फिरोजपुरी हैं या थे पहले, और रामपुरी जो थे, ना तो उनके कलर ये थे ना ही उनकी आंखें ये थी, ठीक है। अब जो चल रहे हैं वो ज़्यादा डार्क ग्रे के, लाइट ग्रे के, वो कोई कहता है ये सियालकोटी क्रॉस है, ये वो। बहरहाल वो वाले कबूतरों में और अब के कबूतरों में ना फ़र्क है काफ़ी। तो कैसे डिफाइन किया जाएगा कि यार ये इनके बैक एंड पे कौन से वाले हैं?
पहले तो मैं एक आपकी ना इंफॉर्मेशन में इजाफा कर दूं कि मुझे आज से 10-15 साल पहले लोग ना उस्मान भट्ट बांके वाले के नाम से जानते थे। बांके रामपुरी फिरोजपुरियों के नाम से जाना जाता था। मैं कराची में मैंने हज़ारों की तादाद में ये कबूतर सेल किए हैं, भेजे हैं वहाँ पे। तो इसलिए मैं इनकी हिस्ट्री को ना काफ़ी डीपली जानता हूँ। पहली बात यह है कि फिरोजपुरी एक आँख में नहीं, एक रंग में नहीं, ये बिल्कुल बेवकूफ़ाना गुफ्तगू है कि कहना कि ऐसा रंग ही सी नहीं। 3 रंगों में फिरोजपुरी था, 3 रंगों में रामपुरी था, 3 आंखों में फिरोजपुरी था, 3 आंखों में फिरोजपुरी था। एक आसमानी आंख थी, चांदी आंख थी और बोस की आंख थी। ये फिरोजपुरी की भी थी, यही रामपुरी की थी। रामपुरी और फिरोजपुरी में ये फ़र्क था, फिरोजपुरी फिरोजी रंग का था, फिरोजी पंजों का था, फिरोजी पलक का था, फिरोजी नोक, वो ग्रे को कहते हैं, ग्रे को फिरोजी कहते हैं। जी। और जो रामपुरी था वो जम्मू पत्ती कहते हैं, जो ऊपर वी बनती है, कथई शेड और जम्मू, गाटा भी उसका जम्मू था, आंखें उसकी भी 3 कलर में। तो ये आपके सवाल का जवाब हो गया कि जो लोग जिस कलर को कहते हैं उन्होंने वही कलर देखा। और पाकिस्तान में इंट्रोड्यूस करवाने वाले थे इन्हें खान साहब, खान बरादरान, दिलावर खान साहब और लाला फरीद खान साहब। इनके पास, दिलावर खान साहब के पास रेतली आंखों के थे। सही हो गया, अब सुने गौर से। जी। दिलावर खान साहब के पास जो कबूतर थे फिरोजपुरी, वो रेतली आंखों के थे, यानी कि उनके अंदर काले जर्रे थे, सीमटेड आंखें थी। लाले फरीद के पास फिरोजपुरी कबूतर नीली आंखों में थे। ठीक हो गया। इन दोनों के पास, अब देखें, सीमटेड आंख के अंदर से बोस की आंख निकलती थी। हाँ जी। सीमटेड आंख को आप जब थोड़ा सा साफ करेंगे तो वो वाइट हो जाएगी। उसको आप ज़मीन की बेस रख के चलाएंगे तो वाइट हो सकती है। उस आंख के अलावा कोई आंख वाइट नहीं कर सकती। अगर आपको लगता है कि कोई और आंख वाइट कर सकती है तो आप बताएं। नहीं, ठीक हो गया, काफ़ी। सीमटेड को और बोस्की को जहाँ मिलाएंगे वो वाइट आंख बन जाएगी। सीमटेड को और बोस्की को जहाँ आप आपस में मिलाएंगे, आप कलर कम्बिनेशन करके देख लेना, जिधर ऐसे मिलाएंगे बोस्की शेड जो है उसको चमक में ला के ग्रे शेड को वाइट शेड में ले आएगा। ठीक हो गया, ठीक है। ठीक हो गया। आपने जो कन्फ्यूजन जो है ना वो क्लियर कर दिया, ये डेफिनेशन करके ना। ये एक ज़हन में सवाल आता था, लोग कहते हैं कि जी हमने पहले दौर में इस कलर के देखे थे, ये आपने वाज़ेह कर दिया कि ये 3 तरह के थे, रामपुरी भी और फिरोजपुरी। बिल्कुल ऐसे ही। और उनके कलरों में भी थोड़ा बहुत ऐसे ही डिफरेंट था। बिल्कुल ये बहुत अच्छी बात है। दोस्तों के नॉलेज में भी काफ़ी उसका उनको फ़ायदा हुआ। सलारे पल्लों में भी थे। ठीक हो गया, ठीक हो गया। सफ़ेद पल्लों में भी थे, सलाइयों वाले पल्लों में भी थे, 20 के 20 सलारे पल्लों में भी थे, ठीक हो गया। जालदार रंग में भी थे, कलसिरे कलदुमे छापों वाले भी कलर में थे ये कबूतर। लेकिन जो इनमें डोमिनेट रंग था वो फिरोजी शेड में जाते थे फिरोजपुरी कबूतर, और रामपुरी जम्मू पत्ती में आते थे कबूतर। आजकल लोगों ने ये जो रामपुरी है ना परिंदे, जी जी, जितने जाग चीने परिंदे बने ना वो सबको रामपुरी कहना शुरू कर सर। राख चीने, ये मैं आपको एक बात बता दूं, मैंने आज से 25-26 साल पहले चीने कबूतर रामपुरी देखे हुए हैं। अच्छा। मेरे पास नहीं थे, लेकिन मैंने एक बड़े बुजुर्ग उस्ताद के पास, जो आज से 25 साल पहले 70 से 80 साल की उम्र का था, उसके पास चीने कबूतर देखे थे जो बकौल उनके प्योर रामपुरी कबूतर थे। उनकी आइज किस कलर की थी? उनकी आइज बोस्की कलर की थी। जिस तरह ट्यूबलाइट होती है ना, ट्यूबलाइट को थोड़ा सा बोस्की शेड में कर दें, इस तरह रात के टाइम भी ट्यूबलाइट की तरह वो जलती थी आंखें। ठीक। क्योंकि बेसिकली तो इनकी जम्मू पत्ती है ना, जम्मू पत्ती को जब आप ज़्यादा आपस में आप किसी भी चीज़ को हमता ज़्यादा करेंगे ना, वो शेड को भरना शुरू कर देगी। ठीक हो। वो कई जगहों पे वो चीनों में भी शक्ल में थे, लेकिन ये ब्लैक हॉर्स कबूतर अलग कबूतर हैं। ठीक हो गया। चीने कबूतर आप देखें ना, उनमें बड़ा फ़र्क आया था। वो जो आप ब्लैक हॉर्स कबूतरों की बात कर रहे हैं ना, वो अलग कबूतर हैं, वो चीने अलग हैं। जिन चीनों की मैं बात कर रहा हूँ वो एक अलग कबूतर थे, वो सिमेट्री वाइज बहुत ज़बरदस्त कबूतर थे। अब तो लोगों ने वो ब्लैक हॉर्स कबूतरों को काले चीने कबूतर, वो मोटे मोटे खोपड़ों वाले इधर उधर करके, चौड़े चौड़े सीने ते वजनी कबूतर। फिरोजपुरी कबूतर हो या रामपुरी कबूतर, उसकी एक मेन पहचान है, परों का गुच्छा होगा। ठीक हो गया। पारी पार होंगे उस पे ना, आपको कुछ उसके ऊपर मांस तो मिलना ही नहीं आपको। आपने कहना यार आप पारी पारने, उधर सीना कटना शुरू करोगे, निकलना ही नहीं। ठीक हो गया। सबसे मेन इसका पॉइंट है कि ये कबूतर, आप लोगों का आम क्वेश्चन होता है, मेरे से बड़े बड़े अच्छे उस्ताद ने, नदीम असगर भाई ने सवाल किया कि कबूतर अगर आपका खुश्क हो जाए जी तो उसको तर करने के लिए क्या करना चाहिए।
लो जी, जिस मर्जी दोस्त के कबूतर ख़राब होके खुश्क हो जाएं, जी उसमें फिरोजपुरी पर घुसा दे, जी। सारी सख्ती ख़त्म हो जाएगी, मुलायमियत का पहाड़ बन जाएंगे, ठीक न तीलियाँ मुलायम हो जाएंगी। अगर वो परों उनकी परों की जात कम हो गई है, प्रेल कम हो गया, प्रेल भी हो जाएंगे, उनकी सारी कमियां निकाल के साइड पे कर मतलब कि अगर हार्ड हो जाता है कोई भी परिंदा, हाँ तो जी। उसको फिरोजपुरी में डालकर उसको बहाल सॉफ्ट किया जा हाँ जी बिल्कुल, इसलिए तो रॉयल फैमिली कहा जाता है कि ये ऐसी डाई है कि ये हर एक को अपने मुताबिक डाल लेती है। मतलब फिरोजपुरी और रामपुरी, ये दो फिरोजपुरी bloodline हैं? रामपुरी, हाँ जी। ठीक हो गया, ठीक हो गया। तो भाट साहब, मैंने ना रामपुरी अब तो नहीं, वो जो मैंने देखे थे आज से कोई 20 25 30 साल पहले लगा लें, जी जी वो मैंने देखा था कि वो ऊपर उनके छठे थे थोड़े बहुत, जी जी पर वो में ना कच्चे कलर का उनके पर थे, बिल्कुल होता है। ठीक है जी जी। और कोटा उनका ऐसे स्याह था पेंट जैसे था। हाशिया हाँ लगा के जी। वो और इतने इतने लंबे उनके ऊपर ना वो होते थे फूल, जी जिस तरह हमारे बाल नहीं होते बाल, इस तरह बाल ट्रांसपेरेंट बाल, आगे से 3 मुंह होते हैं उनके, जी 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 वो उन पे ऐसे खिल रहे होते थे। जी जी। सर यही तो तरपन है, यही तो मुलायमियत है। अब आपको कहाँ कबूतरों में नजर आती? बहुत कम कबूतरों में ये चीज नजर आती है। वो वैसे भी वो नजर ही नहीं आते हाँ जी। आजकल ना। लोग अब एक बात कहते हैं कि यार हुन कोई नस्ल नहीं कोई डिवेलप होंदी, मियाँ साहब की जिंदगी जो नस्लां बनाते सी, मियाँ साहब तो फिर इससे जो ये हमारी सदी गुजरी है उसके लेजेंड थे, हीरो, वो तो कोई नहीं बन सकता। और अब आप मुझे बताएं कि कितनी प्योर नस्लें मिलती हैं जिनसे आप नस्ल डेवलप कर सकें? अब नस्ल प्योर नस्ली कबूतर मिलते ही नहीं है। जी जी जी। अब तो जो है वो बड़ी स्पीड का शौक चल रहा है कि आज अगर 7 बजे ने अगले साल लोगों की कोशिश है कि असी 8 बजे नीचे 1 मिनट होए थे कबूतर बैठन। कबूतर को जो है ना वो प्रमोशन इतनी ज़्यादा दे रहे हैं, उसको जी स्पीड से परवाज़ की तरफ बढ़ा रहे हैं, उसकी नस्लों को ख़त्म करते जा रहे हैं और इनमें परवाज़ों को बढ़ा रहे हैं। भाट साहब, जिस नहज पे ये पहुंच गई है इस वक्त कबूतरबाजी और जिस तरफ जा रही है, तो आपका क्या ख्याल है कि बेहतरी की तरफ जा रही है कि ये अब खराबी की तरफ जा यार रही है? देखें, पहले तो मैं माजरत करके ना, देखें मेरा अगर किसी भी दोस्त या भाई या उस्ताद से इख्तलाफ हो बात में तो मैं उनसे पहले माजरत कर लेता हूँ। लो जी, मेरा माजरत है सब दोस्तों से, भाइयों से, उस्तादों से। अगर किसी की बात के साथ मेरी बात कन्फ्लिक्ट कर रही हो, उसे बुरा लग रहा हो, तो मैं माजरत करता हूँ। और मेरी सियालकोट वालों को एक रिक्वेस्ट है कि शौक़ को शौक़ रहने दें, उसे जुआ खाना ना बनाएं, उसको ख़राब ना करें, इसकी प्रमोशन करें, इसको शौक़ को शौक़ रहने दें, इसको ना एक कारोबार का अड्डा ना बनाएं कि वो शौकीनों का भी शौक़ ख़राब होता है उससे। तो मेहरबानी, अगर उनको अगर शौक़ है, अगर वो उन्होंने इसे कारोबार बनाया हुआ, तो मेरे ख्याल से इसको अपने हद तक रखें, उसको फैलाएं ना, लोगों का शौक़ ना ख़राब करें कि लोग जो है ना इसको कारोबार बना के फिर गरीब इंसान का जो शौक़ है ना वो ख़त्म ही हो जाए। तो वो किसी पर बाजी लान जाए तो कहे भाई मेरे ना गड्डी ला ला, तो फिर ये शौक़ थोड़ी हुआ, ये तो एक कारोबार हो गया है। जी तनवीर भाई, तो मेरा एक रिक्वेस्ट है कि शौक़ नूं शौक़ दी हत्ती कर रहन दिता जाए। मेरी गल बुरी लगी होए तो मैं माजरत खुआया उस्तादां कोलों। जी भाट साहब, जो मैंने सवाल किया था उसकी तरफ आ जी जी मैंने ये पूछा था कि जिस नहज पे ये पहुंच गई है ना जी जी कबूतरबाजी, ये बेहतरी की तरफ आगे जा रही है कि खराबी की तरफ जा रही है? सर, हमेशा जो है ना, देखें मैं बताता हूँ कि हमेशा जो है ना हर चीज़ वो अपग्रेड होती है। जी जी ये दुनिया का सूल है जी जी कि हर चीज़ में प्रमोशन है, नीचे की तरफ कोई चीज़ भी नहीं जाती, हमेशा ऊपर की तरफ जाती है जब तक ये दुनिया रहेगी। ये इंसानों की गलत फहमियाँ कुछ लोगों की कि ये ख़राब हो रही है, नहीं, इसने अपग्रेड होना है। आप मुझे बताएं, मैं आपको आसान सी मिसाल सारों के लिए देता हूँ। आज से 20-22 साल पहले 3310 था। जी 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 3310 से नोकिया ने प्रमोशन की, N72 आ गया, इस तरह है। उसले क्या जाता सी यार इस तरह करके इस तरह का मोबाइल आएगा, तो लोग मानते ही नहीं सी। फिर वो देखो अपग्रेड होंदे, अज इस तरह का मोबाइल आ गया मेरे अगे पिया जिहदे तुसी हर चीज़ नू ख़त्म कर देता है। दुनिया की हर चीज़ आपको इसके अंदर अवेलेबल मिलती है। जी 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 ठीक है, वो जो 2-2 लाख रुपए का कैमरा आता था वो उन्होंने वो 20 में डाल दिया, यानी कि इंसान को कंफर्टेबल करते जा रहे हैं। और ये जब तक रहनी है ना ज़िंदगी, दुनिया जब तक रहनी है, इसने अपग्रेड होते जाना है। इसी तरह कबूतरबाजी भी जिस तरह जिद्दत आती जाएगी अपग्रेड ही होगी, नीचे की तरफ नहीं आएगी। एंड पे नहीं आ गया कि नहीं है, इसका कोई एंड नहीं है। फिक्स करके भी लोगों ने 8 बजे तक का टाइम रखा सर, ये उसके अंदर बिठा लेते हैं। ये भी एंड नहीं है। अभी इसके आगे आप देखते जाएं, आपकी ज़िंदगी में बड़ी अपग्रेड्स आनी है। ये मैं बताऊं, दुनिया ने इसी 2023 के अंदर आपके अंदर कई ऐसी साइंस की तरक्कियाँ आनी है कि आप लोगों ने हैरान हो जाना कि ऐसे भी हो सकता है।
हमारे बचपन में मिसाल दी जाती थी कि एक टाइम आएगा कि थल्ले कमरे ही बैठा बंदा उत्ते अपनी वालदा नूं फोन करेगा, कमरे ही बैठा दूसरे कमरे ही फोन करेगा कि खाना खाना या कुछ करना है। ਅਸੀਂ ਉਸ ਵੇਲੇ ਹੱਸਦੇ ਸੀ ਇਸ ਤਰ੍ਹਾਂ ਹੋ ਸਕਦਾ ਅੱਜ ਇਸ ਤਰ੍ਹਾਂ ਹੁੰਦਾ ਜੀ? जी जी बिल्कुल। हाँ जी तनवीर भाई ਹੁੰਦਾ ਇਸ ਤਰ੍ਹਾਂ ਐਸੀ ਤਰ੍ਹਾਂ ਇੱਕ ਬੰਦਾ 7 ਸਮੁੰਦਰ ਪਾਰ ਬੈਠਾ ਇੱਥੇ ਆ ਜਰਾ हाँ जी ਗੱਲਾਂ ਬਾਤਾਂ ਆਪਣੇ ਸਾਹਮਣੇ ਹੋ ਰਹੀਆਂ। ਇਹ ਅਪਗ੍ਰੇਡੇਸ਼ਨ ਰਹਿੰਦੀ ਹੈ। ਹੁਣ ਤੁਹਾਨੂੰ ਪਤਾ ਕਿ ਸ਼ਾਇਦ ਤੁਹਾਨੂੰ ਨਹੀਂ ਨੌਲੇਜ ਹੈ 2023 ਦੇ ਚੋਂ ਪਹਿਲੇ ਟੈਸਟ ਟਿਊਬ ਬੇਬੀ ਹੁੰਦਾ ਸੀ, ਹੁਣ ਇੱਕ ਬੇਬੀ ਜਿਹੜਾ ਹੈ ਉਹ ਪੂਰਾ ਇੱਕ ਬਾਕਸ ਦੇ ਵਿੱਚ ਬਣੇਗਾ, ਮਾਂ ਦੇ ਢਿੱਡ 'ਚ ਨਹੀਂ, ਇੱਕ ਬਾਕਸ 'ਚ ਬਣੇਗਾ। ਤੇ ਇਹ ਸਾਡੀ ਗਲਤਫਹਿਮੀ ਹੈ ਕਿ अपग्रेडेशन एने होंदे रहना। अच्छा भट्ट साहब, दो चीज़ों के, दो ब्लड लाइन के मिलाप के साथ अगर जो तीसरी चीज़ बनती है वो क्रॉस ब्रीड होती है कि वो एक नई नस्ल बन जाती है? सर पहले तो उस पर डिपेंड करता है कि वो जो दो ब्रीड्स थी वो प्योर थी। सपोज प्योर थी, अगर वो प्योर थी जी, वो कौन सी थी? फिरोजपुरी और सियालकोट थी। प्योर मैंने आपको पहले बताया कि फिरोजपुरी की अच्छा जड़ जो है ना वो छोड़ दे, चलो छोड़ दे उसको, छोड़ दे। कसूरी और सियालकोट थी। कसूरी और सियालकोटी। आप पहले तो आपको ये समझना पड़ेगा कि कसूरी की ब्लड लाइन है क्या, कसूरी के अंदर क्वालिटीज क्या हैं, कसूरी ब्लड लाइन की प्रमोशंस क्या हैं, उसकी जो नहीं इसके बगैर बात को नहीं मेरी बात सुन लेना यार, बात को आप क्या कर रहे हैं, मेरी बात तो सुन लेना। आपको वो जो कसूरी है आपने ब्रीड को सियालकोटी ब्रीड के साथ मिलाना है जी। आपने दोनों की क्वालिटीज को सामने रखना है। आपने देखना है कि जो लाल आंख की क्वालिटी है इसमें परवाज बहुत ज्यादा है, इसमें तेजी बहुत ज्यादा है, इसमें ताकत बहुत ज्यादा है। हमने इसमें से अब क्या कम करना है और क्या प्लस करना है जी, ये सारी आपकी उधर ही जाएगी, ब्रीड के लिहाज में ही जाएगी। जब आपने ये चीज़ें इसमें देखनी है कौन सी कमियां और कौन सी अच्छी चीज़ें हैं, इसमें कौन सी कमियां और इसमें कौन सी अच्छी चीज़ें हैं, आपने जब उसे मिक्स करना है तो आपने फिर अपनी एक ब्रीड डेवलप करनी है। फिर एक ब्रीड डेवलप होगी जिसमें अकल भी पूरी होगी, जिसमें परवाजें भी पूरी होंगी, तहम्मुल मजाजी भी होगी। उसमें जो चीज़ आपने कंप्लीट करनी है वो कंप्लीट करेंगे, जिसको उसमें से लूज करनी है लूज करके एक ब्रीड आपके सामने आ जाएगी, वो सारी होगी, कंप्लीट होगी। मैं ये हाँ उसका खामियों और खूबियों की बातें नहीं कर रहा। एक अच्छा परिंदा बन गया दो ब्लड लाइन के में से, उसको आप क्रॉस ब्रीड कहेंगे कि उसको नई नस्ल? सर मैं यही तो आपको समझा रहा हूँ, आप तो मेरी बात को सही तरह सुन ही नहीं रहे। जब आप उसको दो ब्रीड्स को एक ब्रीड बनाएंगे वो एक ब्रीड आपके सामने आ जाएगी। हाँ। जब आप उसको पट्ठी पट्ठे को आपस में लगा देंगे तो वो पट्ठी पट्ठे में वो ब्रीड चल पड़ेगी आपकी आगे। हाँ जी। वो ब्रीड होगी आपकी घर की ब्रीड होगी और उस ब्रीड के अंदर आप वो चीज़ों को ला चुके होंगे। जो आपने एक ब्रीड बनानी है तो किसी मकसद के जरिए बनानी है कि बगैर मकसद के बनानी है। जब आपने एक मकसद के साथ ब्रीड बनानी है आपने उसमें क्वालिटियाँ लानी है कि यार मेरा कबूतर हाथ रह जाता है मैं थल्ले ले आना है, ਇਹਦੇ ਸਿਆਣਫਤ ਦੀ ਕਮੀ ਹੈ ਸਿਆਣਫਤ ਪਾਣੀ ਹੈ, ਇਹ ਠੰਡਾ ਹੈ ਇਹਨੂੰ ਗਰਮ ਕਰਨਾ ਹੈ, ਇਹਨੂੰ ਗਰਮ ਨੂੰ ਠੰਡਾ ਕਰਨਾ। ਉਹ ਤੁਸੀਂ ਜਦੋਂ ਮੁੰਜਮਿਦ ਕਰ ਲਿਆ ਇੱਕ ਬਰੀਡ ਚੋਂ ਜਦੋਂ ਤੁਸੀਂ ਪੱਠੀ ਪੱਠਾ ਚਲਾਓਗੇ ਗੋਂ ਦਾ ਤੇ ਉਹ ਫਿਰ ਉਹ ਸਾਰੀ ਕੁਆਲਿਟੀਜ਼ ਲੈ ਕੇ ਚੱਲਣਗੇ, ਉਹ ਕਲਰ ਵੀ ਉਹੀ ਲੈ ਕੇ ਚੱਲਣਗੇ। ठीक हो गया भट्ट साहब, काफ़ी आपके साथ गुफ्तगू करने का मज़ा आया, आपने बहुत अच्छी गुफ्तगू की। अब दोस्तों के लिए कोई प्यार भरा पैगाम? मेरे दोस्तों के लिए एक ही प्यार भरा पैगाम है। सबसे पहले माँ बाप की ताबेदारी है, माँ बाप का अदब करें, माँ बाप के साथ प्यार करें। हर चीज़ को हासिल करने के लिए ज़िंदगी के अंदर भी और आखिरत में भी कामयाबी की जो एक कुंजी है ना वो है माँ बाप। माँ बाप से मोहब्बत करें, उनका ख्याल करें, उनकी खिदमत करें, दुनिया भी संवारें आखिरत भी संवारें। उसके बाद कुछ भी काम करें वो अल्लाह पाक की ज़ात के लिए करें। अगर मैंने आज ये बातें बताई हैं अपने जो भी मुझे नॉलेज था, जो शेयर हो सका, जो नहीं हुआ वो मैंने अल्लाह की रज़ा के लिए किया। मुझे किसी से कोई आरजू नहीं है, तमन्ना नहीं है, ना मैं किसी को जानता हूँ कि मैं ये बता रहा हूँ तो मुझे उससे ये फ़ायदा होगा। फ़ायदे के लिए ना करें, अल्लाह की रज़ा के लिए काम करें और अपने जो जिनके साथ शौक़ करते हैं उनसे मोहब्बत करें और दूसरों का शौक़ करवाएं ताकि वो भी प्रमोशन लें, वो भी शौक़ की तरफ डेवलप यानी कि शौक़ की तरफ आएँ, उन्हें शौक़ करने का मज़ा आए। तो मेरा तो लोगों को यही पैगाम है कि मोहब्बत आजकल जो दौर चल रहा है उसके लिहाज से जो है ना वो ज़्यादा से ज़्यादा एक दूसरे का ख्याल करें और तुर्की वाले लोगों के लिए दुआ करें, अल्लाह पाक उनको
जो है सब्र अता फरमाए और अल्लाह पाक उनकी मुश्किलात को दूर फरमाए जी, आमीन। ओके दोस्तों, अल्लाह हाफिज़। अस्सलाम वालेकुम।